ਯੈਸ ਪਲੀਜ਼। ਗੁੱਡ ਈਵਨਿੰਗ ਜੀ ਸਾਰਿਆਂ ਨੂੰ। ਅਸੀਂ ਅੱਜ ਸਮਝਣ ਜਾ ਰਹੇ ਹਾਂ ਨੈਸ਼ਨਲ ਐਗਜ਼ਾਮੀਨੇਸ਼ਨ ਪੇਪਰ ਨੰਬਰ 3 ਲੈਂਡ ਐਡਮਿਨਿਸਟ੍ਰੇਸ਼ਨ ਮੈਨੂਅਲ। ਸਵੇਰੇ ਅਸੀਂ ਦੇ ਪੜ੍ਹੇ ਸੀ ਚੈਪਟਰ ਨੰਬਰ 2 6 ਤੇ ਹੁਣ ਅਸੀਂ ਪੜ੍ਹਾਂਗੇ ਪੇਪਰ ਚੈਪਟਰ ਨੰਬਰ 8 ਵਿਲੇਜ ਹੈਡਮੈਨ, ਇਨਾਮਦਾਰ ਤੇ ਜੈਲਦਾਰ ਦੇ ਸੰਬੰਧ ਵਿੱਚ। ਵਿਲੇਜ ਹੈਡਮੈਨ, ਇਨਾਮਦਾਰ ਤੇ ਜੈਲਦਾਰ। ਵਿਲੇਜ ਹੈਡਮੈਨ ਅਸੀਂ ਪਹਿਲਾਂ ਪੜ੍ਹ ਕੇ ਆਏ ਹਾਂ, ਵੈਸੇ ਸਾਰਾ ਡਿਟੇਲ ਦੇ ਵਿੱਚ ਲੈਂਡ ਐਕਟ ਦੇ ਜਿਹੜੇ ਰੂਲਸ ਹੈਗੇ ਆ, ਹੁਣ ਰੂਲਾਂ ਦੇ ਵਿੱਚ ਵਿਲੇਜ ਹੈਡਮੈਨ ਦੇ ਬਾਰੇ ਪੂਰਾ ਮੁਕੰਮਲ ਜਿਹੜਾ ਚੈਪਟਰ ਦਿੱਤਾ ਗਿਆ ਹੈਗਾ। ਇਹਦੇ ਵਿੱਚ ਕਿਹਾ ਗਿਆ ਵੀ ਹੈਡਮੈਨ ਦੀ ਡਿਊਟੀਜ਼ ਕੀ ਨੇ, ਇਹਦੀ ਅਪਾਇੰਟਮੈਂਟ ਕਿਵੇਂ ਹੁੰਦੀ ਹੈ, ਜਦੋਂ ਹੈਡਮੈਨ ਦੀ ਅਪਾਇੰਟਮੈਂਟ ਕਰੀਏ ਤਾਂ ਕਿਹੜੇ ਕਿਹੜੇ ਪੁਆਇੰਟਸ ਕੰਸੀਡਰ ਕੀਤੇ ਜਾਂਦੇ ਨੇ, ਫਿਰ ਰਿਕਮੈਂਡੇਸ਼ਨਸ ਰੈਵਨਿਊ ਆਫੀਸਰ ਵੱਲੋਂ, ਤਹਿਸੀਲਦਾਰ ਵੱਲੋਂ, ਨੈਸ਼ਨਲ ਵੱਲੋਂ ਰਿਕਮੈਂਡੇਸ਼ਨ ਕੀਤੀ ਜਾਂਦੀ ਹੈ ਹੈਡਮੈਨ ਦੀ। ਉਸ ਤੋਂ ਬਾਅਦ ਜਾ ਕੇ ਐਸਡੀਐਮ ਥਰੂ ਹੋ ਕੇ ਕਲੈਕਟਰ ਵੱਲੋਂ ਜਿਹੜੀ ਅਪਾਇੰਟਮੈਂਟ ਕੀਤੀ ਜਾਂਦੀ ਹੈ ਹੈਡਮੈਨ ਦੀ, ਤੇ ਕਲੈਕਟਰ ਵੱਲੋਂ ਇਹਨੂੰ ਸਨਦ ਜਾਰੀ ਕੀਤੀ ਜਾਂਦੀ ਹੈ। ਜਦੋਂ ਸਨਦ ਜਾਰੀ ਕੀਤੀ ਜਾਂਦੀ ਹੈ ਨਾਲ ਦੀ ਨਾਲ ਉਸ ਸਨਦ ਦੇ ਉੱਪਰ ਇਹਦੀਆਂ ਡਿਊਟੀਜ਼, ਰਿਸਪੌਂਸਿਬਿਲਿਟੀਜ਼ ਕੀ ਹੁੰਦੀਆਂ ਨੇ, ਉਹ ਸਨਦ ਦੇ ਉੱਪਰ ਜਿਹੜੀਆਂ ਹੈਗੀਆਂ ਦਰਜ ਕੀਤੀਆਂ ਜਾਂਦੀਆਂ ਨੇ। ਹੁਣ ਇਹ ਪੈਰਾ ਨੰਬਰ 305 ਕੀ ਹੈਗਾ, ਵੈਲਿਊ ਆਫ ਅਨਆਫੀਸ਼ੀਅਲ ਏਜੰਸੀ। ਇਸ ਦੇ ਵਿੱਚ ਕਿਹਾ ਗਿਆ ਵੀ ਜਿਹੜਾ ਡਿਪਟੀ ਕਮਿਸ਼ਨਰ ਹੁੰਦਾ ਹੈ, ਇਟ ਇਜ਼ ਦਾ ਪਾਵਰਫੁਲ ਪੀਸ ਆਫ ਐਡਮਿਨਿਸਟ੍ਰੇਸ਼ਨ ਮਸ਼ੀਨਰੀ। ਸਭ ਤੋਂ ਵੱਡੀ ਚੈਪਟਰ ਨੰਬਰ 8 ਲੈਂਡ ਐਡਮਿਨਿਸਟ੍ਰੇਸ਼ਨ ਮੈਨੂਅਲ, ਵਿਲੇਜ ਹੈਡਮੈਨ, ਇਨਾਮਦਾਰ ਤੇ ਜੈਲਦਾਰ। ਇਹ ਚੈਪਟਰ ਦਾ ਨਾਮ ਹੈਗਾ ਵਿਲੇਜ ਹੈਡਮੈਨ, ਇਨਾਮਦਾਰ ਤੇ ਜੈਲਦਾਰ। ਪੈਰਾ ਨੰਬਰ 305 ਤੁਹਾਡੇ ਬੁੱਕ ਦੇ ਵਿੱਚ ਹੋ ਸਕਦਾ 305 306 ਹੋਵੇ, ਮਾੜਾ ਵੇਰੀ ਕਰਦਾ ਹੈ ਕਈ ਵਾਰੀ ਪ੍ਰਿੰਟਾਂ ਦੇ ਵਿੱਚ। ਠੀਕ ਹੈ, ਗਵਰਨਮੈਂਟ ਸਰਵੈਂਟ ਦੇ ਵਿੱਚ ਜਿਹੜੀ ਇਹ ਆਫੀਸਰ ਕੈਟਾਗਰੀ ਜਿੱਥੇ ਡਿਪਟੀ ਕਮਿਸ਼ਨਰ ਦੀ ਗੱਲ ਕੀਤੀ ਗਈ ਹੈ, ਇਟ ਇਜ਼ ਅ ਪਾਵਰਫੁਲ ਪੀਸ ਆਫ ਐਡਮਿਨਿਸਟ੍ਰੇਸ਼ਨ ਮਸ਼ੀਨਰੀ। ਪਰ ਜਦੋਂ ਵਿਲੇਜ ਕਮਿਊਨਿਟੀ ਦੇ ਨਾਲ ਇਹਦਾ ਸੰਬੰਧ ਹੁੰਦਾ ਹੈ, ਇਸ ਮਸ਼ੀਨਰੀ ਦਾ ਜਨਤਾ ਦੇ ਨਾਲ ਸੰਬੰਧ ਰੱਖਣ ਦੀ ਗੱਲ ਕੀਤੀ ਜਾਂਦੀ ਹੈ, ਤਾਂ ਕੀ ਹੈਗਾ, ਅਸੀਂ ਸਾਰਾ ਲੈਂਦੇ ਹਾਂ ਵਿਲੇਜ ਹੈਡਮੈਨ ਦਾ, ਇਨਾਮਦਾਰ ਦਾ ਤੇ ਜੈਲਦਾਰ ਦਾ। ਇੱਕ ਜਿਹੜੀ ਹੈਗੀ ਹੈ ਲੈਂਡ ਓਨਰ ਨੂੰ ਰਿਪਰੈਜ਼ੈਂਟ ਕਰਦੀ ਹੈ ਕਲਾਸ। ਲੈਂਡ ਓਨਰਸ ਨੂੰ ਸਰਕਾਰ ਦੇ ਨਾਲ ਤਾਲਮੇਲ ਬਣਾ ਕੇ ਰੱਖਣ ਦੇ ਲਈ ਲੈਂਡ ਓਨਰ ਨੂੰ ਜਿਹੜੀ ਰਿਪਰੈਜ਼ੈਂਟ ਕਰਨ ਵਾਲੀ ਕਲਾਸ ਹੈਗੀ ਹੈ, ਉਹ ਹੈਗੇ ਨੇ ਵਿਲੇਜ ਹੈਡਮੈਨ, ਇਨਾਮਦਾਰ, ਜੈਲਦਾਰ। ਠੀਕ ਹੈ, ਤੁਸੀਂ ਸਫੈਦ ਪੋਸ਼ ਵੀ ਪੜ੍ਹਿਆ ਸੀ, ਜਗੀਰਦਾਰ ਵੀ ਪੜ੍ਹਿਆ ਹੋਏਗਾ ਪਹਿਲਾਂ। ਠੀਕ ਹੈ, ਇਹ ਜਿਹੜੇ ਹੈਗੇ ਨੇ ਗਵਰਨਮੈਂਟ ਵੱਲੋਂ ਹੀ ਅਪਾਇੰਟਮੈਂਟ ਦਿੱਤੀ ਜਾਂਦੀ ਹੈ ਇਹਨਾਂ ਵਿਅਕਤੀਆਂ ਨੂੰ। ਇਹ ਸਰਕਾਰ ਦੇ ਨਾਲ ਤਾਲਮੇਲ ਕਰਨ ਦੇ ਲਈ, ਸਰਕਾਰ ਦੇ ਪਾਲਿਸੀਆਂ ਨੂੰ ਲਾਗੂ ਕਰਨ ਦੀ ਖਾਤਰ, ਸਰਕਾਰ ਦੇ ਮਾਮਲੇ ਇਕੱਠੇ ਕਰਨ ਦੀ ਖਾਤਰ, ਹੋਰ ਸਰਕਾਰ ਦੇ ਜਿਹੜੇ ਕੰਮ ਹੁੰਦਾ ਹੈ, ਗਵਰਨਮੈਂਟ ਆਫੀਸ਼ੀਅਲਸ ਨੂੰ ਹੈਲਪ ਕਰਨ ਦੀ ਖਾਤਰ ਜਿਹੜੀਆਂ ਇਹ ਪੋਸਟਾਂ ਬਣਾਈਆਂ ਗਈਆਂ ਨੇ। ਜਦੋਂ ਕਿਤੇ ਲੰਬੜਦਾਰ ਆਪਦੇ ਕੰਮ ਦੇ ਵਿੱਚ ਫੇਲ ਹੋ ਜਾਂਦਾ ਜਾਂ ਆਪਦੇ ਕੋਈ ਲੈਂਡ ਰੈਵਨਿਊ 'ਚ ਫੇਲ ਹੋ ਜਾਂਦਾ, ਤਾਂ ਜਿਹੜੀ ਆਪਣੀ ਹੈਗੀ ਹੈ ਕਰੈਕਸ਼ਨ ਕੀਤੀ ਜਾਂਦੀ ਉਸ ਤੋਂ, ਤਾਂ ਉਹਦੇ where Lambardar fails to perform his duties, the recovery can be affected from his estates। ਤਾਂ ਉਹਦੀ ਜਿਹੜੀ ਜੇ ਕਿਤੇ ਸਰਕਾਰੀ ਮਾਮਲਾ ਇਕੱਠਾ ਕਰਕੇ ਨੰਬਰਦਾਰ ਵੱਲੋਂ ਖਾ ਲਿਆ ਜਾਵੇ, ਠੀਕ ਹੈ ਜੀ, ਤਾਂ ਜਿਹੜੀ ਉਹਦੀ ਰਿਕਵਰੀ ਹੈਗੀ ਹੈ, ਤਾਂ ਹੀ ਜਦੋਂ ਨੰਬਰਦਾਰ ਦੀ ਨਿਯੁਕਤੀ ਕੀਤੀ ਜਾਂਦੀ ਹੈ ਤਾਂ ਦੇਖਿਆ ਜਾਂਦਾ ਵੀ ਉਹਦੇ ਕੋਲ ਜ਼ਮੀਨ ਜ਼ਰੂਰ ਹੋਣੀ ਚਾਹੀਦੀ ਹੈ। ਠੀਕ ਹੈ, ਇਸੇ ਕਰਕੇ ਜੇ ਕੋਈ ਰਿਕਵਰੀ ਲੈਂਡ ਰੈਵਨਿਊ ਕੋਈ ਨੰਬਰਦਾਰ ਡਿਫਾਲਟਰ ਬਣ ਜਾਂਦਾ ਤਾਂ ਉਹਦੀ ਜਿਹੜੀ ਜ਼ਮੀਨ ਹੈਗੀ ਹੈ ਉਸ ਤੋਂ ਜਿਹੜੀ ਹੈਗੀ ਹੈ ਰਿਕਵਰੀ ਕੀਤੀ ਜਾਂਦੀ ਹੈ। 306 ਦੇ ਵਿੱਚ ਕੀ ਕਿਹਾ ਗਿਆ, ਕਨਵੈਂਸ ਆਫ ਡੀਲਿੰਗ ਵਿਦ ਦਾ ਵਿਲੇਜ ਕਮਿਊਨਿਟੀਜ਼, ਇਟ ਇਜ਼ ਦਾ ਓਬਵੀਅਸਲੀ ਕਨਵੀਨੀਅੰਟ ਫਾਰ ਦਾ ਸਟੇਟ ਟੂ ਡੀਲ ਵਿਦ ਦਾ ਬੋਡੀਜ਼ ਲਾਈਕ ਵਿਲੇਜ ਕਮਿਊਨਿਟੀਜ਼ ਥਰੂ ਦਾ ਹੈਡਮੈਨ। ਜਦੋਂ ਅਸੀਂ ਵਿਲੇਜ ਕਮਿਊਨਿਟੀ ਦੇ ਵਿੱਚ ਕੋਈ ਆਪਣੀ ਜਾਂ ਕੋਈ ਕੰਮ ਕਾਰ ਸਰਕਾਰ ਨੇ ਕਰਨੇ ਹੁੰਦੇ ਆ, ਕੋਈ ਅਸੈਸਮੈਂਟ ਕਰਨੀ ਹੈ, ਕੋਈ ਲੈਂਡ ਰੈਵਨਿਊ ਇਕੱਠਾ ਕਰਨਾ ਹੈਗਾ, ਠੀਕ ਹੈ, ਤਾਂ ਕੀ ਹੈਗਾ, ਤਾਂ ਅਸੀਂ ਵਿਲੇਜ ਕਮਿਊਨਿਟੀ ਦੇ ਨਾਲ ਜਿਹੜਾ ਹੈਗਾ ਤਾਲਮੇਲ ਬਣਾਉਂਦੇ ਹਾਂ। ਵਿਲੇਜ ਹੈਡਮੈਨ ਹੈਗਾ, ਇਨਾਮਦਾਰ ਹੈਗਾ, ਜੈਲਦਾਰ ਹੈਗਾ, ਇਹਨਾਂ ਰਾਹੀਂ ਬਣਾਉਂਦੇ ਹਾਂ। ਵਿਲੇਜ ਹੈਡਮੈਨ ਦੀ ਡਿਊਟੀਜ਼ ਕੀ ਹੁੰਦੀਆਂ ਨੇ, ਜਿਵੇਂ ਕਿ ਅਸੀਂ ਲੈਂਡ ਰੈਵਨਿਊ ਰੂਲਸ ਪੜ੍ਹ ਕੇ ਆਏ ਹਾਂ। ਦਾ ਹੈਡਮੈਨ ਆਫ ਅ ਵਿਲੇਜ ਐਕਟ ਔਨ ਬਿਹਾਫ ਆਫ ਦਾ ਲੈਂਡ ਓਨਰਸ। ਲੈਂਡ ਓਨਰ ਦੇ ਤੇ ਟੇਨਰ ਦੇ ਬਿਹਾਫ ਤੇ ਕੰਮ ਕਰਦਾ ਹੈ, ਰੈਜ਼ੀਡੈਂਟਸ ਜਿਹੜੇ ਹੈਗੇ ਨੇ ਉੱਥੇ ਪਿੰਡ ਦੇ। ਠੀਕ ਹੈ, ਇਨ ਦਾ ਰਿਲੇਸ਼ਨਸ ਵਿਦ ਦਾ ਸਟੇਟ, ਸਰਕਾਰ ਦੇ ਨਾਲ ਜਿਹੜੇ ਰਿਲੇਸ਼ਨ ਹੁੰਦੇ ਨੇ ਉਹ ਬਣਾ ਕੇ ਰੱਖਣੇ ਹੁੰਦੇ ਨੰਬਰਦਾਰ ਨੇ। ਦੇ ਆਰ ਦਾ ਬਾਉਂਡ ਟੂ ਅਟੈਂਡ ਵੈਨ ਸਮਨਡ ਬਾਈ ਦਾ ਆਫਿਸਰ ਦਾ ਗਵਰਨਮੈਂਟ। ਜਦੋਂ ਸਰਕਾਰ ਵੱਲੋਂ ਉਹਨੂੰ ਕਿਤੇ ਬੁਲਾਇਆ ਜਾਂਦਾ ਹੈ ਕਿਸੇ ਕੰਮਕਾਰ ਦੇ ਲਈ, ਕਿਸੇ ਹੈਲਪ ਦੇ ਲਈ, ਠੀਕ ਹੈ, ਕੋਈ ਜਾਣਕਾਰੀ ਦੇ ਖਾਤਰ, ਤਾਂ ਜਿਹੜਾ ਨੰਬਰਦਾਰ ਹੈਗਾ ਉਹ ਹਾਜ਼ਰ ਹੁੰਦਾ। ਜੇ ਪਟਵਾਰੀ ਬੁਲਾਵੇ, ਜੇ ਤਹਿਸੀਲਦਾਰ ਬੁਲਾਵੇ, ਕਲੈਕਟਰ ਵੱਲੋਂ ਬੁਲਾਇਆ ਜਾਵੇ, ਐਂਡ ਟੂ ਏਡ them in the execution of their public duties। ਹੈਲਪ ਕੀਤੀ ਜਾਂਦੀ ਨੰਬਰਦਾਰ ਨੂੰ ਹਰ ਤਰ੍ਹਾਂ ਦੀ ਸਰਕਾਰ ਦੇ ਕੰਮਾਂ ਕਾਰਾਂ ਦੇ ਵਿੱਚ। ਕੋਈ ਇਨਫੋਰਮੇਸ਼ਨ ਲੈਣੀ ਹੈ, ਕੋਈ ਕਿਸੇ ਦੀ ਡੈਥ ਹੋ ਜਾਂਦੀ ਹੈ, ਉਹਦਾ ਵਿਰਾਸਤਾ ਕੋਈ ਇੰਤਕਾਲ ਕਰਨਾ ਹੈਗਾ, ਕੁਰਸੀਨਾਮੇ ਤਸਦੀਕ ਕਰਨੇ ਹੈਗੇ ਆ, ਠੀਕ ਹੈ। ਦੇ ਆਰ ਇੰਪੋਰਟੈਂਟ ਫੰਕਸ਼ਨਸ ਐਜ਼ ਰਿਗਾਰਡ ਦਾ ਪ੍ਰੀਵੈਂਸ਼ਨ ਐਂਡ ਡਿਟੈਂਸ਼ਨ ਐਂਡ ਡਿਟੈਕਸ਼ਨ ਆਫ ਦਾ ਕ੍ਰਾਈਮ ਡੂ ਨਾਟ fall within the scope of this work। ਦਾ ਚੀਫ ਡਿਊਟੀ ਕਿਹੜੀਆਂ ਹੁੰਦੀਆਂ ਨੇ ਮੇਨ ਨੰਬਰਦਾਰ ਦੀਆਂ,
ਵੈਸੇ ਤਾਂ ਨੰਬਰਦਾਰ ਦੀਆਂ ਸਾਰੀਆਂ ਡਿਊਟੀਆਂ ਹੁੰਦੀਆਂ ਨੇ, ਸਰਕਾਰ ਨੂੰ ਹਰ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਦੇਣੀ ਬਣਦੀ ਹੈ। ਆਪਾਂ ਪਹਿਲਾਂ ਪੜ੍ਹ ਕੇ ਗਏ ਹਾਂ ਲੈਂਡਰ ਰੂਲ ਦੇ ਵਿੱਚ, ਠੀਕ ਹੈ। ਫਿਰ ਵੀ ਜਿਹੜੀਆਂ ਮੇਨ ਡਿਊਟੀਆਂ ਹੁੰਦੀਆਂ ਜਿਹੜੀਆਂ ਦੀ ਸਨਦ ਜਾਰੀ ਕੀਤੀ, ਸਨਦ ਦੇ ਵਿੱਚ ਜਿਹੜੀਆਂ ਕੋਡ ਕੀਤੀਆਂ ਹੁੰਦੀਆਂ ਨੇ ਕਲੈਕਟਰ ਵੱਲੋਂ ਟੂ ਕਲੈਕਟ ਐਂਡ ਪੇ ਦਾ ਲੈਂਡ ਰੈਵਨਿਊ, ਟੂ ਡਿਪੋਜ਼ਿਟ ਇਨ ਦਾ ਟ੍ਰੈਜ਼ਰੀ, ਟੂ ਰਿਪੋਰਟ ਆਫ ਦਾ ਤਹਿਸੀਲਦਾਰ ਡੈਥ ਆਫ ਦਾ ਅਸਾਈਨੀ। ਕੋਈ ਅਸਾਈਨੀ ਜਿਹਨੂੰ ਸਰਕਾਰ ਵੱਲੋਂ ਕੋਈ ਲੈਂਡ ਨੂੰ ਅਸਾਈਨ ਕੀਤਾ ਗਿਆ ਹੁੰਦਾ ਹੈ, ਜਾਂ ਕੋਈ ਪੈਨਸ਼ਨਰ ਜਿਹਨੂੰ ਸਰਕਾਰ ਵੱਲੋਂ ਪੈਨਸ਼ਨ ਦਿੱਤੀ ਜਾਂਦੀ ਹੈ, ਉਹ ਲਗਾਤਾਰ 1 ਸਾਲ ਤੋਂ ਵੱਧ ਐਬਸੈਂਟ ਹੋਵੇ ਪਿੰਡ ਦੇ ਵਿੱਚੋਂ, ਜਾਂ ਉਹਦੀ ਮੌਤ ਹੋ ਚੁੱਕੀ ਹੋਵੇ, ਤਾਂ ਕਿ ਕੋਈ ਹੋਰ ਬੰਦਾ ਉਹਦੇ ਨਾਂ ਤੇ ਜਿਹੜੀ ਪੈਨਸ਼ਨ ਨਾ ਲੈਂਦਾ ਰਹੇ। ਇਸ ਕਰਕੇ ਉਹਦੀ ਜਿਹੜੀ ਇਨਫੋਰਮੇਸ਼ਨ ਹੈ, ਜਾਣਕਾਰੀ ਹੈ, ਥਰੂ ਪਟਵਾਰੀ ਹਲਕਾ ਤਹਿਸੀਲਦਾਰ ਕੋਲ ਭੇਜੀ ਜਾਂਦੀ ਹੈ। ਨੰਬਰਦਾਰ ਦੀ ਡਿਊਟੀ ਬਣ ਜਾਂਦੀ ਹੈ। ਇਨਕਰੋਚਮੈਂਟਸ ਔਰ ਇੰਜਰੀ ਆਫ ਦਾ ਗਵਰਨਮੈਂਟ ਪ੍ਰਾਪਰਟੀ, ਕੋਈ ਸਰਕਾਰੀ ਪ੍ਰਾਪਰਟੀ ਦੇ ਉੱਪਰ ਇਨਕਰੋਚਮੈਂਟ ਕਰਦਾ ਹੈ, ਠੀਕ ਹੈ। ਇੱਦਾਂ ਬਹੁਤ ਸਾਰੀਆਂ ਡਿਊਟੀਆਂ ਜਿਹੜੀਆਂ ਹੈਗੀਆਂ, ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ, ਰੈਗੂਲਰ ਤੁਸੀਂ ਪ੍ਰੈਕਟੀਕਲ ਤੌਰ ਤੇ ਕੰਮ ਕਰਦੇ ਹੋ। ਡਿਊਟੀਜ਼ ਟੂ ਦਾ ਲੈਂਡ ਓਨਰਸ ਐਂਡ ਟੈਨੈਂਟਸ ਆਫ ਦਾ ਸਟੇਟ। ਲੈਂਡ ਓਨਰਸ ਦੀ ਕੀ ਡਿਊਟੀਆਂ ਹੁੰਦੀਆਂ ਨੇ? ਟੂ ਐਕਨੋਲਜ ਐਵਰੀ ਪੇਮੈਂਟ ਰਿਸੀਵਡ ਫਰੋਮ ਦੈਮ। ਉਹਦੀ ਲੈਂਡ ਓਨਰ ਦੀ, ਹੈਡਮੈਨ ਦੀ, ਐਜ਼ ਪਰ ਦਾ ਲੈਂਡ ਓਨਰਸ, ਮਾਲਕਾਂ ਪ੍ਰਤੀ, ਟੈਨੈਂਟਾਂ ਪ੍ਰਤੀ ਲੈਂਡ ਹੈਡਮੈਨ ਦੀਆਂ ਕੀ ਡਿਊਟੀਆਂ ਹੁੰਦੀਆਂ? ਜਦੋਂ ਮਾਮਲਾ ਇਕੱਠਾ ਕਰਨਾ ਹੈ ਤਾਂ ਉਹਨਾਂ ਨੂੰ ਰਸੀਦ ਜਾਰੀ ਕਰਨੀ ਹੈ, ਉਹਨਾਂ ਦੀ ਬਹੀ ਦੇ ਵਿੱਚ ਰਸੀਦ ਦਰਜ ਕੀਤੀ ਜਾਂਦੀ ਹੈ। ਟੂ ਕਲੈਕਟ ਐਂਡ ਮੈਨੇਜ ਦਾ ਕਾਮਨ ਵਿਲੇਜ ਫੰਡ, ਕੋਈ ਸਰਕਾਰੀ ਹੋਰ ਪਿੰਡ ਦੇ ਕੋਈ ਸਾਂਝੇ ਖਰਚਿਆਂ ਲਈ ਕੋਈ ਜਿਹੜੇ ਫੰਡਸ ਇਕੱਠੇ ਕੀਤੇ ਜਾਂਦੇ ਨੇ, ਉਹਦਾ ਸਾਰਾ ਹਿਸਾਬ ਕਿਤਾਬ ਰੱਖਣਾ, ਉਹਦੇ ਖਰਚੇ ਕਰਨੇ ਤੇ ਉਹਦਾ ਅਕਾਊਂਟ ਰੱਖਣਾ, ਇਹ ਵਿਲੇਜ ਹੈਡਮੈਨ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ। ਰਿਮਨੇਸ਼ਨ ਆਫ ਦਾ ਹੈਡਮੈਨ, ਹੈਡਮੈਨ ਨੂੰ ਕੀ ਦਿੱਤਾ ਜਾਂਦਾ ਹੈ? ਪਤਾ ਹੀ ਆਪਾਂ ਨੂੰ ਪਚੋਤਰਾ ਦਿੱਤਾ ਜਾਂਦਾ ਸੀ, ਪਰ ਹੁਣ ਪਚੋਤਰਾ ਹੁਣ ਮੈਂ ਜਦੋਂ ਲੈਂਡ ਨੂੰ ਹੀ ਅਸੀਂ ਸਸਪੈਂਡ ਵਿਦ ਕੀਤਾ ਹੋਇਆ ਹੈਗਾ, ਇਸ ਕਰਕੇ ਇਸ ਵੇਲੇ ਜਿਹੜਾ ਨੰਬਰਦਾਰ ਹੈਗਾ ਉਹਨੂੰ ਪਚੋਤਰਾ ਦਾ ਨਹੀਂ ਦਿੱਤਾ ਜਾਂਦਾ, ਪਰ ਉਸਨੂੰ ਫਿਰ ਵੀ ਮਾਣ ਭੱਤਾ ਜਿਹੜਾ ਹੈਗਾ 1000 ਸ਼ਾਇਦ 1200 ਰੁਪਏ ਹੈਗਾ, ਉਹ ਪਰ ਮੰਥ ਨੰਬਰਦਾਰ ਨੂੰ ਦਿੱਤਾ ਜਾਂਦਾ ਹੈ। 309 ਕੀ ਅਪਾਇੰਟਮੈਂਟ ਐਂਡ ਡਿਸਮਿਸਲ ਇਨ ਦਾ ਡਿਸਟ੍ਰਿਕਟ ਅੰਡਰ ਦਾ ਸੈਟਲਮੈਂਟ। ਜਦੋਂ ਸੈਟਲਮੈਂਟ ਹੋਈ ਸੀਗੀ ਕਿਸੇ ਪਿੰਡ ਦੀ, ਜਦੋਂ ਸੈਟਲਮੈਂਟ ਕੀਤੀ ਜਾਂਦੀ ਉਦੋਂ ਜਿਹੜੀ ਹੈਗੀ ਹੈ ਹੈਡਮੈਨ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ। ਅਪਾਇੰਟਮੈਂਟ ਐਂਡ ਡਿਸਮਿਸਲ when a district is under the settlement, headmen are appointed by the settlement officer। settlement officer ਵੱਲੋਂ ਹੀ ਹੈਡਮੈਨ ਨਿਯੁਕਤ ਕੀਤੇ ਜਾਂਦੇ ਆ। ਔਰ ਜਿੱਥੇ ਕਿਤੇ ਗੱਲ ਆ ਜਾਂਦੀ ਹੈ ਉਹਦੀ ਡਿਸਮਿਸਲ ਦੀ, ਤਾਂ ਸੈਟਲਮੈਂਟ ਆਫੀਸਰ ਹੈਗਾ ਉਸ ਵੇਲੇ ਜਿਹੜੀ ਹੈਗੀ ਆਪਣੀ ਪ੍ਰਪੋਜ਼ਲ ਬਣਾ ਕੇ ਭੇਜਦਾ, ਰਿਪੋਰਟ ਬਣਾ ਕੇ ਭੇਜਦਾ ਕਲੈਕਟਰ ਨੂੰ, ਕਲੈਕਟਰ ਵੱਲੋਂ ਹੀ ਸਸਪੈਂਸ਼ਨ ਉਹਦੀ ਕੀਤੀ ਜਾ ਸਕਦੀ ਹੈ। ਹੈਡਮੈਨ ਮਸਟ ਬੀ ਲੈਂਡ ਓਨਰ ਆਫ ਦਾ ਵਿਲੇਜ, ਇਹ ਇੱਕ ਹੈਗਾ ਉਹਦਾ ਜ਼ਰੂਰੀ ਹੈਗਾ ਵੀ ਜਦੋਂ ਵੀ ਕੋਈ ਪਿੰਡ ਦੇ ਨੰਬਰਦਾਰ ਨੂੰ ਨੰਬਰਦਾਰ ਪਿੰਡ ਦਾ ਬਣਾਇਆ ਜਾਵੇ ਤਾਂ ਉਹਦੇ ਕੋਲ ਜਿਹੜੀ ਲੈਂਡ ਹੈ ਉਹ ਹੋਣਾ ਜ਼ਰੂਰੀ ਹੈਗਾ। Too many headmen often appointed at regular settlement। too many headmen ਜਦੋਂ ਰੈਗੂਲਰ ਸੈਟਲਮੈਂਟ ਚੱਲਦੀ ਸੀ ਪਿੰਡਾਂ ਦੇ ਵਿੱਚ, ਉਸ ਵੇਲੇ ਬਹੁਤ ਜ਼ਿਆਦਾ ਲੋੜ ਹੁੰਦੀ ਸੀ ਸੈਟਲਮੈਂਟ ਆਫੀਸਰ ਨੂੰ, ਠੀਕ ਹੈ। ਉਦੋਂ ਨੰਬਰਦਾਰ ਦੀ ਜਿਹੜੀ ਗਿਣਤੀ ਸੀਗੀ ਅਕਸਰ ਜਿਹੜੀ ਹੈਗੀ ਹਰ ਪਿੰਡ ਦੇ ਵਿੱਚ ਹਰ ਪੱਤੀ ਦਾ ਨੰਬਰਦਾਰ ਲੋੜ ਪੈਣ ਤੇ ਹੋਰ ਵੀ ਜਿਹੜੇ ਚੀਫ ਹੈਡਮੈਨ ਵੀ ਬਣਾਏ ਗਏ ਸੀਗੇ, ਠੀਕ ਹੈ। ਉਸ ਵੇਲੇ ਜਿਹੜੀ ਨੰਬਰਾਂ ਦੀ ਜਿਹੜੀ ਗਿਣਤੀ ਸੀਗੀ ਵੱਧ ਗਈ ਸੀਗੀ ਸੈਟਲਮੈਂਟ ਦੇ ਟਾਈਮ ਦੇ ਵਿੱਚ। ਫਿਰ ਕੀ ਹੈ, ਮੈਟਰਸ ਟੂ ਬੀ ਕੰਸੀਡਰਡ ਇਨ ਮੇਕਿੰਗ ਨਿਊ ਅਪਾਇੰਟਮੈਂਟਸ। ਜਦੋਂ ਕਿਸੇ ਨੰਬਰਦਾਰ ਦੀ ਨਿਊ ਅਪਾਇੰਟਮੈਂਟ ਹੁੰਦੀ ਹੈ ਤਾਂ ਕਿਹੜੇ ਕਿਹੜੇ ਪੁਆਇੰਟਸ ਦੇਖੇ ਜਾਂਦੇ ਨੇ? ਇਹ ਹੈਗਾ ਕੰਸਟੀਟਿਊਸ਼ਨ ਆਫ ਦਾ ਕਮਿਊਨਿਟੀ ਟੂ ਬੀ ਪ੍ਰੈਜ਼ੈਂਟਡ, ਕਿੰਨੀ ਕੁ ਕਮਿਊਨਿਟੀ ਨੂੰ, ਕਿਹੜੇ ਲੋਕਾਂ ਨੂੰ ਇਹ ਪ੍ਰੈਜ਼ੈਂਟ ਕਰ ਰਿਹਾ ਹੈਗਾ, ਰਿਪਰੈਜ਼ੈਂਟ ਕਰਦਾ ਹੈ। ਫੈਮਿਲੀ ਕਲੇਮਸ ਕੀ ਹੈ ਇਹਦਾ, ਕਿ ਇਹਦੇ ਪਰਿਵਾਰ 'ਚ ਪਹਿਲਾਂ ਕੋਈ ਨੰਬਰਦਾਰ ਹੈਗਾ ਸੀ ਜਾਂ ਨਹੀਂ ਹੈਗਾ ਸੀ। ਐਕਸਟੈਂਟ ਆਫ ਦਾ ਲੈਂਡਡ ਪ੍ਰਾਪਰਟੀ, ਕਿੰਨੀ ਜ਼ਮੀਨ ਜਾਇਦਾਦ ਇਹਦੀ ਕੋਈ ਹੈਗੀ ਹੈ। ਇਹਦਾ ਕਰੈਕਟਰ, ਐਬਿਲਿਟੀ, ਪਰਸਨਲ ਇਨਫਲੂਐਂਸ ਕੀ ਹੈ ਪਿੰਡ ਦੇ ਵਿੱਚ, ਕਰੈਕਟਰ ਕੈਸਾ ਹੈਗਾ ਇਸ ਵਿਅਕਤੀ ਦਾ, ਕਿ ਇਹਦੇ ਕਈ ਤੋਂ ਚਾਰ ਬੰਦੇ ਦੀ ਗੱਲ ਸੁਣਦੇ ਵੀ ਨਹੀਂ ਸੁਣਦੇ ਹੈਗੇ। ਐਨੀ ਸਰਵਿਸ ਰੈਂਡਰ ਟੂ ਦਾ ਸਟੇਟ, ਕੀ ਸਰਕਾਰ ਦੇ ਪ੍ਰਤੀ ਇਹਨੇ ਕੋਈ ਕੰਮ ਕਰਕੇ ਕੀਤਾ ਹੈ, ਕੋਈ ਸਰਵਿਸ ਨਿਭਾਈਆਂ ਹੈਗੀਆਂ ਨੇ, ਜਾਂ ਇਹਦੀ ਫੈਮਿਲੀ ਵੱਲੋਂ ਕੋਈ ਕੰਮ ਕਾਰ ਕੀਤੇ ਗਏ ਨੇ। ਇੱਦਾਂ ਦੇ ਬਹੁਤ ਸਾਰੇ ਪੁਆਇੰਟ ਹੈਗੇ ਜਿਹੜੇ ਅਸੀਂ ਲੈਂਡਰ ਰੂਲਸ ਪੜ੍ਹ ਕੇ ਆਏ ਹੈਗੇ ਆ, ਠੀਕ ਹੈ। ਨਿਊ ਅਪਾਇੰਟਮੈਂਟ ਆਫ ਹੈਡਮੈਨ, ਜਦੋਂ ਹੈਡਮੈਨ ਦੀ ਕਿਸੇ ਨਿਊ ਅਪਾਇੰਟਮੈਂਟ ਹੁੰਦੀ ਹੈ, ਨਿਊ ਅਪਾਇੰਟਮੈਂਟ ਆਰ ਨਾਓ ਏ ਡੇਜ਼ ਐਕਸੈਪਸ਼ਨਲ, ਬਹੁਤ ਰੇਅਰ ਚਾਂਸਸ ਹੈਗੇ ਨੇ ਨਿਊ ਹੈਡਮੈਨ ਦੇ ਨਿਯੁਕਤੀ ਕਰਨ ਦੇ। ਅਕਸਰ ਨਿਯੁਕਤੀ ਜਿਹੜੀ ਹੁਣ ਇਸ ਵੇਲੇ ਕੀਤੀ ਜਾਂਦੀ ਹੈ ਜਾਂ ਤਾਂ ਜਿਹੜੀ ਪੋਸਟ ਕੋਈ ਖਾਲੀ ਹੋਈ ਹੁੰਦੀ ਹੈ, ਕਿਸੇ ਪਤੀ ਦਾ ਨੰਬਰਦਾਰ ਦੀ ਡੈਥ ਹੋ ਗਈ ਹੋਵੇ ਜਾਂ ਕੋਈ ਸਸਪੈਂਡ ਡਿਸਮਿਸ ਹੋ ਗਿਆ ਹੋਵੇ। ਪਰ ਆਪਾਂ ਪੜ੍ਹ ਕੇ ਆਏ ਹਾਂ ਉਹਨਾਂ ਰੂਲਾਂ ਦੇ ਵਿੱਚ ਜਿਹੜੀ ਨਿਊ ਅਪਾਇੰਟਮੈਂਟ ਦੀ ਗੱਲ ਕੀਤੀ ਹੈ, ਹਰੀਜਨ ਨੰਬਰਦਾਰ ਹੈਗਾ ਉਹਦੀ ਨਿਊ ਅਪਾਇੰਟਮੈਂਟ ਕੀਤੀ ਜਾ ਸਕਦੀ ਹੈ। NRI ਨੰਬਰਦਾਰ ਹੈਗਾ ਉਹਦੀ ਵੀ ਨਿਊ ਅਪਾਇੰਟਮੈਂਟ ਹੋ ਸਕਦੀ ਹੈਗੀ ਹੈ। ਅਦਰਵਾਈਜ਼ ਜਿਹੜੀਆਂ ਵੈਕੈਂਸੀਆਂ ਖਾਲੀ ਹੁੰਦੀਆਂ ਨੇ ਉਹਨਾਂ ਤੇ ਹੀ ਅਪਾਇੰਟਮੈਂਟ ਕੀਤੀ ਜਾਂਦੀ ਹੈ। ਆਰਡਰਲੀ 354 ਕੀ ਹੈ, ਆਰਡਰਲੀ 314 ਆਰਡਰਲੀ ਹੈਡਮੈਨ ਮਸਟ ਪਰਫਾਰਮ ਡਿਊਟੀਜ਼ ਹਿਮਸੈਲਫ। A headman once appointed holds office for life unless deputy commissioner dismiss, ਜਦੋਂ ਤੱਕ ਉਸਨੂੰ ਡਿਸਮਿਸ ਨਹੀਂ ਕੀਤਾ ਜਾਂਦਾ, ਇਹਦੀ ਕੋਈ ਰਿਟਾਇਰਮੈਂਟ ਦਾ ਸਮਾਂ ਨਹੀਂ ਹੈਗਾ, ਠੀਕ ਹੈ। ਜਾਂ ਰਿਜ਼ਾਈਨ ਨਹੀਂ ਕਰ ਦਿੰਦਾ ਜਾਂ ਉਸਨੂੰ ਡਿਸਮਿਸ ਨਹੀਂ ਕਰ ਦਿੰਦਾ। ਅਪਾਇੰਟਮੈਂਟ ਆਫ ਸਬਸਟੀਚਿਊਟਸ ਇਨ ਦਾ ਸਰਟਨ ਕੇਸਿਸ, ਕਿਸੇ ਵੇਲੇ ਵੀ ਜਿਹੜਾ ਹੈ ਸਬਸਟੀਚਿਊਟ ਆਏਗਾ ਜਿਹਨੂੰ ਆਪਾਂ ਸਰਬਰਾ ਨੰਬਰਦਾਰ ਕਹਿੰਦੇ ਨੇ, ਉਹ ਬਣਾਇਆ ਜਾ ਸਕਦਾ ਹੈ। ਕਿਤੇ ਨੰਬਰਦਾਰ ਆਪਣੀਆਂ ਡਿਊਟੀਆਂ ਨਿਭਾਉਣ ਤੋਂ ਅਸਮਰਥ ਹੋ ਜਾਂਦਾ ਹੈ,
ਅਸਮਰਥ ਨਹੀਂ ਕਹਿ ਸਕਦੇ, ਮਤਲਬ ਬਜ਼ੁਰਗ ਹੋ ਜਾਂਦਾ, ਔਖਾ ਲੱਗਦਾ ਉਸਨੂੰ, ਜਾਂ ਕਿਤੇ ਬਾਹਰ ਉੱਧਰ ਜਾਣਾ ਪੈਂਦਾ ਤਾਂ ਆਪਣੇ ਕਿਸੇ ਵਿਅਕਤੀ ਨੂੰ, ਆਪਣੇ ਕਿਸੇ ਲੜਕੀ ਨੂੰ, ਵੱਡੇ ਲੜਕੀ ਨੂੰ, ਕਿਸੇ ਹੋਰ ਵਿਅਕਤੀ ਨੂੰ ਵੀ ਜਿਹੜਾ ਹੈਗਾ ਸਰਬਰਾਹ ਨੰਬਰਦਾਰ ਨਿਯੁਕਤ ਕਰ ਸਕਦਾ ਹੈਗਾ। ਡਿਵੀਜ਼ਨ ਆਫ ਪਚੋਤਰਾ, ਜਿੱਥੇ ਕਿਤੇ ਸਰਬਰਾਹ ਨੰਬਰਦਾਰ ਨਿਯੁਕਤ ਕੀਤਾ ਜਾਵੇ ਤਾਂ ਪਚੋਤਰਾ ਲੈਣ ਦਾ ਹੱਕਦਾਰ ਕੌਣ ਹੁੰਦਾ ਹੈ? ਰੂਟੀਨ ਦੇ ਵਿੱਚ ਜਨਰਲ ਲਾਅ ਤਾਂ ਇਹੀ ਹੈਗਾ ਵੀ ਪਚੋਤਰਾ ਉਹੀ ਲੈਂਦਾ ਜਿਹੜਾ ਕੰਮ ਕਰਦਾ ਹੈ, ਪਰ ਜਦੋਂ ਕਿਤੇ ਕੰਪਰੋਮਾਈਜ਼ ਦੀ ਗੱਲ ਆ ਜਾਂਦੀ ਹੈ, ਜਦੋਂ ਜਿਹੜਾ ਹੈਗਾ ਸਰਬਰਾਹ ਨੰਬਰਦਾਰ ਨਿਯੁਕਤ ਕੀਤਾ ਜਾਂਦਾ, ਉਸ ਵੇਲੇ ਅਰਜੀ ਦਿੱਤੀ ਜਾਂਦੀ ਹੈ ਨੰਬਰਦਾਰ ਦੇ ਵੱਲੋਂ ਵੀ ਜਿਹੜਾ ਪਚੋਤਰਾ ਇਕੱਠਾ ਹੋਏਗਾ ਉਹਦਾ ਇੰਨਾ ਜਿਹੜਾ ਪਾਰਟ ਹੈਗਾ ਉਹ ਮੇਰੇ ਕੋਲ ਰਹੇਗਾ, ਜਿਹੜਾ ਬਾਕੀ ਪਾਰਟ ਹੈਗਾ ਉਹ ਜਿਹੜਾ ਸਰਬਰਾਹ ਨੰਬਰਦਾਰ ਬਣੇਗਾ ਉਹਦੇ ਕੋਲ ਰਹੇਗਾ। ਉਸ ਵੇਲੇ ਜਿਹੜਾ ਕਲੈਕਟਰ ਵੱਲੋਂ ਜਿਹੜਾ ਆਰਡਰ ਕੀਤਾ ਜਾਂਦਾ ਹੈ ਸਰਬਰਾਹ ਨੰਬਰਦਾਰ ਦਾ, ਉਹਦੇ ਆਰਡਰ ਦੇ ਵਿੱਚ ਇਹ ਸਪੈਸੀਫਾਈ ਕੀਤਾ ਜਾਂਦਾ ਹੈ। ਰਿਮੂਵਲ ਆਫ ਸਬਸਟੀਚਿਊਟ, ਜਿਹੜਾ ਸਬਸਟੀਚਿਊਟ ਜਿਹਨੂੰ ਸਰਬਰਾਹ ਨੰਬਰਦਾਰ ਨਿਯੁਕਤ ਕੀਤਾ ਗਿਆ ਹੈ ਉਸ ਨੂੰ ਕਿਸੇ ਵੀ ਵੇਲੇ ਡਿਪਟੀ ਕਮਿਸ਼ਨਰ ਵੱਲੋਂ ਜਿਹੜਾ ਹੈਗਾ ਰਿਮੂਵ ਕੀਤਾ ਜਾ ਸਕਦਾ ਹੈ ਔਨ ਦਾ ਐਪਲੀਕੇਸ਼ਨ ਆਫ ਦਾ ਕੰਸਰਨਡ ਨੰਬਰਦਾਰ, ਜਾਂ ਫਿਰ ਸੁਮੋਟੋ ਔਨ ਦਾ ਰਿਪੋਰਟ ਆਫ ਪਟਵਾਰੀ ਹਲਕਾ ਵਗੈਰਾ ਵਗੈਰਾ। ਠੀਕ ਹੈ, ਡਿਪਟੀ ਕਮਿਸ਼ਨਰ ਉਸ ਨੂੰ ਰਿਮੂਵ ਕਰ ਸਕਦਾ ਹੈਗਾ ਜਦੋਂ ਉਹ ਜਿਹੜਾ ਕੰਮ ਕਰ ਹੈਗਾ ਸਹੀ ਤਰੀਕੇ ਨਾਲ ਨਾ ਕਰਦਾ ਹੋਵੇ। ਰੈਜਿਗਨੇਸ਼ਨ ਆਫ ਦਾ ਹੈਡਮੈਨ ਕਿਸੇ ਵੀ ਸਟੇਜ ਤੇ ਵੈਨ ਏ ਹੈਡਮੈਨ ਰਿਜ਼ਾਈਨਸ ਹੀ ਜਰਲੀ ਆਸਕ ਫਾਰ ਦਾ ਅਪਾਇੰਟਮੈਂਟ ਆਫ ਹਿਸ ਸਨ ਟੂ ਸਕਸੀਡ ਹਿਮ। ਜਲੀ ਤੌਰ ਤੇ ਜਦੋਂ ਉਹ ਰਿਜ਼ਾਈਨ ਕਰਦਾ ਹੈਗਾ ਤਾਂ ਉਸਨੂੰ ਪੁੱਛਿਆ ਜਾਂਦਾ ਹੈ ਵੀ ਤੂੰ ਆਪਣੇ ਲੜਕੇ ਨੂੰ ਹੈਡਮੈਨ ਬਣਾਉਣਾ ਹੈਗਾ, ਪਰ ਜਿਹੜਾ ਹੁਣ ਜਿਹੜਾ ਲਾਅ ਹੈਗਾ ਜਿਹੜੀ ਹੈਰੀਡਿਟਰੀ ਕਲੇਮ ਹੈਗਾ ਉਹ ਨਹੀਂ ਰਿਹਾ ਹੈਗਾ, ਪਰ ਪ੍ਰੈਫਰੈਂਸ ਦਿੱਤੀ ਜਾ ਸਕਦੀ ਹੈ। ਠੀਕ ਹੈ, ਪਰ ਇਹ ਨਹੀਂ ਹੈਗਾ ਵੀ ਕਿਸੇ ਹੈਰੀਡਿਟਰੀ ਨੂੰ ਹੀ ਅਸੀਂ ਨੰਬਰਦਾਰ ਨਿਯੁਕਤ ਕਰਾਂਗੇ। ਐਵਰੀਬਾਡੀ ਕੈਨ ਅਪਲਾਈ ਫਾਰ ਦਾ ਪੋਸਟ ਆਫ ਦਾ ਹੈਡਮੈਨ। ਡਿਸਮਿਸਲ ਆਫ ਦਾ ਹੈਡਮੈਨ, ਕਿਹੜੇ ਕੇਸ ਨੇ ਜਦੋਂ ਅਸੀਂ ਡਿਸਮਿਸ ਕਰ ਸਕਦੇ ਹਾਂ ਇਸਨੂੰ ਹੈਡਮੈਨ ਕਲੈਕਟਰ ਵੱਲੋਂ? ਲਾਸ ਆਫ ਦਾ ਸਟੇਟ ਲੈਂਡ ਓਨਰਸ ਇਨ ਦਾ ਸਟੇਟ, ਪਾਵਰਟੀ ਜਾਂ ਗਰੀਬ ਹੋ ਜਾਵੇ, ਉਹਦੇ ਕੋਲ ਜਾਇਦਾਦ ਨਾ ਰਹੇ। ਠੀਕ ਹੈ, ਜਾਂ ਪਰਸਿਸਟੈਂਟ ਨੈਗਲੈਕਟ ਆਫ ਦਾ ਡਿਊਟੀ, ਕ੍ਰਾਈਮ ਕਰ ਦੇਵੇ, ਕੋਈ ਜੁਰਮ ਕਰ ਦੇਵੇ, ਉਹਦੇ ਖਿਲਾਫ ਕੋਈ ਕ੍ਰਿਮੀਨਲ ਕੇਸ ਦੇ ਵਿੱਚ ਸਾਲ ਤੋਂ ਵੱਧ ਜਿਹੜੀ ਸਜ਼ਾ ਹੋ ਜਾਵੇ। ਦੈਨ ਪਾਵਰਟੀ ਐਜ਼ ਗਰਾਊਂਡ ਆਫ ਦਾ ਡਿਸਮਿਸਲ, ਪਾਵਰਟੀ ਇੱਕ ਬਹੁਤ ਵੱਡੀ ਗਰਾਊਂਡ ਹੈਗੀ ਹੈ ਨੰਬਰਦਾਰ ਨੂੰ ਡਿਸਮਿਸਲ ਕਰਨ ਦੀ। ਇਹਦਾ ਕੀ ਰੀਜ਼ਨ ਕੀ ਸੀਗਾ? ਰੀਜ਼ਨ ਇਹੀ ਹੁੰਦਾ ਸੀਗਾ ਵੀ ਲੈਂਡ ਜਿਹੜਾ ਹੈਡਮੈਨ ਸੀਗਾ ਉਹਦੇ ਕੋਲੇ ਜਿਹੜੀ ਕਲੈਕਸ਼ਨ ਆਫ ਲੈਂਡ ਰੈਵਨਿਊ ਹੁੰਦੀ ਸੀ, ਸਰਕਾਰ ਦਾ ਜਿਹੜਾ ਖਰਚਾ, ਸਰਕਾਰ ਦਾ ਜਿਹੜਾ ਪੈਸਾ ਸੀਗਾ ਉਹਦੇ ਕੋਲ ਕਲੈਕਸ਼ਨ ਹੁੰਦੀ ਸੀਗੀ। ਠੀਕ ਹੈ, ਪਰ ਉਹਦੇ ਵਿੱਚ ਚਾਂਸਸ ਬਣ ਜਾਂਦੇ ਸੀ ਜਦੋਂ ਆਪਣੀ ਜ਼ਮੀਨ ਜਾਇਦਾਦ ਸਾਰੀ ਵੇਚ ਦਿੰਦਾ ਸੀਗਾ ਜਾਂ ਮੌਰਗੇਜ ਕਰ ਦਿੰਦਾ ਸੀਗਾ, ਫਿਰ ਜਿਹੜਾ ਨੰਬਰਦਾਰ ਰਹਿਣ ਦੇ ਉਹ ਯੋਗ ਨਹੀਂ ਹੁੰਦਾ ਸੀ, ਉਹਨੂੰ ਡਿਸਮਿਸ ਕਰ ਦਿੱਤਾ ਜਾਂਦਾ ਸੀਗਾ। ਗਹਿਣੇ ਕਦੋਂ ਕਰਦਾ ਸੀ? ਜਦੋਂ ਉਹਨੂੰ ਕੋਈ ਚਾਂਸ, ਉਹਦੇ ਕੋਲੇ ਕੋਈ ਪੈਸੇ ਦੀ ਪ੍ਰੋਬਲਮ ਆਉਂਦੀ ਸੀਗੀ ਤਾਂ ਉਹ ਜਿਹੜਾ ਹੈਗਾ ਆਪਣਾ ਪ੍ਰੋਪਰਟੀ ਗਹਿਣੇ ਪਾ ਦਿੰਦਾ ਸੀਗਾ। ਪਨਿਸ਼ਮੈਂਟ ਫਾਰ ਦਾ ਨੈਗਲੈਕਟ ਆਫ ਡਿਊਟੀ, ਕਿਸੇ ਵੀ ਨੰਬਰਦਾਰ ਨੂੰ ਜਦੋਂ ਆਪਣੀ ਡਿਊਟੀ ਨੈਗਲੈਕਟ ਕਰਦਾ ਹੈਗਾ ਤਾਂ ਉਸ ਨੂੰ ਪਨਿਸ਼ਮੈਂਟ ਕੀਤੀ ਜਾ ਸਕਦੀ ਹੈ ਬਾਈ ਦਾ ਫੋਰਫੀਚਰ ਆਫ ਦਾ ਹੋਲ ਔਰ ਐਨੀ ਪਾਰਟ ਆਫ ਦਾ ਪਚੋਤਰਾ। ਠੀਕ ਹੈ, ਉਹਦਾ ਜਿਹੜਾ ਪਚੋਤਰਾ ਸੀਗਾ ਉਹ ਫੋਰਫਿਟ ਕੀਤਾ ਜਾ ਸਕਦਾ ਹੈ, ਜਾਂ ਬਾਈ ਸਸਪੈਂਸ਼ਨ ਫਰੋਮ ਆਫਿਸ ਫॉर ਅ ਟਰਮ ਨਾਟ ਐਕਸੀਡਿੰਗ 1 ਈਅਰ, ਜਾਂ 1 ਸਾਲ ਦੇ ਲਈ ਉਸਨੂੰ ਸਸਪੈਂਡ ਕੀਤਾ ਜਾ ਸਕਦਾ ਹੈ ਨੰਬਰਦਾਰੀ ਤੋਂ। 290 ਦੇ ਵਿੱਚ ਹੈਗਾ ਕਮਿਸ਼ਨ ਆਫ ਕ੍ਰਿਮੀਨਲ ਅਫੈਂਸਸ ਐਜ਼ ਗਰਾਊਂਡ ਆਫ ਦਾ ਡਿਸਮਿਸਲ, ਜਿਹਦਾ ਕੋਈ ਜਿਹੜਾ ਨੰਬਰਦਾਰ ਹੈਗਾ ਕਿਸੇ ਕ੍ਰਿਮੀਨਲ ਅਫੈਂਸ ਦੇ ਵਿੱਚ ਸ਼ਾਮਲ ਹੋ ਜਾਂਦਾ ਹੈ। ਠੀਕ ਹੈ, ਉਸ ਬੇਸ ਤੇ ਵੀ ਜਿਹੜੀ ਉਹਦੀ ਹੈਗੀ ਡਿਸਮਿਸਲ ਹੋ ਜਾਂਦੀ ਹੈ। 291 ਦੀ ਫਿਲਿੰਗ ਅਪ ਵੇਕੈਂਟ ਪੋਸਟ, ਜਦੋਂ ਕੋਈ ਨੰਬਰਦਾਰ ਦੀ ਜਿਹੜੀ ਵੈਕੈਂਸੀ ਹੈ ਕਿਸੇ ਪਿੰਡ ਦੀ ਖਾਲੀ ਹੋ ਜਾਂਦੀ ਹੈ ਤਾਂ ਉਹਦੀ ਜਿਹੜੀ ਹੈਗੀ ਹੈ ਉਹਨੂੰ ਭਰ ਦਿੱਤੀ ਜਾਂਦੀ ਹੈ। ਇਹਦੀ ਜਿਹੜੀ ਤਹਿਸੀਲਦਾਰ ਦੀ ਮੇਨ ਡਿਊਟੀ ਬਣ ਜਾਂਦੀ ਹੈ ਰਾਹੀਂ ਪਟਵਾਰੀ ਹਲਕਾ ਦੀ ਜ਼ਿੰਮੇਵਾਰੀ ਹੁੰਦੀ ਹੈ ਕੋਈ ਨੰਬਰਦਾਰ ਦੀ ਡੈਥ ਹੋ ਜਾਂਦੀ ਹੈ ਉਹਦੀ ਰਿਪੋਰਟ ਹੈ ਤਹਿਸੀਲਦਾਰ ਨੂੰ ਕੀਤੀ ਜਾਵੇ ਤੇ ਤਹਿਸੀਲਦਾਰ ਵੱਲੋਂ ਜਿਹੜੀ ਉਹਦੀ ਰਿਕਮੈਂਡੇਸ਼ਨ ਕਰਕੇ ਫਿਰ ਉਹ ਪੋਸਟ ਖਾਲੀ ਕਰਨ ਦੇ ਲਈ, ਪਰ ਖਾਲੀ ਪੋਸਟ ਨੂੰ ਭਰਨ ਦੇ ਲਈ ਕਲੈਕਟਰ ਨੂੰ ਰਿਪੋਰਟ ਕੀਤੀ ਜਾਂਦੀ ਹੈ ਤੇ ਉਹਦੀ ਥਾਂ ਜਿਹੜਾ ਨਵਾਂ ਨੰਬਰਦਾਰ ਹੈ ਅੰਡਰ ਦਾ ਰੂਲਸ ਉਹ ਭਰਤੀ ਕਰ ਦਿੱਤਾ ਜਾਂਦਾ ਹੈ। ਸੈਕਸ਼ਨ 323H ਕੀ ਹੈਗਾ ਅਪਾਇੰਟਮੈਂਟ ਟੂ ਦਾ ਵੈਕੈਂਟ ਪੋਸਟ ਸ਼ੁੱਡ ਨਾਟ ਬੀ ਡਿਲੇਡ। ਇੱਥੇ ਕਿਹਾ ਗਿਆ ਵੀ ਜਿਹੜੀ ਨੰਬਰਦਾਰ ਦੀ ਪੋਸਟ ਹੈਗੀ ਹੈ ਇਹ ਇੰਪੋਰਟੈਂਟ ਡਿਊਟੀਆਂ ਹੁੰਦੀਆਂ ਨੰਬਰਦਾਰ ਦੀਆਂ ਬਹੁਤ ਸਾਰੀਆਂ, ਜਿਹਦੇ ਵਿੱਚ ਕੰਮਾਂ ਕਾਰਾਂ ਦੀ ਦਿੱਕਤ ਆਉਂਦੀ ਹੈ। ਰੈਵਨਿਊ, ਖਾਸ ਕਰਕੇ ਰੈਵਨਿਊ ਜਿਹੜੇ ਆਫੀਸਰ ਹੁੰਦੇ ਆ ਉਹਨਾਂ ਨੂੰ ਨੰਬਰਦਾਰ ਦੀ ਪੋਸਟ ਖਾਲੀ ਹੋਣ ਦੇ ਨਾਲ ਬਹੁਤ ਸਾਰੀਆਂ ਪ੍ਰੋਬਲਮਾਂ ਆਉਂਦੀਆਂ ਨੇ। ਇਸ ਕਰਕੇ ਜਿਹੜੀ ਹੈਡਮੈਨ ਸ਼ੁੱਡ ਬੀ ਫਿਲਡ ਕੁਇਕਲੀ, ਜਿਹੜੀ ਇਹਦੀ ਪੋਸਟ ਹੈ ਉਹ ਜਲਦੀ ਭਰ ਦੇਣੀ ਚਾਹੀਦੀ ਹੁੰਦੀ ਹੈ। ਰਿਕਮੈਂਡੇਸ਼ਨ ਕੀਤੀਆਂ ਜਾਂਦੀਆਂ ਨੇ ਤਹਿਸੀਲਦਾਰ ਦੇ ਵੱਲੋਂ, ਨਾਇਬ ਤਹਿਸੀਲਦਾਰ ਦੇ ਵੱਲੋਂ। ਠੀਕ ਹੈ, ਤੇ ਅਪਾਇੰਟਮੈਂਟ ਥਰੂ ਰਿਕਮੈਂਡੇਸ਼ਨ ਕਰਕੇ ਥਰੂ ਐਸਡੀਐਮ ਜਿਹੜੀ ਇਹ ਰਿਪੋਰਟ ਹੈਗੀ ਹੈ ਇਹ ਕਲੈਕਟਰ ਨੂੰ ਭੇਜੀ ਜਾਂਦੀ ਹੈ। ਕਲੈਕਟਰ ਕੋਲੇ ਇਹ ਹੈਗਾ ਵੀ 2 ਮਹੀਨੇ ਦੇ ਅੰਦਰ ਅੰਦਰ ਜਿਹੜੀ ਰਿਪੋਰਟ ਹੈਗੀ ਹੈ ਘੱਟੋ ਘੱਟ ਪੋਸਟ ਖਾਲੀ ਹੋਣ ਤੋਂ ਬਾਅਦ 2 ਮਹੀਨੇ ਦੇ ਅੰਦਰ ਅੰਦਰ ਜਿਹੜੀ ਰਿਪੋਰਟ ਹੈ ਉਹ ਕਲੈਕਟਰ ਕੋਲ ਚਲੀ ਜਾਣੀ ਚਾਹੀਦੀ ਹੁੰਦੀ ਹੈ, ਫਿਰ ਤਾਂ ਕਿ ਜਿਹੜਾ ਕਲੈਕਟਰ ਹੈਗਾ ਪਾਰਟੀਆਂ ਨੂੰ ਸੁਣ ਕੇ ਜੇ ਕੋਈ ਕੈਂਡੀਡੇਟ ਜਾਂ ਇੱਕ ਤੋਂ ਵੱਧ ਹੋਣ ਤਾਂ ਕਿ ਜਿਹੜਾ ਨੰਬਰਦਾਰ ਜਿਹੜੀ ਪੋਸਟ ਹੈ ਉਹ ਖਾਲੀ ਭਰੀ ਜਾ ਸਕੇ। ਹੈਰੀਡਿਟਰੀ ਕਲੇਮ ਦੀ ਗੱਲ ਕੀਤੀ ਗਈ ਹੈ। ਆਮ ਤੌਰ ਤੇ ਪਹਿਲਾਂ ਕੀ ਹੁੰਦਾ ਸੀਗਾ ਵੀ ਜਿਹੜਾ ਵੱਡਾ ਲੜਕਾ ਹੁੰਦਾ ਸੀਗਾ
ਇੱਕ ਹੈਗਾ ਜਿਵੇਂ ਅਕਸਰ ਹੁੰਦਾ ਸੀ ਜਿਵੇਂ ਰਾਜੇ ਖਾਨਦਾਨਾਂ ਵਿੱਚ ਹੁੰਦਾ ਜਿਹੜਾ ਵੱਡਾ ਲੜਕਾ ਹੁੰਦਾ ਉਹੀ ਰਾਜਾ ਬਣਦਾ ਹੈ। ਠੀਕ ਹੈ, ਇਸ ਤਰ੍ਹਾਂ ਹੀ ਇੱਕ ਨੰਬਰਦਾਰੀ ਦੇ ਵਿੱਚ ਨੰਬਰਦਾਰੀ ਸਿਸਟਮ 'ਚ ਹੀ ਪਹਿਲੇ ਪੁਰਾਣੇ ਜ਼ਮਾਨੇ 'ਚ ਚੱਲਿਆ ਜਾਂਦਾ ਸੀਗਾ ਵੀ ਜੇ ਨੰਬਰਦਾਰ ਦੀ ਡੈਥ ਹੋ ਜਾਂਦੀ ਤਾਂ ਜਿਹਦਾ ਵੱਡਾ ਲੜਕਾ ਹੁੰਦਾ ਉਸਨੂੰ ਨੰਬਰਦਾਰ ਬਣਾਇਆ ਜਾਂਦਾ। ਪਰ ਹੁਣ ਇਹ ਜਿਹੜਾ ਸਿਸਟਮ ਹੈਗਾ ਇਹ ਖਤਮ ਹੋ ਚੁੱਕਿਆ ਹੈਗਾ। ਸਟੇਟਸ ਚੀਫਲੀ ਔਰ ਹੋਲੀ ਓਨਡ ਬਾਈ ਦਾ ਗਵਰਨਮੈਂਟ। Much weight is attached to the hereditary claim. The eldest fit son of the late Nambardar should ordinarily be appointed. ਠੀਕ ਹੈ, ਪਰ ਹੁਣ ਜਿਹੜਾ ਇਹ ਹੈਗਾ ਪ੍ਰੀਮੋਗੇਟਰੀ ਜਿਹੜਾ ਸਿਸਟਮ ਹੈਗਾ ਇਹ ਖਤਮ ਹੋ ਚੁੱਕਿਆ। ਹੁਣ ਕੋਈ ਵੀ ਵਿਅਕਤੀ ਜਿਹੜਾ ਨੰਬਰਦਾਰ ਦੀ ਪੋਸਟ ਖਾਲੀ ਹੋਣ ਤੇ ਅਰਜੀ ਦੇ ਸਕਦਾ। ਓਪਨਲੀ ਜਿਹੜੀ ਹੈਗੀ ਆ ਇਹ ਮਨਾਦੀ ਕਰਾਈ ਜਾਂਦੀ ਹੈ ਤਹਿਸੀਲਦਾਰ ਵੱਲੋਂ। ਵੋਟਸ ਮਸਟ ਨਾਟ ਬੀ ਟੇਕਨ, ਕੋਈ ਵੋਟਿੰਗ ਨਹੀਂ ਕੀਤੀ ਜਾਂਦੀ ਜਦੋਂ ਨੰਬਰਦਾਰ ਦੀ ਨਿਯੁਕਤੀ ਹੁੰਦੀ ਹੈ। ਕੋਈ ਵੋਟਿੰਗ ਨਹੀਂ ਕੀਤੀ ਜਾਂਦੀ, ਅਪਾਇੰਟਮੈਂਟ ਕਰਨੀ ਹੁੰਦੀ ਹੈ ਤਾਂ ਜਿਹੜੀ ਰਿਕਮੈਂਡੇਸ਼ਨ ਕੀਤੀ ਜਾਂਦੀ ਹੈ ਤਹਿਸੀਲਦਾਰ ਦੇ ਵੱਲੋਂ। ਅਪਾਇੰਟਮੈਂਟ ਆਫ ਅ ਫੀਮੇਲ, ਅਪਾਇੰਟਮੈਂਟ ਆਫ ਫੀਮੇਲ ਵੀ ਨੰਬਰਦਾਰ ਹੋ ਸਕਦੇ ਹੈਗੇ ਆ। ਫੀਮੇਲਸ ਆਰ ਆਰਡੀਨਰੀ ਇਨਐਲੀਜੀਬਲ। ਪਹਿਲਾ ਜ਼ਮਾਨਾ ਸੀ, ਹੁਣ ਸਾਰੀਆਂ ਅਮੈਂਡਮੈਂਟ ਹੋ ਚੁੱਕੀਆਂ ਨੇ। ਹੁਣ ਜਿਹੜੀ ਨੰਬਰਦਾਰ ਹੈ ਫੀਮੇਲ ਹੈ ਐਲੀਜੀਬਲ ਹੈਗੀ ਹੈ, ਉਹਦੀ ਵੀ ਅਪਾਇੰਟਮੈਂਟ ਹੋ ਸਕਦੀ ਹੈ, ਉਹ ਵੀ ਨੰਬਰਦਾਰ ਦੀ ਪੋਸਟ ਤੇ ਅਪਾਇੰਟ ਹੋ ਸਕਦੀ ਹੈ। ਅਪਾਇੰਟਮੈਂਟ ਵੈਨ ਹੈਰੀਟਰੀ ਕਲੇਮਸ ਆਰ ਸੈਟ ਅਸਾਈਡ, where hereditary claims do not exist or have to be set aside, the considerations governing hereditary claim ਜਿਹੜੇ ਹੈਗੇ ਉਹ ਖਤਮ ਹੋ ਚੁੱਕੇ ਹਨ। claims of the transferees, claims of the transferees ਕੀ ਹੁੰਦੇ ਆ? ਜਦੋਂ ਕਿਤੇ ਜਿਹੜਾ ਹੈਡਮੈਨ ਹੁੰਦਾ ਉਹ ਡਿਫਾਲਟਰ ਬਣ ਜਾਂਦਾ ਹੈ। ਠੀਕ ਹੈ, ਡਿਫਾਲਟਰ ਹੋਣ ਦੇ ਨਾਲ ਕੀ ਹੁੰਦਾ, ਉਹਦੇ ਤੋਂ ਜਿਹੜੇ ਲੈਂਦੇ ਨੂੰ ਸਰਕਾਰ ਨੇ ਕੋਈ ਲੈਣਾ ਹੁੰਦਾ ਹੈ ਜਾਂ ਉਹਨੇ ਕਲੈਕਸ਼ਨ ਕੀਤੀ ਹੁੰਦੀ ਹੈ ਪਿੰਡ ਦੇ ਲੋਕਾਂ ਤੋਂ। ਠੀਕ ਹੈ, ਪਰ ਉਹ ਸਰਕਾਰੀ ਖਜ਼ਾਨੇ 'ਚ ਅਦਾ ਨਹੀਂ ਕਰਦਾ। ਫਿਰ ਕੀ ਹੁੰਦਾ, ਜਿਹੜੀ ਉਹਦੀ ਆਪਣੀ ਲੈਂਡ ਹੈ ਜਿਸ ਲੈਂਡ ਦੇ ਸੰਬੰਧ ਵਿੱਚ ਉਸ ਨੂੰ ਨੰਬਰਦਾਰ ਬਣਾਇਆ ਗਿਆ ਸੀਗਾ। ਠੀਕ ਹੈ, ਉਹ ਜਿਹੜੀ ਲੈਂਡ ਹੁੰਦੀ ਹੈ ਉਹ ਸੈਕਸ਼ਨ 71 ਸ਼ਾਇਦ ਮੇਰੇ ਖਿਆਲ ਹੈਗਾ ਲੈਂਡ ਓਨਰ ਐਕਟ, ਤੁਸੀਂ ਦੇਖ ਲਿਓ ਇੱਕ ਵਾਰੀ। ਸੈਕਸ਼ਨ 71 ਦੇ ਵਿੱਚ ਕੀ ਹੈਗਾ, ਉਹ ਜਿਹੜੀ ਲੈਂਡ ਉਹਦੀ ਨਾਲ ਦੇ ਕਿਸੇ ਲੈਂਡ ਓਨਰ ਨੂੰ ਟ੍ਰਾਂਸਫਰ ਕਰ ਦਿੱਤੀ ਜਾਂਦੀ ਹੈ ਫਾਰ ਦਾ ਟਾਈਮ ਬਿੰਗ। ਵੀ ਜਿਹੜੀ ਉਹਦੇ ਤੋਂ ਪ੍ਰੋਡਿਊਸ ਹੋਏਗੀ ਉਹ ਪ੍ਰੋਡਿਊਸ ਦੀ ਜਿਹੜੀ ਪੈਦਾਵਾਰ ਹੈਗੀ ਆ ਉਹਦੇ ਵਿੱਚੋਂ ਕੁਛ ਪੋਰਸ਼ਨ ਰੱਖ ਕੇ ਤੋਂ ਬਾਕੀ ਜਿਹੜੀ ਰਕਮ ਹੈਗੀ ਆ ਨੰਬਰਦਾਰ ਦੇ ਵੱਲ ਜਿਹੜਾ ਏਰੀਆ ਬਕਾਇਆ ਖੜਾ ਉਹਦੇ ਵਿੱਚ ਅਦਾ ਕੀਤੀ ਜਾਏਗੀ ਉਹਦੇ ਵੱਲੋਂ। ਜਾਂ ਫਿਰ ਨੰਬਰਦਾਰ ਕਿਤੇ ਆਪਣੀ ਜਿਹੜੀ ਪ੍ਰਾਪਰਟੀ ਹੈਗੀ ਆ ਆਪਣੀ ਲੈਂਡ ਹੈਗੀ ਆ ਕਿਸੇ ਨੂੰ ਮੌਰਗੇਜ ਕਰ ਦਿੰਦਾ ਹੈ, ਤਾਂ ਜਿਹੜਾ ਮੌਰਗੇਜ ਹੀ ਹੁੰਦਾ ਹੈ ਜਾਂ ਜਿਸ ਵਿਅਕਤੀ ਨੂੰ ਇਹਦੀ ਲੈਂਡ ਟ੍ਰਾਂਸਫਰ ਕੀਤੀ ਹੋਈ ਹੁੰਦੀ ਹੈ ਉਹ ਬੰਦੇ ਕਲੇਮ ਕਰ ਸਕਦੇ ਨੇ ਨੰਬਰਦਾਰ ਦੀ ਪੋਸਟ ਦੇ ਉੱਪਰ ਫਾਰ ਦਾ ਟਾਈਮ ਬਿੰਗ ਵੀ ਸਾਨੂੰ ਇਹਦੀਆਂ ਜਿਹੜੇ ਪਾਵਰਾਂ ਦਿੱਤੀਆਂ ਜਾਣ। ਤਾਂ ਡਿਪਟੀ ਕਮਿਸ਼ਨਰ ਕੁਝ ਸਮੇਂ ਦੇ ਜਿਹੜੀਆਂ ਉਹਨਾਂ ਪਾਵਰਾਂ ਹੈਗੀਆਂ ਉਸ ਨੰਬਰਦਾਰ ਦੀਆਂ ਉਹਨਾਂ ਵਿਅਕਤੀਆਂ ਨੂੰ ਜਿਨ੍ਹਾਂ ਨੂੰ ਜ਼ਮੀਨ ਟ੍ਰਾਂਸਫਰ ਕੀਤੀ ਜਾਂਦੀ ਹੈ ਦੇ ਸਕਦੇ ਆ। 297 ਰਿਡਕਸ਼ਨ ਇਨ ਦਾ ਹੈਡਮੈਨ ਵੈਨ ਨੰਬਰ ਇਜ਼ ਐਕਸੀਡਿੰਗ ਡਿਫਿਕਲਟ, ਜਦੋਂ ਬਹੁਤ ਸਾਰਾ ਜਿਹੜੇ ਨੰਬਰਦਾਰ ਬਣ ਜਾਣ। ਇਹ ਕਦੋਂ ਜ਼ਿਆਦਾ ਬਣ ਜਾਂਦੇ ਸੀ, ਜਦੋਂ ਪਿੰਡ ਦੀ ਕਿਸੇ ਦੀ ਸੈਟਲਮੈਂਟ ਹੁੰਦੀ ਸੀਗੀ, ਉਦੋਂ ਸੈਟਲਮੈਂਟ ਆਫੀਸਰ ਕੋਲ ਅਧਿਕਾਰ ਹੁੰਦਾ ਸੀਗਾ, ਉਹ ਸਿੱਧਾ ਹੀ ਸੈਟਲਮੈਂਟ ਆਫੀਸਰ ਨੰਬਰਦਾਰ ਨਿਯੁਕਤ ਕਰ ਲੈਂਦਾ ਸੀਗਾ। ਠੀਕ ਹੈ, ਉਦੋਂ ਕੀ ਹੋਇਆ ਕਈ ਵਾਰੀ ਐਕਸੈਸ ਨੰਬਰਦਾਰ ਬਣ ਜਾਂਦੇ ਆ, ਫਿਰ ਇਹਦੀ ਜਿਹੜੀ ਰਿਡਕਸ਼ਨ ਕੀਤੀ ਜਾਂਦੀ ਹੈ, ਨੰਬਰਦਾਰ ਨੂੰ ਘਟਾਇਆ ਜਾਂਦਾ ਹੈਗਾ। ਨੀਡਲੈਸ ਮਲਟੀਫਿਕੇਸ਼ਨ ਜਿਹੜੀ ਹੈਗੀ ਹੈ ਉਹ ਖਤਮ ਕੀਤੀ ਜਾਂਦੀ ਹੈ। ਜਿੰਨੀਆਂ ਪੋਸਟਾਂ ਦੀ ਜ਼ਰੂਰਤ ਹੁੰਦੀ ਹੈ, ਜਿਹੜਾ ਨੰਬਰਦਾਰ ਪਿੰਡ ਚਾਹੀਦੇ ਹੁੰਦੇ ਆ ਉਹਨੇ ਰੱਖ ਕੇ ਬਾਕੀ ਜਿਹੜੇ ਨੰਬਰਦਾਰਾਂ ਦੀ ਜਿਹੜਾ ਬਣਾ ਕੇ ਰਿਪੋਰਟ ਬਣਾ ਕੇ ਉਹ ਕਲੈਕਟਰ ਨੂੰ ਭੇਜਿਆ ਜਾਂਦਾ ਤਾਂ ਕਿ ਉਹਨੂੰ ਹਟਾ ਦਿੱਤਾ ਜਾਵੇ। ਚੀਫ ਹੈਡਮੈਨ, ਉਸੇ ਸਮੇਂ ਦੇ ਵਿੱਚ ਜਦੋਂ ਸੈਟਲਮੈਂਟ ਹੁੰਦੀ ਸੀਗੀ ਉਦੋਂ ਨੰਬਰਦਾਰ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਗਈ ਸੀ। ਨੰਬਰਦਾਰ ਨੇ ਵੈਕੈਂਸੀ ਨੂੰ ਮਤਲਬ ਕਿ ਅਕੋਮੋਡੇਟ ਕਰਨ ਦੀ ਖਾਤਰ ਚੀਫ ਹੈਡਮੈਨ ਬਣਾਏ ਗਏ ਸੀਗੇ। ਨੰਬਰਦਾਰ ਦੇ ਵਿੱਚੋਂ ਹੀ ਕਿਸੇ ਨੂੰ ਚੀਫ ਹੈਡਮੈਨ ਬਣਾ ਦਿੱਤਾ ਜਾਂਦਾ ਸੀਗਾ। ਠੀਕ ਹੈ, ਜਿਹਨੂੰ ਆਲਾ ਨੰਬਰਦਾਰ ਵੀ ਕਹਿੰਦੇ ਸੀਗੇ। ਕੰਮ ਉਹਦੇ ਵੀ ਸੇਮ ਹੀ ਸੀਗੇ। ਫਿਰ ਆ ਗਿਆ 302 ਜੈਲਦਾਰ। ਜੈਲਦਾਰ ਰਿਪਰੈਜ਼ੈਂਟ ਦਾ ਚੌਧਰੀਜ਼ ਫਾਰਮਰ ਟਾਈਮਸ, ਪੁਰਾਣੇ ਜ਼ਮਾਨੇ 'ਚ ਇਹਨੂੰ ਚੌਧਰੀ ਨੂੰ ਵੀ ਰਿਪਰੈਜ਼ੈਂਟ ਕਰਦੇ ਸੀਗੇ। ਜੈਲਦਾਰ, ਜੈਲਦਾਰ ਕੀ ਹੁੰਦਾ ਹੈ, ਇੱਕ ਜੈਲ ਹੁੰਦੀ ਹੈ ਜਿਵੇਂ ਹੁਣ ਆਪਣੀ ਪਿੰਡ ਦੀ ਆਪਣੀ ਬਣ ਜਾਂਦੀ ਹੈ ਕਾਨੂੰਨੀ ਬਣ ਜਾਂਦੀ ਹੈ। ਠੀਕ ਹੈ, ਐਦਾਂ ਕੁਝ ਪਿੰਡਾਂ ਦੀ ਇਕੱਠੇ ਕਰਕੇ ਇੱਕ ਜੈਲ ਬਣਾ ਦਿੱਤੀ ਜਾਂਦੀ ਸੀਗੀ। ਉਹ ਜਿਹੜੀ ਪਿੰਡਾਂ ਦਾ ਇੱਕ ਮੁਖੀਆ ਹੁੰਦਾ ਸੀਗਾ ਉਹਨੂੰ ਜੈਲਦਾਰ ਕਹਿੰਦੇ ਸੀਗੇ। ਇਹ ਜਿਹੜਾ ਜੈਲਦਾਰ ਸੀਗਾ ਇਹਦੇ ਕੰਮ ਕੀ ਸੀਗੇ, ਇਹਦੇ ਕੰਮ ਸੀ ਸਰਕਾਰ ਦਾ ਤਾਲਮੇਲ ਬਣਾਉਣਾ। ਜਿਵੇਂ ਕਿਸੇ ਲੜਾਈ ਝਗੜਾ ਹੈਗਾ, ਛੋਟੇ ਛੋਟੇ ਕੰਮਾਂ ਦੇ ਵਿੱਚ ਇਹਨੂੰ ਜਿਹੜਾ ਹੈਗਾ ਮੈਡੀਏਟਰ ਨਿਯੁਕਤ ਕੀਤਾ ਜਾਂਦਾ ਸੀਗਾ ਗਵਰਨਮੈਂਟ ਵੱਲੋਂ। ਸਰਕਾਰ ਦੇ ਕੰਮਾਂ ਵਿੱਚ ਸਰਕਾਰ ਦੀ ਹੈਲਪ ਕਰਨਾ। ਠੀਕ ਹੈ, ਪਰ ਇਹਨੂੰ ਕੀ ਹੁੰਦਾ, ਜਿੰਨੇ ਇਹਦੇ ਪਿੰਡ ਹੁੰਦੇ ਸੀ, ਜਿੰਨੀ ਇਹਦੀ ਜੈਲ ਹੁੰਦੀ ਸੀਗੀ, ਉਹ ਜੈਲ ਦਾ ਜਿਹੜਾ ਲੈਂਡ ਨੂੰ ਇਕੱਠਾ ਹੁੰਦਾ ਸੀ ਉਹ ਜੋ 1 ਜਾਂ 1.5% ਜਿਹੜਾ ਹੈਗਾ ਸੀਗਾ ਇਸ ਨੂੰ ਲੈਂਡ ਨੂੰ ਜੋ ਪੇ ਕੀਤਾ ਜਾਂਦਾ ਸੀ ਜੈਲ ਦਾ। ਫਾਰਮੇਸ਼ਨ ਆਫ ਜੈਲਸ, ਜੈਲ ਮੈਂ ਪਹਿਲਾਂ ਹੀ ਗੱਲ ਦੱਸ ਚੁੱਕਾ ਤੁਹਾਨੂੰ, ਜਿਹੜੇ ਥੋੜੇ ਕੁਝ ਪਿੰਡਾਂ ਦੀ ਜਿਹੜੀ ਗਰੁੱਪ ਬਣਾ ਕੇ ਇਨ ਗਰੁੱਪਿੰਗ ਆਫ ਦਾ ਸਟੇਟਸ ਇਨਟੂ ਜੈਲ ਆਰ ਡਿਸਕ੍ਰਾਈਬਡ, ਕਿਸੇ ਕੁਝ ਪਿੰਡਾਂ ਦਾ ਜਿਹੜਾ ਗਰੁੱਪ ਬਣਾਇਆ ਜਾਂਦਾ ਸੀਗਾ ਉਸ ਗਰੁੱਪ ਨੂੰ ਜੈਲ ਕਿਹਾ ਜਾਂਦਾ ਸੀਗਾ।
ਡਿਊਟੀਜ਼ ਆਫ ਦ ਜੈਲਦਾਰ, ਡਿਊਟੀ ਕੀ ਹੁੰਦੀ ਹੈ ਜੈਲਦਾਰ ਦੀਆਂ? ਡਿਊਟੀਜ਼ ਆਫ ਜੈਲਦਾਰ ਆਰ ਸੈਟ ਫੋਰਥ ਅੰਡਰ 7 ਹੈਡਸ ਔਨ ਦਾ ਸਨਦ। ਉਹਦੀ ਜਦੋਂ ਬਣਾਇਆ ਜਾਂਦਾ ਸੀ ਜੈਲਦਾਰ, ਤਾਂ ਜਦੋਂ ਉਹਨੂੰ ਸਨਦ ਜਾਰੀ ਕੀਤੀ ਜਾਂਦੀ ਸੀਗੀ, ਉਹ ਸਨਦ ਦੇ ਵਿੱਚ ਹੀ ਜਿਵੇਂ ਹੈਡਮੈਨ ਦੇ ਜਿਵੇਂ ਨੰਬਰਦਾਰ ਬਣਾਇਆ ਜਾਂਦਾ ਹੈਗਾ, ਨੰਬਰਦਾਰ ਦੀ ਸਨਦ ਜਾਰੀ ਕੀਤੀ, ਸਨਦ ਦੇ ਵਿੱਚ ਲਿਖਿਆ ਜਾਂਦੀ ਡਿਊਟੀਆਂ ਕੀ ਕੀ ਹੈਗੀਆਂ ਨੇ। ਇਸੇ ਤਰੀਕੇ ਜਿਹੜਾ ਇਹ ਜੈਲਦਾਰ ਸੀ, ਇਹਦੇ ਵੀ ਜਿਹੜੇ ਹੈਗੇ। ਹੈਲੋ ਸਰ, ਆਵਾਜ਼ ਨਹੀਂ ਆ ਰਹੀ। ਆਵਾਜ਼ ਨਹੀਂ ਆ ਰਹੀ? ਬਾਕੀ ਨੂੰ ਆ ਰਹੀ ਹੈ ਜੀ ਆਵਾਜ਼? ਆ ਰਹੀ ਹੈ ਸਰ, ਆ ਰਹੀ ਹੈ ਸਰ, ਆ ਰਹੀ ਹੈ ਜੀ। ਹਾਂ, ਕਿਹਨੂੰ ਨਹੀਂ ਆ ਰਹੀ ਚੈੱਕ ਕਰ ਲਓ ਪਲੀਜ਼। ਸੁਰਜੀਤ ਸਿੰਘ, ਦੇਖੀਏ ਪਰ ਆਵਾਜ਼ ਨਹੀਂ ਆਉਂਦੀ। ਸੁਰਜੀਤ ਸਿੰਘ ਤੁਸੀਂ ਆਪਣਾ ਚੈੱਕ ਕਰੋ ਸਿਸਟਮ, ਆਪਣਾ ਮਾਈਕ ਵਗੈਰਾ ਚੈੱਕ ਕਰੋ ਪਲੀਜ਼। ਬਾਕੀ ਨੂੰ ਆਵਾਜ਼ ਆ ਰਹੀ ਹੈ ਤੇ ਇਟ ਮੀਨਸ ਤੁਹਾਨੂੰ ਨਹੀਂ ਆ ਰਹੀ, ਤਾਂ ਫਿਰ ਰੀਜ਼ਨ ਤੁਹਾਡੇ ਸਿਸਟਮ 'ਚ ਕੋਈ ਪ੍ਰੋਬਲਮ ਹੈਗੀ ਹੈ। ਠੀਕ ਹੈ ਜੀ, ਆਪਣਾ ਦੇਖ ਲਓ ਜਰਾ ਪਲੀਜ਼। ਡਿਊਟੀਜ਼ ਆਫ ਦਾ ਜੈਲਦਾਰ, ਜੈਲਦਾਰ ਆਰ ਸੈਟ ਫੋਰਥ ਆਰਡਰ ਨੰਬਰ 21 ਫਾਈਨੈਂਸ਼ੀਅਲ ਜਿਹੜੇ ਹੈਗੇ ਸਟੈਂਡਿੰਗ ਆਰਡਰ ਹੈਗੇ, ਉਹਦੇ 'ਚ ਦੱਸਿਆ ਗਿਆ ਪੈਰਾਗ੍ਰਾਫ 15 ਐਂਡ ਲੈਂਡ ਨੂੰ ਰੂਲ 9 ਦੇ ਵਿੱਚ ਵੀ ਦੱਸਿਆ ਗਿਆ ਜਿਹੜੀਆਂ ਡਿਊਟੀਆਂ ਨੰਬਰਦਾਰ ਦੀਆਂ ਹੁੰਦੀਆਂ, ਲਗਭਗ ਜਿਹੜੀਆਂ ਉਹੀ ਡਿਊਟੀਆਂ ਜਿਹੜੀਆਂ ਹੈ ਜੈਲਦਾਰ ਦੀਆਂ ਹੁੰਦੀਆਂ, ਵਿੱਚ ਦੇ ਰਿਸੀਵ ਔਨ ਦਾ ਅਪਾਇੰਟਮੈਂਟ। ਪਰ ਇਹ ਨੰਬਰਦਾਰੀ ਇਕੱਠੀ ਨਹੀਂ ਕਰ, ਸੌਰੀ ਮਾਮਲਾ ਨਹੀਂ ਇਕੱਠਾ ਕਰਦਾ। ਲਾਈਕ ਨੰਬਰਦਾਰ ਟੂ 8 ਇਨ ਆਲ ਦਾ ਸੋਰਟ ਦਾ ਰੈਵਨਿਊ ਵਰਕ ਦੇ ਵਿੱਚ ਕੰਮ ਦੀ ਹੈਲਪ ਕਰਦਾ ਹੈਗਾ ਗਵਰਨਮੈਂਟ ਦੀ। ਰਿਪੋਰਟ ਵੈਨ ਗਵਰਨਮੈਂਟ ਬਿਲਡਿੰਗ, ਕੋਈ ਗਵਰਨਮੈਂਟ ਦੀ ਬਿਲਡਿੰਗ ਨੂੰ, ਕੋਈ ਰੋਡ ਨੂੰ, ਕੋਈ ਬਾਉਂਡਰੀਜ਼ ਨੂੰ ਕੋਈ ਨੁਕਸਾਨ ਪਹੁੰਚਾਉਂਦਾ ਹੈ, ਉਹ ਵੀ ਇਹਦੀ ਜਿਹੜੀ ਜ਼ਿੰਮੇਵਾਰੀ ਬਣ ਜਾਂਦੀ ਹੈ। ਠੀਕ ਹੈ, ਉਹਦੀ ਜਿਹੜੀ ਆਪਦੀ ਜੈਲ ਹੈਗੀ, ਉਸ ਜੈਲ ਦੇ ਵਿੱਚ ਕੋਈ ਸਰਕਾਰੀ ਜ਼ਮੀਨ ਨੂੰ ਕੋਈ ਨੁਕਸਾਨ ਕਰਦਾ ਹੈਗਾ, ਉਹ ਸਾਰੀ ਜ਼ਿੰਮੇਵਾਰੀ ਇਹਦੀ ਬਣ ਜਾਂਦੀ ਹੈ ਰਿਪੋਰਟ ਦੇਣੀ ਸਰਕਾਰ ਨੂੰ। ਵਾਈਲ ਅਬਸਟੇਨਿੰਗ ਫਰੋਮ ਦਾ ਪਰਸਨਲ ਇੰਟਰਫੇਰੈਂਸ ਵਿਦ ਦਾ ਵਰਕ ਨੰਬਰਦਾਰ ਐਂਡ ਪਟਵਾਰੀ, ਇਟ ਇਜ਼ ਦਾ ਇਹਦੀ ਇਹ ਵੀ ਡਿਊਟੀ ਬਣ ਜਾਂਦੀ ਹੈ ਵੀ ਜਿਹੜਾ ਜਿਹੜੇ ਨੰਬਰਦਾਰ ਹੈਗੇ ਉਹ ਆਪਦੀ ਡਿਊਟੀ ਪ੍ਰੋਪਰ ਕਰ ਰਹੇ ਆ ਜਾਂ ਨਹੀਂ ਕਰ ਰਹੇ, ਉਹਦੀ ਜਿਹੜੀ ਰਿਪੋਰਟ ਹੈਗੀ ਉਹ ਵੀ ਸਰਕਾਰ ਨੂੰ ਇਹਦੇ ਵੱਲੋਂ ਦਿੱਤੀ ਜਾਂਦੀ ਹੈ। ਇਟ ਇਜ਼ ਦਾ ਡਿਊਟੀ ਟੂ ਸੀ ਦੈਟ ਦੇ ਪਰਫਾਰਮ ਇਟ ਪ੍ਰੋਪਰਲੀ। ਕੌਣ? ਨੰਬਰਦਾਰ ਤੇ ਪਟਵਾਰੀ, ਉਹਨਾਂ ਦੇ ਵਰਕ ਦੇ ਉੱਪਰ ਵੀ ਇਹ ਜਿਹੜਾ ਹੈਗਾ ਕਿ ਸਿੱਧੇ ਤੌਰ ਤੇ ਰਿਪੋਰਟ ਦੇ ਸਕਦਾ ਸੀਗਾ ਸਰਕਾਰ ਨੂੰ, ਸਰਕਾਰ ਦੇ ਆਫਿਸਰਸ ਨੂੰ। ਏਦਾਂ ਲਗਭਗ ਡਿਊਟੀਆਂ ਇਹਦੀਆਂ ਸੀਗੀਆਂ, ਪਰ ਇਹ ਲੈਂਡਰ ਨੂੰ ਕਲੈਕਟ ਨਹੀਂ ਸੀ ਕਰਦਾ। ਕੋਈ ਪਿੰਡ ਦੇ ਛੋਟੇ ਮੋਟੇ ਜਿਹੜੇ ਝਗੜੇ ਸੀਗੇ ਉਹ ਵੀ ਇਹਨਾਂ ਨੂੰ ਨਿਬੇੜਨ ਲਈ ਕਿਹਾ ਜਾਂਦਾ ਸੀ ਸਰਕਾਰ ਵੱਲੋਂ। ਡਿਊਟੀ ਆਫ ਅਟੈਂਡੈਂਸ ਔਨ ਦਾ ਆਫਿਸਰਸ ਵਿਜ਼ਿਟਿੰਗ ਦੇਅਰ ਜੈਲ, ਜਦੋਂ ਉਹਨਾਂ ਦੀ ਜੈਲ ਦੇ ਵਿੱਚ ਕਿਸੇ ਆਫਿਸਰ ਨੇ ਪਹੁੰਚਣਾ ਹੁੰਦਾ ਸੀਗਾ, ਕਿਸੇ ਕਲੈਕਟਰ ਨੇ, ਡਿਪਟੀ ਕਮਿਸ਼ਨਰ ਨੇ, ਐਸਡੀਐਮ ਨੇ, ਤਹਿਸੀਲਦਾਰ ਨੇ, ਤਾਂ ਇਹ ਉੱਥੇ ਹਾਜ਼ਰ ਹੁੰਦੇ ਸੀਗੇ ਹੈਲਪ ਕਰਨ ਦੀ ਖਾਤਰ। ਪਰਸੈਂਟੇਜ ਆਫ ਦਾ ਲੈਂਡ ਰੈਵਨਿਊ 1% ਜਾਂ 1.5% ਜਿਹੜਾ ਹੈਗਾ ਸੀਗਾ, 1.25% ਜਿਹੜਾ ਸੀਗਾ ਇੱਥੋਂ ਲੈਂਡ ਰੈਵਨਿਊ ਦੇ ਵਿੱਚੋਂ ਦਿੱਤਾ ਜਾਂਦਾ ਸੀਗਾ। ਇਹਦੇ ਨਾਲ ਹੀ ਜਿਹੜੇ ਇੱਕ ਪੋਸਟ ਹੁੰਦੀ ਸੀ ਜੈਲਦਾਰ ਦੇ ਨਾਲ ਹੀ ਇਨਾਮਦਾਰ, ਇਨਾਮਦਾਰ ਦੀ ਪੋਸਟ ਨੇ ਬਹੁਤ ਥੋੜੀ ਅਮਾਉਂਟ ਉਹਦੇ ਵਿੱਚੋਂ 1% ਦੇ ਵਿੱਚੋਂ ਬਹੁਤ ਥੋੜੀ ਜਿਹੜੀ ਅਮਾਉਂਟ ਸੀਗੀ ਇਨਾਮਦਾਰ ਨੂੰ ਵੀ ਦਿੱਤੀ ਜਾਂਦੀ ਸੀਗੀ। ਮੈਥਡ ਆਫ ਰਿਮਿਨਰੇਸ਼ਨ, there are two ways of the treating the sum devote the payment of jailer. Each jailer may receive 1% of the land revenue of his own circle, ਜਿੰਨੇ ਉਹਦੇ ਪਿੰਡ ਹੁੰਦੇ ਸੀਗੇ, ਜਿੰਨੀ ਜੈਲ ਹੁੰਦੀ ਸੀ, ਉਸ ਜੈਲ ਚੋਂ ਜਿੰਨਾ ਰਿਕਵਰੀ ਹੁੰਦੀ ਸੀਗੀ ਉਹਦੇ ਵਿੱਚੋਂ 1%। form of an inam paid out of jama of the some particular states, generally that in the ਜਿਹੜੇ ਪਿੰਡਾਂ ਦਾ ਵਿੱਚ ਉਹ ਹੁੰਦਾ ਸੀ ਉਹਦੇ ਵਿੱਚੋਂ ਜਿਵੇਂ ਕਿ ਟੋਟਲ ਮੰਨ ਲਓ ਉਹਦੀ ਜੈਲ ਦੀ ਜਿਹੜੀ ਰਿਕਵਰੀ ਹੈਗੀ 24,900 ਰੁਪਏ ਹੈਗੀ ਹੈ, ਤਾਂ 249 ਰੁਪਏ ਜਿਹੜੀ ਹੋਈ ਸੀ ਉਹਨੂੰ 1% ਦੇ ਰੂਪ ਵਿੱਚ ਉਹਨੂੰ ਅਦਾ ਕੀਤੇ ਜਾਂਦੇ ਸੀਗੇ। ਐਡਵਾਂਟੇਜ ਗ੍ਰੇਡ ਸਿਸਟਮ ਦੇ ਵਿੱਚ ਇਨਾਮ ਫਸਟ ਚਾਰਜ ਔਨ ਦਾ ਰੈਵਨਿਊ ਆਫ ਵਿਲੇਜ ਫਰੋਮ ਵਿਚ ਪੇਬਲ, ਜਿਹੜਾ ਇਹ ਇਨਾਮ ਸੀਗਾ ਇਹਨੂੰ ਇਨਾਮ ਦੇ ਰੂਪ 'ਚ ਵੀ ਕਿਹਾ ਜਾਂਦਾ ਸੀ। ਇਨਾਮਦਾਰ ਇੱਕ ਵਿਅਕਤੀ ਵੀ ਹੁੰਦਾ ਸੀ ਜਿਹੜਾ ਇਹ ਜੈਲਦਾਰ ਦੇ ਨਾਲ ਹੁੰਦਾ ਸੀ, ਉਹ ਥੋੜੀ ਜਿਹੀ ਅਮਾਉਂਟ ਉਸਨੂੰ 0.25 ਜਿਹੜੀ ਅਮਾਉਂਟ ਸੀ ਉਹ ਵੀ ਉਹਨੂੰ ਦਿੱਤੀ ਜਾਂਦੀ ਸੀਗੀ। ਇਹ ਕਿਹਾ ਗਿਆ ਇੱਥੇ ਦਾ ਜਿਹੜਾ ਜੈਲਸ ਇਨਾਮ, ਜੈਲਦਾਰਸ ਇਨਾਮ ਇਜ਼ ਅ ਫਸਟ ਚਾਰਜ ਇਨ ਦਾ ਰੈਵਨਿਊ, ਜਿਹੜਾ ਜੈਲਦਾਰ ਨੂੰ ਪੇਮੈਂਟ ਦਿੱਤੀ ਜਾਂਦੀ ਸੀ, ਜੈਲਦਾਰ ਨੂੰ ਜਿਹੜੀ ਪੇਮੈਂਟ ਦਿੱਤੀ ਜਾਂਦੀ ਸੀਗੀ ਉਹ ਜਿਹੜੀ ਫਸਟ ਚਾਰਜ ਸੀ ਲੈਂਡ ਰੈਵਨਿਊ ਦੇ ਉੱਪਰ, ਜੋ ਵੀ ਲੈਂਡ ਰੈਵਨਿਊ ਇਕੱਠਾ ਹੁੰਦਾ ਸੀ ਉਹਦੇ ਵਿੱਚੋਂ ਜੈਲਦਾਰ ਨੂੰ ਪੇਮੈਂਟ ਕਰਕੇ ਫਿਰ ਜਮ੍ਹਾਂ ਕਰਾਇਆ ਖਜ਼ਾਨੇ ਦੇ ਵਿੱਚ। Qualification of candidates, it is a true that it is a settled rule that in the appointment jailer regard shall not be had to any alleged hereditary claim। hereditary claim ਕੋਈ ਨਹੀਂ ਹੁੰਦਾ, ਜਿਹੜਾ ਵੀ ਕੋਈ ਪਿੰਡ ਦੇ ਵਿੱਚ ਇਨਫਲੂਐਂਸ਼ੀਅਲ ਪਰਸਨ ਹੁੰਦਾ ਸੀਗਾ, ਜਿਹਦਾ ਕੋਈ ਲੋਕਾਂ ਦੇ ਵਿੱਚ ਪ੍ਰਭਾਵ ਬਣਿਆ ਹੋਇਆ ਹੁੰਦਾ ਸੀਗਾ, ਠੀਕ ਹੈ, ਉਸ ਵਿਅਕਤੀ ਨੂੰ ਜਿੱਥੇ ਸਰਕਾਰ ਕਹਿੰਦੀ ਸੋਚਦੀ ਸੀ ਵੀ ਇਹ ਚੱਲਦਾ ਪੁਰਜਾ ਜਿਵੇਂ ਕਹਿ ਲਈਏ ਵੀ ਆਉਂਦਾ ਜਾਂਦਾ ਹੈਗਾ ਲੋਕਾਂ ਦੇ ਵਿੱਚ ਤੇ ਸਰਕਾਰ ਦੇ ਵਿੱਚ ਇਹਨੇ ਤਾਲਮੇਲ ਬਣਾ ਕੇ ਰੱਖਿਆ ਹੋਇਆ ਹੈਗਾ, ਉਸ ਵਿਅਕਤੀ ਨੂੰ ਹੀ ਜਿਹੜਾ ਜੈਲਦਾਰ ਸੀਗਾ ਨਿਯੁਕਤ ਕੀਤਾ ਜਾਂਦਾ ਸੀ। ਪਰਸਨਲ ਕਰੈਕਟਰ ਦੇਖਿਆ ਜਾਂਦਾ ਸੀ ਇਹਦੇ ਵਿੱਚ,
ਆ ਲਿਖਿਆ ਹੈ ਪਰਸਨਲ ਕਰੈਕਟਰ ਐਂਡ ਐਬਿਲਿਟੀ, ਉਹਦੀ ਯੋਗਤਾ ਕੀ ਹੈਗੀ ਹੈ, ਐਕਸਟਰਨਲ ਪ੍ਰੋਪਰਟੀ ਇਨ ਜੈਲ, ਐਕਸਟੈਂਟ ਆਫ ਦਾ ਪ੍ਰੋਪਰਟੀ, ਉਹਦੇ ਕੋਲ ਜ਼ਮੀਨ ਜਾਇਦਾਦ ਕਿੰਨੀ ਕੁ ਹੈਗੀ ਹੈ। ਅਪਾਇੰਟਮੈਂਟ ਆਫ ਦਾ ਮਾਈਨਰ, ਜਿੱਥੇ ਕਿਤੇ ਕਹਿੰਦੇ ਜਿਹੜੇ ਪਹਾੜੀ ਇਲਾਕੇ ਦੇ ਵਿੱਚ ਸੀਗੇ ਉੱਥੇ ਜਿਹੜਾ ਜੈਲਦਾਰ ਸੀ ਉਹਦੀ ਡੈਥ ਹੋ ਜਾਂਦੀ ਸੀ, ਜਾਂ ਕੋਈ ਹੋਰ ਜੈਲਦਾਰ ਬਣਾਉਣਾ ਹੁੰਦੀ ਸੀ, ਹੋਰ ਜੈਲਦਾਰ ਕੋਈ ਨਹੀਂ ਸੀ ਲੱਭਦਾ ਸਰਕਾਰ ਨੂੰ, ਤਾਂ ਕੋਈ ਜਿਹੜਾ ਕੋਈ ਪਰਿਵਾਰ ਹੁੰਦਾ ਸੀ ਉਸ ਘਰਾਣੇ ਦੇ ਵਿੱਚ ਕੋਈ ਲੜਕਾ ਹੁੰਦਾ ਸੀ ਉਹ ਮਾਈਨਰ ਹੁੰਦਾ ਸੀਗਾ, ਪਰ ਬਣਾਇਆ ਜਾਣਾ ਜੈਲਦਾਰ ਉਹਨੂੰ ਯੋਗ ਸਮਝਦੀ ਸੀ ਸਰਕਾਰ, ਤਾਂ ਕੁਝ ਸਮੇਂ ਦੇ ਲਈ ਜਿੰਨੀ ਦੇਰ ਲਈ ਉਹ ਮੇਜਰ ਨਹੀਂ ਸੀ ਹੋ ਜਾਂਦਾ ਉਨੀ ਦੇਰ ਵੇਟ ਕਰ ਲਈ ਜਾਂਦੀ ਸੀ, ਜਾਂ ਫਿਰ ਉਸਨੂੰ ਮਾਈਨਰ ਨੂੰ ਬਣਾ ਕੇ ਉਹਦੇ ਲਈ ਕੋਈ ਸਬਸਟੀਚਿਊਟ ਹੈਗਾ ਫਾਰ ਦਾ ਟਾਈਮ ਵੀ ਉਹਨੂੰ ਕਰ ਦਿੱਤਾ ਜਾਂਦਾ ਸੀ। ਵੋਟਸ ਆਫ ਦਾ ਹੈਡਮੈਨ ਮੇ ਬੀ ਟੇਕਨ, ਜਦੋਂ ਜੈਲਦਾਰ ਦੀ ਕਿਤੇ ਇੱਕ ਜਾਂ ਦੋ ਜੈਲਦਾਰ ਬਣ ਜਾਂਦੇ ਸੀਗੇ, ਉਹਨਾਂ ਦੇ ਵਿੱਚੋਂ ਕੈਂਡੀਡੇਟ ਹੁੰਦੇ ਸੀਗੇ ਤੇ ਫਿਰ ਉਹਦੇ ਵਿੱਚੋਂ ਇੱਕ ਜੈਲਦਾਰ ਚੁਣਨਾ ਹੁੰਦਾ ਸੀਗਾ, ਤਾਂ ਫਿਰ ਜਿਹੜੇ ਹੈਡਮੈਨ ਸੀਗੇ ਉਹਨਾਂ ਤੋਂ ਪੁੱਛਿਆ ਜਾ ਸਕਦਾ ਸੀ, ਉਹਨਾਂ ਦੀ ਵੋਟਿੰਗ ਕਰਵਾ ਲਈ ਜਾਂਦੀ ਸੀ ਵੀ ਕਿਹੜਾ ਜੈਲਦਾਰ ਜਿਹੜਾ ਹੈਗਾ ਯੋਗ ਹੈਗਾ। ਇਸੇ ਤਰੀਕੇ ਜਿਹੜਾ ਇਨਾਮਦਾਰ ਦੀ ਗੱਲ ਕੀਤੀ ਹੈ, ਇਨ ਮੈਨੀ ਡਿਸਟ੍ਰਿਕਟਸ has been expanded to supplement the Jalidari agency of the setting up a class of ਇਨਾਮਦਾਰਸ। ਇਨਾਮਦਾਰ ਸਫੈਦਪੋਸ਼ ਇਹ ਵੀ ਬਣਾਇਆ ਜਾਂਦਾ ਟੂ ਅਸਿਸਟ ਦਾ ਜੈਲਦਾਰ। ਇਹ ਜਿਹੜਾ ਇਨਾਮਦਾਰ ਹੁੰਦਾ ਸੀਗਾ ਇਹ ਕੀ ਹੁੰਦਾ ਸੀ, ਇਹ ਜੈਲਦਾਰ ਨੂੰ ਅਸਿਸਟ ਕਰਦਾ ਸੀਗਾ, ਜੈਲਦਾਰ ਦੀ ਹੈਲਪ ਕਰਦਾ ਸੀ। ਸਮੋਲ ਅਮਾਉਂਟ ਟੂ ਬੀ ਪੇਡ, ਇਹਨੂੰ ਜਿਹੜਾ ਬਹੁਤ ਥੋੜੀ ਜਿਹੜੀ ਅਮਾਉਂਟ ਸੀ ਉਹ ਪੇ ਕੀਤੀ ਜਾਂਦੀ ਸੀਗੀ। Then ਕੀ punishment and dismissal of the jailer and the ਇਨਾਮਦਾਰ and appointment of substitutes। ਜਦੋਂ ਆਪਦੀ ਜਿਹੜੀ ਡਿਊਟੀਜ਼ ਪ੍ਰੋਪਰ ਤਰੀਕੇ ਨਾਲ ਕੋਈ ਨਹੀਂ ਸੀ ਨਿਭਾਉਂਦਾ ਹੈ ਜੈਲਦਾਰ, ਜੋ ਹੋਏ ਚਾਹੇ ਇਮਾਨਦਾਰ ਸੀਗਾ ਹੈਡਮੈਨ, ਜੈਲਦਾਰ ਮਸਟ ਬੀ ਡਿਪਰਾਈਵਡ ਆਫ ਹਿਸ ਆਫਿਸ ਵੈਨ ਹੀ ਸੀਜ਼ਡ ਟੂ ਦਾ ਲੈਂਡ ਓਨਰ, ਜਦੋਂ ਮਾਲਕ ਨਾਲ ਰਹਿੰਦਾ ਜ਼ਮੀਨ ਦਾ, ਸਾਰੀ ਜ਼ਮੀਨ ਗਹਿਣੇ ਕਰ ਦਿੰਦਾ ਆਪਣੀ, ਜਾਂ ਵੇਚ ਦਿੰਦਾ, ਜਾਂ ਆਪਦਾ ਪੋਜੈਸ਼ਨ ਛੱਡ ਦਿੰਦਾ ਸਾਰਾ, ਠੀਕ ਹੈ, ਤਾਂ ਉਹ ਜਿਹੜਾ ਹੈਗਾ ਆਪਣੀ ਪੋਸਟ ਤੇ ਨਹੀਂ ਸੀ ਰਹਿ ਸਕਦਾ। ਹਿਸ ਹੋਲਡਿੰਗ ਹੈਜ਼ ਬੀਨ ਟ੍ਰਾਂਸਫਰਡ, ਜਾਂ ਉਹਦੀ ਹੋਲਡਿੰਗ ਜਿਹੜੀ ਜਦੋਂ ਲੈਂਡ ਰੈਵਨਿਊ ਅਸੈਸਮੈਂਟ ਜਿਹੜੀ ਹੈਗੀ ਸੀ ਕੈਂਸਲ ਹੋ ਜਾਂਦੀ ਹੈ, ਨਲ ਹੋ ਜਾਂਦੀ ਹੈ, ਤਾਂ ਜਿਹੜੀ ਉਹਦੀ ਜ਼ਮੀਨ ਹੈਗੀ ਉਹ ਨਾਲ ਦੇ ਕਿਸੇ ਵਿਅਕਤੀ ਨੂੰ ਸੌਂਪ ਦਿੱਤੀ ਜਾਂਦੀ ਹੈ, ਜਿਵੇਂ ਆਪਾਂ ਡਿਸਕਸ ਕਰਕੇ ਗਏ ਪਹਿਲਾਂ, ਜਾਂ ਉਹਨੂੰ ਕੋਈ ਸਜ਼ਾ ਹੋ ਜਾਂਦੀ ਹੈ 1 ਸਾਲ ਤੋਂ ਲੈ ਕੇ 3 ਸਾਲ ਤੱਕ ਦੇ ਵਿੱਚ, 1 year ਔਰ ਅਪਵਰਡ, 1 ਸਾਲ ਜਾਂ 1 ਸਾਲ ਤੋਂ ਬਾਅਦ ਉਹਨੂੰ ਸਜ਼ਾ ਹੋ ਜਾਏ ਤਾਂ ਵੀ ਉਹ ਜਿਹੜੀ ਆਪਦੀ ਪੋਸਟ ਤੇ ਇਹ ਨਹੀਂ ਰਹਿ ਸਕਦੇ ਹੈਗੇ। ਇਸ ਤਰ੍ਹਾਂ ਕਿ ਜੈਲ ਬੁੱਕ ਲਗਾਈ ਜਾਂਦੀ ਹੈ, ਜੈਲ ਬੁੱਕ ਸਾਰੀਆਂ ਐਂਟਰੀਜ਼ ਇਸ ਪਿੰਡ ਦੀ, ਕਿਹੜੇ ਪਿੰਡ ਇਸ ਜੈਲ ਦੇ ਵਿੱਚ ਆਉਂਦੇ ਨੇ, ਠੀਕ ਹੈ, ਜਿਵੇਂ ਆਪਾਂ ਨੰਬਰ ਆਪਣਾ ਬਣਾ ਲੈਂਦੇ ਹਾਂ, ਕਾਨੂੰਗੋਈ ਦੀ ਬੁੱਕ ਬਣ ਜਾਂਦੀ ਹੈ ਵੀ ਕਿਹੜੇ ਪਿੰਡ ਇਸ ਪਿੰਡ ਦੇ ਇਹਦੇ ਵਿੱਚ ਜਿਹੜੀ ਕਾਨੂੰਗੋਈ ਚਾਹੁੰਦੇ ਆ, ਤਾਂ ਜੈਲ ਬੁੱਕ ਦੇ ਵਿੱਚ ਜਿਹੜਾ ਵੇਰਵਾ ਜੈਲ ਬੁੱਕ ਵਾਈਜ਼ ਜਿਹੜਾ ਹੈਗਾ ਸਾਰੀ ਤਹਿਸੀਲ ਨੂੰ ਜੈਲਾਂ 'ਚ ਵੰਡਿਆ ਜਾਂਦਾ ਸੀਗਾ। ਹਰ ਇੱਕ ਜੈਲ ਦੀ ਵੱਖਰੀ ਬੁੱਕ ਲੱਗੀ ਹੀ ਹੁੰਦੀ ਸੀਗੀ, ਉਸ ਬੁੱਕ ਨੂੰ ਦੇਖ ਕੇ ਉਹਦੇ 'ਚ ਰੂਟੀਨ ਵਾਈਜ਼ ਜਿਹੜੀਆਂ ਐਂਟਰੀਆਂ ਸੀਗੀਆਂ ਆਫੀਸਰ ਵੱਲੋਂ ਕੀਤੀਆਂ ਜਾਂਦੀਆਂ ਸੀਗੀਆਂ, ਬਰੀਫ ਹਿਸਟਰੀ ਉਸ ਬੁੱਕ 'ਚ ਨੋਟ ਕੀਤੀ ਜਾਂਦੀ ਸੀ। ਕਿਸੇ ਵੀ ਕਲੈਕਟਰ ਨੇ ਜਦੋਂ ਕਦੇ ਉਹ ਬੁੱਕ ਦੇਖਣੀ ਹੁੰਦੀ ਸੀ ਤਾਂ ਕਲੈਕਟਰ ਕੋਈ ਬਦਲ ਚੁੱਕਿਆ ਕਲੈਕਟਰ ਜਿਹੜਾ ਆਉਂਦਾ ਸੀਗਾ, ਨਵਾਂ ਕਲੈਕਟਰ, ਠੀਕ ਹੈ, ਉਹ ਬੁੱਕ ਦੇਖ ਕੇ ਉਸ ਪਿੰਡ ਦੀ ਹਿਸਟਰੀ ਬਾਰੇ, ਉਸ ਇਲਾਕੇ ਦੀ ਹਿਸਟਰੀ ਬਾਰੇ ਜਿਹੜੀ ਜੈਲ ਬੁੱਕ ਤੋਂ ਹੀ ਸਾਰੀ ਜਾਣਕਾਰੀ ਹਾਸਲ ਕਰ ਲੈਂਦਾ ਸੀ। ਵਿਲੇਜ ਨੋਟਬੁੱਕ ਕੀ ਹੁੰਦੀ ਆ, ਆਪਾਂ ਨੂੰ ਪਤਾ ਸਾਰਿਆਂ ਨੂੰ ਲਾਲ ਕਿਤਾਬ ਹੁੰਦੀ ਹੈ। ਲਾਲ ਕਿਤਾਬ ਦੇ ਨਕਸ਼ੇ ਕਿੰਨੇ ਆ, 9 ਨਕਸ਼ੇ ਦਿਖਾਏ ਗਏ ਹੈਗੇ ਆ। ਨਕਸ਼ਾ ਮਿਲਾਨ ਰਕਬਾ ਜੀ ਸੌਣੀ ਤੇ ਹਾੜੀ ਦਾ ਜਿਹੜਾ ਇਕੱਠਾ ਕਰਕੇ ਵੇਰਵਾ ਦਿੱਤਾ ਜਾਂਦਾ ਹੈ। ਫਿਰ ਨਕਸ਼ਾ ਨੰਬਰ 2 ਚ ਖਰੀਫ ਸੌਣੀ ਦਾ ਜਿਨਸਵਾਰ ਹੁੰਦਾ ਹੈ। ਨਕਸ਼ਾ ਨੰਬਰ 3 ਚ ਰੱਬੀ ਦਾ ਜਿਨਸਵਾਰ ਹੁੰਦਾ ਹੈ, ਹਾੜੀ ਦਾ ਜਿਨਸਵਾਰ ਹੁੰਦਾ ਹੈ। ਨਕਸ਼ਾ ਨੰਬਰ 4 ਰੈਵਨਿਊ ਅਕਾਊਂਟ ਹੁੰਦੇ ਨੇ, ਵਸਲ ਬਾਕੀ ਨਿਵੇਸ਼ ਵੱਲੋਂ ਜਿਹੜੇ ਰੈਵਨਿਊ ਅਕਾਊਂਟਸ ਜਿਹੜੀਆਂ ਟ੍ਰਾਂਸਫਰ ਟ੍ਰਾਂਜੈਕਸ਼ਨਸ ਹੋਈਆਂ ਹੁੰਦੀਆਂ ਨੇ ਉਹ ਦਰਜ ਕੀਤੇ ਜਾਂਦੇ ਨੇ। ਸਟੇਟਮੈਂਟ ਆਫ ਦਾ ਟ੍ਰਾਂਸਫਰਸ ਓਨਰਸ ਵੱਲੋਂ ਜਿਹੜੀਆਂ ਟ੍ਰਾਂਸਫਰ ਕੀਤੀਆਂ ਜਾਂਦੀਆਂ ਨੇ, ਤਬਦੀਲੀਆਂ ਕੀਤੀਆਂ ਜਾਂਦੀਆਂ ਨੇ, ਗਹਿਣੇ ਬੈ ਦੀਆਂ ਐਂਟਰੀਆਂ ਹੁੰਦੀਆਂ ਨੇ ਸਾਰੀਆਂ, ਠੀਕ ਹੈ। ਮਤਲਬ ਕਿ ਲਾਲ ਕਿਤਾਬ ਨੂੰ ਦੇਖ ਕੇ ਹੀ ਤੁਸੀਂ ਪੂਰੇ ਪਿੰਡ ਦਾ ਜਿਹੜੀ ਜਾਣਕਾਰੀ ਹਾਸਲ ਕਰ ਸਕਦੇ ਹੋ ਵੀ ਸਾਲ ਦੇ ਵਿੱਚ ਇਸ ਪਿੰਡ 'ਚ ਕਿੰਨੀ ਜ਼ਮੀਨ ਬੈ ਹੋਈ ਹੈ, ਕਿੰਨੀ ਜ਼ਮੀਨ ਗਹਿਣੇ ਹੋਈ ਹੈ, ਕਿੰਨੀ ਜ਼ਮੀਨ ਰਹਿਣ ਹੋਈ ਹੈਗੀ ਹੈ, ਠੀਕ ਹੈ। ਨਕਸ਼ਾ ਨੰਬਰ 6 ਹੈਗਾ ਸਟੇਟਮੈਂਟ ਓਨਰਸ਼ਿਪ ਮੌਰਗੇਜ ਰੈਵਨਿਊ ਅਸਾਈਨਮੈਂਟਸ। ਇਹ ਜਿਹੜੇ ਨਕਸ਼ੇ ਨੰਬਰ 1 ਤੋਂ ਲੈ ਕੇ 6 ਹੈਗੇ ਆ, ਇਹ ਜਿਹੜੇ ਪਹਿਲੇ ਦੋ ਨਕਸ਼ੇ, ਪਹਿਲਾ ਨਕਸ਼ਾ ਸਾਲ ਬਾਅਦ ਭਰਿਆ ਜਾਂਦਾ ਹੈ, ਦੂਜਾ ਤੇ ਤੀਜਾ ਨਕਸ਼ਾ 6 ਮਹੀਨੇ ਬਾਅਦ ਭਰਿਆ ਜਾਂਦਾ ਹੈ, ਬਾਕੀ 4, 5 ਤੇ 6 ਨਕਸ਼ੇ 7 ਸਾਲ ਬਾਅਦ ਭਰੇ ਜਾਂਦੇ ਆ। ਨਕਸ਼ਾ 7, 8 ਤੇ 9 ਇਹ ਹੈਗਾ 4 ਸਾਲਾਂ ਬਾਅਦ, ਜਿਵੇਂ ਆਪਣਾ ਪਹਿਲਾਂ 4 ਸਾਲਾਂ ਬਣਦਾ ਹੁੰਦਾ ਸੀਗਾ ਪਰ ਹੁਣ 5 ਸਾਲਾਂ ਬਣਦਾ ਹੈ, ਹੁਣ ਇਹ 5 ਸਾਲਾਂ ਬਾਅਦ ਭਰਿਆ ਜਾਣਾ ਬਣਦਾ ਹੈਗਾ। ਇਹ ਜਿਹੜੀਆਂ ਲਾਲ ਕਿਤਾਬਾਂ ਹੁੰਦੀਆਂ ਨੇ ਇਹ ਹਰ ਪਟਵਾਰੀ ਕੋਲ ਇੱਕ ਲਾਲ ਕਿਤਾਬ ਹੁੰਦੀ ਹੈ, ਹਰ ਪਿੰਡ ਦੀ ਵੱਖਰੀ ਲਾਲ ਕਿਤਾਬ ਹੁੰਦੀ ਹੈ। ਇਸੇ ਤਰੀਕੇ ਜਿੰਨੇ ਪਿੰਡ ਹੁੰਦੇ ਨੇ, ਜਿੰਨੇ ਪਟਵਾਰੀਆਂ ਕੋਲੇ ਲਾਲ ਕਿਤਾਬਾਂ ਹੁੰਦੀਆਂ, ਟੋਟਲ ਉਨੀ ਹੀ ਗਿਣਤੀ ਜਿਹੜੀ ਹੈਗੀ ਹੈ ਉਹ ਤਹਿਸੀਲ ਦੇ ਵਿੱਚ ਵੀ ਦਫ਼ਤਰਖਾਨਾ ਕੋਲੇ ਲਾਲ ਕਿਤਾਬਾਂ ਹੁੰਦੀਆਂ ਉਨੀਆਂ ਹੀ, ਜਿੰਨੀਆਂ ਫੀਲਡ ਦੇ ਵਿੱਚ ਹੁੰਦੀਆਂ ਨੇ ਉਨੀਆਂ ਹੀ ਲਾਲ ਕਿਤਾਬਾਂ ਤਹਿਸੀਲ ਦੇ ਵਿੱਚ ਹੁੰਦੀਆਂ ਨੇ। ਹਰ ਪਟਵਾਰੀ ਵੱਲੋਂ ਜਿਹੜੀ ਲਾਲ ਕਿਤਾਬ ਹੈਗੀ ਆ ਉਹ ਹਰ ਮਤਲਬ ਕਿ ਆਪਦੇ ਸਮੇਂ ਦੇ ਮੁਤਾਬਕ ਭਰੀ ਜਾਂਦੀ ਹੈ। ਤੇ
ਨਾਲ ਹੀ ਜਿਹੜੀ ਉਹਦੀ ਰਿਪੋਰਟ ਹੈਗੀ ਆ ਉਹਦਾ ਨਕਸ਼ਾ ਭਰ ਕੇ ਜਿਹੜਾ ਹੈਗਾ ਤਹਿਸੀਲੇ 'ਚ ਭੇਜਿਆ ਜਾਂਦਾ ਤੇ ਫਿਰ ਤਹਿਸੀਲੇ 'ਚ ਜਿਹੜੀਆਂ ਲਾਗਤਾਂ ਰੱਖੀਆਂ ਹੁੰਦੀਆਂ ਨੇ ਉਹ ਤਹਿਸੀਲ ਦੇ ਵਿੱਚ ਵੀ ਉਸ ਦੀ ਸਮੇਂ-ਸਮੇਂ ਤੇ ਜਿਹੜੀ ਹੈਗੀ ਹੈ ਐਂਟਰੀ ਕੀਤੀ ਜਾਂਦੀ ਹੈ, ਲਾਗਤਾਂ ਨੂੰ ਮੁਕੰਮਲ ਕੀਤਾ ਜਾਂਦਾ ਹੈ। ਤਹਿਸੀਲ ਦੇ ਵਿੱਚ ਸਾਰੀਆਂ ਲਾਗਤਾਂ ਤੋਂ ਬਾਅਦ ਫਿਰ ਇੱਕ ਤਹਿਸੀਲ ਦੀ ਲਾਗਤ ਵੱਖਰੀ ਬਣ ਜਾਂਦੀ ਹੈ, ਸਾਰੀ ਕਿਤਾਬਾਂ ਦਾ ਜੋੜ ਲਗਾ ਕੇ ਇੱਕ ਤਹਿਸੀਲ ਦੀ ਲਾਗਤ ਬਣ ਜਾਂਦੀ ਹੈ। ਅਸੈਸਮੈਂਟ ਸਰਕਲ ਐਂਡ ਤਹਿਸੀਲ ਨੋਟਬੁੱਕ, ਜਦੋਂ ਸੈਟਲਮੈਂਟ ਹੁੰਦੀ ਹੈ ਸੈਟਲਮੈਂਟ ਵੇਲੇ ਅਸੈਸਮੈਂਟ ਸਰਕਲ ਬਣਾਏ ਜਾਂਦੇ ਨੇ, ਠੀਕ ਹੈ। ਅਸੈਸਮੈਂਟ ਸਰਕਲ ਦੇ ਮੁਤਾਬਕ ਜਿਹੜੀ ਹੈਗੀ ਅਸੈਸਮੈਂਟ ਕੀਤੀ ਜਾਂਦੀ ਹੈ ਲੈਂਡ ਰੈਵਨਿਊ ਦੀ ਸਾਰੀ ਜ਼ਮੀਨ ਦੀ, ਤੇ ਇਸ ਤਰੀਕੇ ਨਾਲ ਫਿਰ ਇੱਕ ਅਸੈਸਮੈਂਟ ਸਰਕਲ ਦੀ ਇੱਕ ਨੋਟਬੁੱਕ ਲੱਗਦੀ ਹੈ ਤਹਿਸੀਲ ਪੱਧਰ ਤੇ। ਨੈਕਸਟ ਆ ਗਿਆ ਜੀ ਚੈਪਟਰ ਨੰਬਰ 13 ਪਾਰਟੀਸ਼ਨ। ਲੈਂਡ ਰੈਵਨਿਊ ਐਕਟ ਦੇ ਵਿੱਚ ਵੀ ਤੁਸੀਂ ਪੜ੍ਹਿਆ ਹੈਗਾ ਪਾਰਟੀਸ਼ਨ ਇਸ ਬਾਰੇ। ਸੈਕਸ਼ਨ 111 ਤੋਂ ਸਟਾਰਟ ਹੋ ਜਾਂਦਾ ਪਾਰਟੀਸ਼ਨ, 110 ਤੋਂ ਲੈ ਕੇ 126 ਤੱਕ ਸੈਕਸ਼ਨਸ ਹੈਗੇ ਆ ਲੈਂਡ ਰੈਵਨਿਊ ਐਕਟ ਦੇ ਵਿੱਚ, ਠੀਕ ਹੈ। ਬਾਕੀ ਕਿਸੇ ਨੇ ਜੇ ਡਿਟੇਲ ਨਾਲ ਪੜ੍ਹਨਾ ਹੋਵੇ ਤਾਂ ਫਿਰ ਆਹ ਬੁੱਕ ਪੜ੍ਹ ਸਕਦਾ ਹੈ। ਜੇ ਕਿਸੇ ਨੇ ਡਿਟੇਲ ਨਾਲ ਪੜ੍ਹਨਾ ਹੋਵੇ ਤਾਂ ਇਸ ਬੁੱਕ ਦੇ ਵਿੱਚ ਪਾਰਟੀਸ਼ਨ ਦੇ ਬਾਰੇ ਬਹੁਤ ਜ਼ਿਆਦਾ ਡਿਟੇਲ ਹੈਗਾ। ਚੈਪਟਰ ਨੰਬਰ 26 ਹੈਗਾ ਪਾਰਟੀਸ਼ਨ ਦੇ ਸੰਬੰਧੀ ਇਸ ਬੁੱਕ ਦੇ ਵਿੱਚ, ਚੈਪਟਰ ਨੰਬਰ 26 ਤਕਸੀਮ ਵੱਲੋਂ ਮਾਲ ਅਫਸਰ, ਠੀਕ ਹੈ ਜੀ, ਉਹ ਰੈਫਰ ਕਰ ਸਕਦੇ ਹੋ। ਪ੍ਰਾਈਵੇਟ ਪਾਰਟੀਸ਼ਨ ਕਿਹੜੀ ਹੁੰਦੀ ਹੈ? ਪਾਰਟੀਸ਼ਨ ਦੋ ਤਿੰਨ ਤਰ੍ਹਾਂ ਦੀ ਹੁੰਦੀ ਹੈ, ਇੱਕ ਪਾਰਟੀਸ਼ਨ ਬਾਈ ਦਾ ਰੈਵਨਿਊ ਆਫੀਸਰ, ਦੂਜੀ ਪਾਰਟੀਸ਼ਨ ਬਾਈ ਦਾ ਪ੍ਰਾਈਵੇਟ ਪਾਰਟੀਸ਼ਨ। ਪ੍ਰਾਈਵੇਟ ਪਾਰਟੀਸ਼ਨ ਹੁੰਦੀ ਹੈ ਪਾਰਟੀਆਂ ਆਪਣਾ ਐਗਰੀਮੈਂਟ ਆਪਣੇ ਹਿਸਾਬ ਦੇ ਨਾਲ ਆਪਣੇ ਮੁਤਾਬਕ ਜਿਹੜਾ ਹੈਗਾ ਐਗਰੀਮੈਂਟ ਕਰ ਲੈਂਦੀਆਂ ਨੇ, ਐਗਰੀਮੈਂਟ ਕਰਕੇ ਪਟਵਾਰੀ ਹਲਕਾ ਕੋਲੇ ਐਂਟਰੀ ਪਵਾਉਂਦੀਆਂ ਨੇ, ਐਂਟਰੀ ਪਵਾ ਕੇ ਫਿਰ ਕਾਨੂੰਗੋ ਹਲਕਾ ਰਾਹੀਂ ਜਿਹੜੀ ਹੈਗੀ ਹੈ ਉਹਦੀ ਵੈਰੀਫਿਕੇਸ਼ਨ ਹੋਣ ਤੋਂ ਬਾਅਦ ਜਿਹੜਾ ਤਹਿਸੀਲਦਾਰ ਵੱਲੋਂ ਉਸ ਪਾਰਟੀ ਦੀ ਹਾਜ਼ਰੀ ਦੇ ਵਿੱਚ ਜਿਹੜਾ ਹੈਗਾ ਇੰਤਕਾਲ ਸੈਂਕਸ਼ਨ ਕਰ ਦਿੱਤਾ ਜਾਂਦਾ ਹੈ। ਇਸ ਨੂੰ ਕਿਹਾ ਜਾਂਦਾ ਹੈ ਪ੍ਰਾਈਵੇਟ ਪਾਰਟੀਸ਼ਨ। ਦੂਜੀ ਪਾਰਟੀਸ਼ਨ ਹੁੰਦੀ ਹੈ ਪ੍ਰਾਈਵੇਟ ਪਾਰਟੀਸ਼ਨ ਬਾਈ ਦਾ ਰੈਵਨਿਊ ਆਫੀਸਰ ਅੰਡਰ ਸੈਕਸ਼ਨ 110, ਠੀਕ ਹੈ, 110 ਤੋਂ ਲੈ ਕੇ 126 ਜਿਹੜੇ ਹੈਗੇ ਨੇ ਲੈਂਡ ਰੈਵਨਿਊ ਐਕਟ ਦੇ ਸੈਕਸ਼ਨ ਹੈਗੇ ਆ। ਇਹਦੇ 'ਚ ਜਿਹੜੀ ਪਾਰਟੀਸ਼ਨ ਹੁੰਦੀ ਹੈ ਉਹ ਪਾਰਟੀਸ਼ਨ ਬਾਈ ਦਾ ਰੈਵਨਿਊ ਆਫੀਸਰ ਹੁੰਦੀ ਹੈ, ਉਹ 'ਚ ਪਾਰਟੀਆਂ ਵੱਲੋਂ ਅਰਜ਼ੀ ਦਿੱਤੀ ਜਾਂਦੀ ਹੈ। ਲੈਂਡ ਰੈਵਨਿਊ ਐਕਟ ਦੇ ਵਿੱਚ ਪ੍ਰਾਈਵੇਟ ਪਾਰਟੀਸ਼ਨ ਵਾਲੀ ਤਾਂ ਨਹੀਂ ਹੈਗੀ ਇੰਟਰਸੈਕਸ਼ਨ ਉਹਦੇ ਵਿੱਚ ਕੋਈ ਜਿਸ ਤਰ੍ਹਾਂ ਉਹਦੇ ਵਿੱਚ ਪ੍ਰਾਈਵੇਟ ਪਾਰਟੀਸ਼ਨ ਬਾਰੇ ਤਾਂ ਨਹੀਂ ਹੈਗਾ, ਪ੍ਰਾਈਵੇਟ ਪਾਰਟੀਸ਼ਨ ਬਾਈ ਦਾ ਰੈਵਨਿਊ ਆਫੀਸਰ ਹੈਗਾ। ਤੇ ਤੁਹਾਡੇ ਲੈਂਡ ਤੁਹਾਡੇ ਮੈਨੂੰ ਦੇ ਵਿੱਚ ਜਿਹੜੀ ਆਇਆ ਹੈ ਇੱਕ ਦੋ ਵਾਰ ਪ੍ਰਾਈਵੇਟ ਪਾਰਟੀਸ਼ਨ ਬਾਰੇ ਮੇਰੇ ਖਿਆਲ ਹੈਗਾ ਉਹਦੇ ਵਿੱਚ ਲੈਂਡ ਰੈਵਨਿਊ ਐਕਟ ਵਿੱਚ ਸ਼ਾਇਦ ਦੇਖ ਲਿਓ ਹੋਏਗਾ। ਠੀਕ ਹੈ ਹਾਂ ਹੋਏਗਾ ਸ਼ਾਇਦ ਉਹਦੇ ਵਿੱਚ। ਇਸ ਬੁੱਕ 'ਚ ਡਿਟੇਲ ਦਿੱਤੀ ਵੀ ਹੈ, ਸੈਕਸ਼ਨ ਦਾ ਹਵਾਲਾ ਦਿੱਤਾ ਹੋਏਗਾ ਇਹਦੇ ਵਿੱਚ ਵੀ, ਇਸ ਬੁੱਕ ਦੇ ਵਿੱਚ ਵੀ ਕਿਹੜੇ ਸੈਕਸ਼ਨ 'ਚ ਪ੍ਰਾਈਵੇਟ ਪਾਰਟੀਸ਼ਨ ਕਰ ਸਕਦੇ ਹੋ, ਕਿਹੜੇ ਸੈਕਸ਼ਨ 'ਚ ਤੁਸੀਂ ਜਿਹੜੀ ਹੈਗੀ ਪਾਰਟੀਸ਼ਨ ਬਾਈ ਦਾ ਰੈਵਨਿਊ ਆਫਿਸਰ ਵੱਲੋਂ ਕੀਤੀ ਜਾ ਸਕਦੀ ਹੈ। ਇਹਦਾ ਚੈਪਟਰ ਨੰਬਰ 26 ਹੈਗਾ। ਇਹ ਐਮਾਜ਼ੋਨ ਤੇ ਉਪਲਬਧ ਹੈਗੇ, ਜੇ ਕਿਸੇ ਨੇ ਮੰਗਾਉਣੀ ਹੈ ਤਾਂ ਇਹ ਐਮਾਜ਼ੋਨ ਤੇ ਲੈ ਸਕਦਾ। ਤੁਹਾਡੇ ਵਾਲੀ ਬੁੱਕ ਕਿਹੜੇ ਪੇਪਰ ਤੇ ਹੈਲਪ ਕਰੇਗੀ? ਉਹੀ ਹੈ ਜੀ, ਉਹੀ ਹੈ ਇਹ। ਸਰ ਕਿਹੜੇ ਪੇਪਰ ਤੇ ਹੈਲਪ ਕਰ ਸਕਦੀ ਹੈ ਜੀ ਤੁਹਾਡੀ ਵਾਲੀ ਬੁੱਕ? ਇਹ ਪੇਪਰ ਨੰਬਰ ਦੇਖੋ 1 'ਚ ਵੀ ਕਵਰ ਕਰਦੇ ਕਾਫੀ ਸਾਰਾ, ਪੇਪਰ ਨੰਬਰ 2 'ਚ ਵੀ ਕਵਰ ਕਰਦੀ ਹੈ, ਪੇਪਰ ਨੰਬਰ 3 'ਚ ਵੀ ਕਵਰ ਕਰਦੀ ਹੈ, ਪੇਪਰ ਨੰਬਰ 4 'ਚ ਵੀ ਕਵਰ ਕਰਦੀ ਹੈ। 5 ਔਰ 6 'ਚ ਨਹੀਂ ਹੈਗੇ। ਇਹ ਕ੍ਰਿਮੀਨਲ ਲਾਅ ਨਹੀਂ ਦੇ ਵਿੱਚ ਹੈਗਾ, ਨਾ ਇਹ ਸਿਵਲ ਲਾਅ ਹੈਗਾ। ਇਹਦੇ ਵਿੱਚ ਪੇਪਰ 1 2 3 4 ਦੇ ਵਿੱਚ ਕਾਫੀ ਕੁਝ ਇਹਦੇ ਵਿੱਚ ਕਵਰ ਹੋ ਜਾਂਦਾ ਹੈ ਔਰ ਸਿੰਪਲ ਤਰੀਕੇ ਨਾਲ ਕਵਰ ਹੋ ਜਾਂਦਾ ਹੈ। ਇਹ 'ਚ ਨਾਲ ਸੈਕਸ਼ਨਾਂ ਦੇ ਜਿਹੜੇ ਬੁੱਕਸ ਦੇ ਹਵਾਲੇ ਵੀ ਨਾਲ ਦਿੱਤੇ ਗਏ ਹੈਗੇ ਆ। ਥੈਂਕ ਯੂ। ਹਾਂ, ਦੈਨ ਆ ਗਿਆ ਕੰਪਲੀਟ ਐਂਡ ਇਨਕੰਪਲੀਟ ਪਾਰਟੀਸ਼ਨ। ਜਿਵੇਂ ਕਿਸੇ ਖੇਵੜ ਦੀ ਪਾਰਟੀਸ਼ਨ ਹੈ ਜਿਹੜੀ ਕੰਪਲੀਟ ਪਾਰਟੀਸ਼ਨ ਹੋ ਸਕਦੀ ਹੈ। ਜੇ ਕਿਸੇ ਕੋਈ ਵਿਅਕਤੀ ਕਹੇ ਵੀ ਖੇਵੜ ਦੀ ਅੱਧੀ ਖੇਵੜ ਦੀ ਪਾਰਟੀਸ਼ਨ ਮੈਂ ਕਰਵਾ ਲਵਾਂ, ਦੈਟ ਇਜ਼ ਨਾਟ ਪੋਸੀਬਲ, ਠੀਕ ਹੈ ਜੀ। ਕਿਸੇ ਵਿਅਕਤੀ ਨੇ 2 ਨੰਬਰ ਖਸਰਾ ਖਰੀਦੇ ਹੋਏ ਹੈਗੇ, ਉਹ ਕਹੇ ਆਹੀ ਦੋਨਾਂ ਦੀ ਪਾਰਟੀਸ਼ਨ 4 ਨੰਬਰ ਖਰੀਦੇ ਹੋਏ, ਕਿਸੇ ਪਾਰਟੀਆਂ ਨੇ 2 ਪਾਰਟੀਆਂ ਰਲ ਕੇ 4 ਨੰਬਰ ਖਰੀਦੇ ਹੋਏ ਹੈਗੇ ਆ, ਉਹ 4 ਨੰਬਰਾਂ ਦੀ ਅਰਜ਼ੀ ਦੇ ਦੇਣ ਪਾਰਟੀਸ਼ਨ ਦਾ ਵੀ ਸਾਡੇ 4 ਨੰਬਰ ਨੂੰ ਵੰਡ ਦਿਓ ਤੁਸੀਂ। ਖੇਵੜ ਦੇ ਵਿੱਚੋਂ ਅਸੀਂ 4 ਨੰਬਰ ਖਰੀਦੇ ਹੋਏ ਨੇ, ਦੋਹਾਂ ਨੇ ਸਾਂਝੇ ਤੌਰ ਤੇ ਖਰੀਦੇ ਹੋਏ ਨੇ, ਇਹਨਾਂ ਨੂੰ ਚਾਰਾਂ ਨੂੰ ਸਾਡੇ 'ਚ 2 ਕਿੱਲੇ ਵੰਡ ਦਿਓ। ਤਾਂ ਇਹ ਇਟ ਇਜ਼ ਨਾਟ ਪੋਸੀਬਲ। ਇਸ ਨੂੰ ਅਸੀਂ ਪਾਰਸ਼ੀਅਲ ਪਾਰਟੀਸ਼ਨ ਕਹਿ ਦਿੰਦੇ ਹਾਂ। ਕਿਹੜੀ ਪ੍ਰਾਪਰਟੀ ਹੁੰਦੀ ਜਿਹੜੀ ਪਾਰਟੀਸ਼ਨ ਦੇ ਵਿੱਚ ਪਾਰਟੀਸ਼ਨ ਦੀ ਅਸੀਂ ਨਹੀਂ ਕਰ ਸਕਦੇ? ਐਕਸਕਲੂਜਨ, ਇਹ 445 ਹੈ ਜੀ। ਉਹ ਪ੍ਰਾਪਰਟੀ ਜਿਹੜੀ ਰਸਤਿਆਂ ਦੀ ਹੋਵੇ, ਸਾਂਝੀ ਕੰਮਾਂ ਲਈ ਪਾਰਟੀਆਂ ਨੇ ਛੱਡੀ ਗਈ ਹੋਵੇ, ਜਿਵੇਂ ਖੂਹ ਦਾ ਤੌੜ ਹੈ ਕੋਈ, ਠੀਕ ਹੈ, ਕੋਈ ਰਸਤਾ ਹੈ, ਕੋਈ ਖਾਲ ਹੈ, ਇੱਦਾਂ ਦੀਆਂ ਕੋਈ ਧਾਰਮਿਕ ਸਥਾਨ ਖੇਤ 'ਚ ਬਣਾਇਆ ਗਿਆ ਹੈਗਾ, ਇੱਦਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਨੇ ਉਹਨਾਂ ਨੂੰ ਅਸੀਂ ਸੈਕਸ਼ਨ 112 'ਚ ਆ ਜਾਂਦਾ ਇਹ ਲੈਂਡ ਰੈਵਨਿਊ ਐਕਟ ਦੇ ਵਿੱਚ, ਠੀਕ ਹੈ। ਇਹਨਾਂ ਪ੍ਰਾਪਰਟੀਆਂ ਨੂੰ ਅਸੀਂ ਪਾਰਟੀਸ਼ਨ ਨਹੀਂ ਕਰ ਸਕਦੇ ਹੈਗੇ ਜਿਹੜੀ ਸਾਂਝੀ ਕੰਮਾਂ ਲਈ ਪਾਰਟੀਆਂ ਨੇ ਛੱਡੀਆਂ ਹੋਈਆਂ ਹੋਣ। Who may apply for the partition? ਕਿਹੜਾ ਵਿਅਕਤੀ ਜਿਹੜਾ ਪਾਰਟੀਸ਼ਨ ਲਈ ਅਪਲਾਈ ਕਰ ਸਕਦਾ ਹੈ, ਠੀਕ ਹੈ। 447 ਹੈ, who may apply for the partition? Any joint owner,
ਕੋਈ ਵੀ ਜਿਹੜਾ ਜੁਆਇੰਟ ਓਨਰ ਹੈ, ਸਾਂਝਾ ਹਿੱਸੇਦਾਰ ਹੈ, ਮਾਲਕ ਹੈ, ਹਿੱਸੇਦਾਰ ਹੈ, ਯਾਨੀ ਕਿ ਇਹ ਕਹਿ ਲਈ ਖੇਵੜ ਦੇ ਵਿੱਚ ਹਿੱਸੇਦਾਰ ਹੈ। ਜੁਆਇੰਟ ਟੇਨੈਂਟ ਹੈ, ਹੁਣ ਟੇਨੈਂਟ ਦਾ ਜਿਹੜਾ ਵਰਡ ਹੈਗਾ ਇਹ ਖਤਮ ਹੋ ਗਿਆ ਨਵੀਂ ਅਮੈਂਡਮੈਂਟ ਦੇ ਨਾਲ। ਜਿਹੜਾ ਟੇਨੈਂਟ ਹੈ, ਟੇਨੈਂਟ ਪਾਰਟੀਸ਼ਨ ਨਹੀਂ ਕਰਵਾ ਸਕਦਾ ਹੈਗਾ, ਠੀਕ ਹੈ। ਤੁਸੀਂ ਟੇਨੈਂਟ ਦਾ ਜਿਹੜਾ ਵਰਡ ਹੈ ਨਹੀਂ ਲਿਖਣਾ ਹੈਗਾ, ਐਨੀ ਜੁਆਇੰਟ ਓਨਰ ਲਿਖਣਾ ਤੁਸੀਂ। ਆਪਦੀ ਸ਼ੇਅਰ ਦੀ ਜਿਹੜੀ ਹੈਗੀ ਹੈ, ਜਿਹਦਾ ਜਮਾਂ ਉਹਦੀ 'ਚ ਨਾਮ ਹੋਵੇ ਜਾਂ ਉਹਦੇ ਹੱਕ 'ਚ ਕੋਈ ਡਿਗਰੀ ਪਾਸ ਹੋਈ ਹੋਵੇ, ਠੀਕ ਹੈ, ਉਹ ਆਪਣੀ ਜਿਹੜੀ ਜ਼ਮੀਨ ਦੀ ਜਿਹੜੀ ਫਰਜ਼ ਜਮਾਂ ਹੁੰਦੀ ਨਾਲ ਲਗਾ ਕੇ ਆਪਣੇ ਸ਼ੇਅਰ ਦੀ ਪਾਰਟੀਸ਼ਨ ਕਰਵਾ ਸਕਦੇ ਹੈ। ਕੰਡਕਟ ਆਫ ਪਾਰਟੀਸ਼ਨ ਜਮਾਬੰਦੀ ਚ ਟੇਨੈਂਟ ਚੱਲ ਰਿਹਾ ਜੀ, ਫੇਰ ਉਹ ਕਰਵਾ ਸਕਦਾ? ਟੇਨੈਂਟ ਨਹੀਂ ਕਰਾ ਸਕਦਾ ਪਾਰਟੀਸ਼ਨ, ਨਵੀਂ ਅਮੈਂਡਮੈਂਟ ਹੋਈ ਹੈ ਰੀਸੈਂਟਲੀ ਅਜੇ ਹੁਣੀ 2020 ਦੇ ਵਿੱਚ 21 ਚ। ਕਰਵਾ ਨਹੀਂ ਸਕਦਾ ਸਰ? ਨਾ, ਟੇਨੈਂਟ ਨਹੀਂ ਕਰਵਾ ਸਕਦਾ ਪਾਰਟੀਸ਼ਨ। 2021 ਚ ਰੀਸੈਂਟਲੀ ਨਵੀਂ ਅਮੈਂਡਮੈਂਟ ਹੋਈ ਹੈ। ਇਹ ਜਿਹੜਾ ਵਰਡ ਹੈ ਟੇਨੈਂਟ ਦਾ, ਇਹ ਖਤਮ ਕਰ ਦਿੱਤਾ ਗਿਆ। ਪਾਰਟੀਸ਼ਨ ਕੇਸਿਸ ਨੂੰ ਕੌਣ ਕੰਡਕਟ ਕਰਦਾ ਹੈ? ਰੈਵਨਿਊ ਆਫੀਸਰ, ਜਿਹਦਾ ਅਧਿਕਾਰ ਖੇਤਰ ਹੁੰਦਾ ਹੈ। ਅਸਿਸਟੈਂਟ ਕਲੈਕਟਰ ਦਾ ਫਸਟ ਗ੍ਰੇਡ। ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਨੂੰ ਪਾਰਟੀਸ਼ਨ ਦੇ ਕੇਸਾਂ ਦੇ ਵਿੱਚ ਜਿਹੜੀਆਂ ਹੈਗੀਆਂ ਪਾਵਰਸ ਨੇ। ਅਦਰਵਾਈਜ਼ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਅਸਿਸਟੈਂਟ ਕਲੈਕਟਰ ਸੈਕੰਡ ਗ੍ਰੇਡ ਹੁੰਦੇ ਆ, ਠੀਕ ਹੈ। ਬਟ ਫਾਰ ਦਾ ਪਰਪਸ ਆਫ ਪਾਰਟੀਸ਼ਨ ਇੱਥੇ ਜਿਹੜੀ ਪਾਵਰਸ ਦਿੱਤੀਆਂ ਗਈਆਂ ਨੇ ਤਹਿਸੀਲਦਾਰ ਨੂੰ ਤੇ ਨਾਇਬ ਤਹਿਸੀਲਦਾਰ ਨੂੰ, ਅਸਿਸਟੈਂਟ ਕਲੈਕਟਰ ਸੈਕੰਡ ਫਸਟ ਗ੍ਰੇਡ ਦੀਆਂ ਪਾਵਰਾਂ ਦਿੱਤੀਆਂ ਗਈਆਂ ਨੇ। ਅਸਿਸਟੈਂਟ ਕਲੈਕਟਰ ਫਸਟ ਗ੍ਰੇਡ ਦੀ ਜਿਹੜੀ ਅੱਗੇ ਕੋਈ ਡਿਸਾਈਡ ਇਹਦੇ ਵੱਲੋਂ ਕੀਤਾ ਜਾਂਦਾ ਪਾਰਟੀਸ਼ਨ ਦੇ ਦੌਰਾਨ, ਕੋਈ ਵੀ ਆਰਡਰ ਕੀਤਾ ਜਾਂਦਾ ਹੈ, ਜਿਹੜੀ ਉਹਦੀ ਅਪੀਲ ਡਾਇਰੈਕਟਲੀ ਕਲੈਕਟਰ ਕੋਲੇ ਜਾਂਦੀ ਹੈਗੀ ਹੈ। ਪਰ ਤੁਸੀਂ ਦੇਖਦੇ ਹੋ ਜਿਹੜੀਆਂ ਅਪੀਲਸ ਜਿਹੜੀਆਂ ਹੁੰਦੀਆਂ ਨੇ ਉਹ ਐਸਡੀਐਮ ਕੋਲ ਜਾਂਦੀਆਂ ਨੇ। ਉੱਥੇ ਜਿਹੜੇ ਐਸਡੀਐਮ ਹੁੰਦੇ ਨੇ ਉਹਨੂੰ ਕਲੈਕਟਰ ਦੀਆਂ ਜਿਹੜੇ ਪਾਵਰਸ ਨੇ ਉਹ ਡੈਜ਼ਿਗਨੇਟ ਕੀਤੀਆਂ ਗਈਆਂ ਹੁੰਦੀਆਂ ਨੇ। ਕਾਮਨ ਡਿਫੈਕਟਸ ਇਨ ਦਾ ਪਾਰਟੀਸ਼ਨ ਕੇਸਸ। ਕਿਹੜੇ ਕਾਮਨ ਡਿਫੈਕਟ ਹੁੰਦੇ ਆ? ਜਮਾਂ ਦੀ ਨਾ ਪੂਰੇ ਨਾ ਹੋਣ, ਠੀਕ ਹੈ। ਨੋ ਪ੍ਰੋਪਰ ਕੇਅਰ ਵਾਸ ਟੇਕਨ ਟੂ ਲੇ ਆਊਟ ਡਾਊਨ ਕਲੀਅਰ ਦੀ ਮੋਡ ਆਫ ਪਾਰਟੀਸ਼ਨ। ਜਦੋਂ ਮੋਡ ਆਫ ਪਾਰਟੀਸ਼ਨ ਤਿਆਰ ਕਰਨਾ ਹੋਵੇ ਉਦੋਂ ਕੋਈ ਧਿਆਨ ਨਾ ਰੱਖਿਆ ਗਿਆ, ਮੌਕਾ ਨਾ ਦੇਖਿਆ ਗਿਆ ਹੋਵੇ, ਠੀਕ ਹੈ। ਜ਼ਮੀਨ ਦੀ ਲੋਕੇਸ਼ਨ ਦਾ ਪਤਾ ਨਾ ਹੋਵੇ, ਜ਼ਮੀਨ ਉੱਚੀ ਨੀਵੀਂ ਹੈ, ਉਹਦੇ 'ਚ ਕੋਈ ਨਹਿਰ ਲੰਘਦੀ ਹੈ ਨਹੀਂ ਲੰਘਦੀ, ਕਈ ਵਾਰੀ ਤੁਹਾਡੇ ਰਿਕਾਰਡ ਦੇ ਵਿੱਚ ਹੁੰਦੀ ਹੈ, ਕਈ ਵਾਰੀ ਨਹੀਂ ਹੁੰਦੀ ਹੈਗੀ। ਕੋਈ ਰਸਤੇ ਲੱਗੇ ਹੋਏ ਹੁੰਦੇ, ਕੋਈ ਸੜਕਾਂ ਨਵੀਆਂ ਬਣੀਆਂ ਹੁੰਦੀਆਂ ਨੇ, ਨਕਸ਼ੇ 'ਚ ਨਹੀਂ ਲੋਕੇਟ ਕੀਤੀਆਂ ਗਈਆਂ ਹੁੰਦੀਆਂ। ਇੱਦਾਂ ਦੇ ਜਿਹੜੇ ਕਾਮਨ ਜਿਹੜੇ ਹੈਗੇ ਨੇ, ਜਾਂ ਫਿਰ ਪ੍ਰੋਪਰ ਸਮਨਿੰਗ ਨਾ ਹੋਈ ਹੋਵੇ, ਸਮਨਿੰਗ ਪ੍ਰੋਪਰ ਨਾ ਹੋਣਾ, ਇਹ ਵੀ ਬਹੁਤ ਕਾਮਨ ਡਿਫੈਕਟ ਹੁੰਦਾ ਹੈਗਾ ਆਮ ਪਾਰਟੀਸ਼ਨ ਦੇ ਵਿੱਚ। ਹਾਊ ਡਿਲੇ ਮੇ ਬੀ ਪ੍ਰੀਵੈਂਟਡ। ਡਿਲੇ ਨੂੰ ਕਿਵੇਂ ਰੋਕ ਸਕਦੇ ਹਾਂ ਅਸੀਂ? ਡਿਲੇ ਰੋਕਣ ਦਾ ਤਰੀਕਾ ਤਾਂ ਇਹੀ ਹੁੰਦਾ ਵੀ ਮੌਕਾ ਦੇਖਿਆ ਜਾਵੇ, ਮੌਕੇ 'ਤੇ ਜਾ ਕੇ ਜਿਹੜਾ ਤਰੀਕਾ ਤਕਸੀਮ ਬਣਾਇਆ ਜਾਵੇ। ਉਸ ਤੋਂ ਪਹਿਲਾਂ ਜਿਹੜਾ ਕੁਐਸਚਨ ਆਫ ਟਾਈਟਲ ਹੈ, ਪਾਰਟੀਆਂ ਦਾ ਕੋਈ ਡਿਸਪਿਊਟ ਹੈਗਾ ਮਾਲਕੀ ਸੰਬੰਧੀ, ਉਹਨੂੰ ਪ੍ਰੋਪਰ ਤਰੀਕੇ ਨਾਲ ਡਿਸਾਈਡ ਕੀਤਾ ਜਾਵੇ, ਤਦ ਹੀ ਜਿਹੜੀ ਹੈਗੀ ਹੈ ਡਿਲੇ ਰੁਕੀ ਜਾ ਸਕਦੀ ਹੈ ਤੇ ਸਮਨਿੰਗ ਪ੍ਰੋਪਰ ਹੋਈ ਹੋਵੇ। ਕੇਅਰ ਰਿਕੁਆਇਰਡ ਟੂ ਵੀ ਮੇਕ ਇਕੁਇਟੇਬਲ ਡਿਵੀਜ਼ਨ। ਡਿਵੀਜ਼ਨ ਤਾਂ ਇਕੁਇਟੇਬਲ ਹੀ ਕੀਤੀ ਜਾਂਦੀ ਹੈ। 2 ਮਰਲੇ ਦਾ ਜਿਹੜਾ ਡਿਫਰੈਂਸ ਹੈ ਮੈਕਸਿਮਮ ਹੋ ਸਕਦਾ ਜਦੋਂ ਅਸੀਂ ਕਰਦੇ ਹਾਂ। ਜਨਰਲ ਡਿਸਕ੍ਰਿਸ਼ਨਸ ਟੂ ਰਿਫਿਊਜ਼ ਪਾਰਟੀਸ਼ਨ। ਕਦੋਂ ਜਿਹੜਾ ਆਫੀਸਰ ਹੈ ਪਾਰਟੀਸ਼ਨ ਨੂੰ ਰਿਫਿਊਜ਼ ਕਰ ਸਕਦਾ ਹੈ? ਜਦੋਂ ਕਿਸੇ ਆਫੀਸਰ ਨੇ ਕੋਈ ਅੰਡਰ ਸੈਕਸ਼ਨ 115 ਹੈਗਾ, ਜਿਵੇਂ 115 ਚ ਕੀ ਕਿਹਾ ਗਿਆ ਹੈਗਾ, ਉਹੀ ਜਿਹੜੀਆਂ ਕਾਮਨ ਲੈਂਡਸ ਵਗੈਰਾ ਹੁੰਦੀਆਂ ਨੇ। ਜਦੋਂ ਵੀ ਕਿਸੇ ਆਫੀਸਰ ਨੇ ਕਿਸੇ ਪਾਰਟੀਸ਼ਨ ਨੂੰ ਰਿਫਿਊਜ਼ ਕਰਨਾ ਹੈ ਤਾਂ ਉਹ ਐਵੇਂ ਸਿੰਪਲ ਤਰੀਕੇ ਨਾਲ ਰਿਫਿਊਜ਼ ਨਹੀਂ ਕਰ ਦੇਣਾ ਹੋਏਗਾ, ਤਾਂ ਉੱਥੇ ਲਿਖਣਾ ਹੋਏਗਾ, ਰੀਜ਼ਨ ਦੱਸਣਾ ਹੋਏਗਾ, ਸਪੈਸੀਫਿਕ ਆਰਡਰ ਪਾਸ ਕਰਿਆ ਜਾਏਗਾ ਕਿ ਜਿਹੜੀ ਪਾਰਟੀਸ਼ਨ ਹੈ ਕਿਉਂ ਨਹੀਂ ਕੀਤੀ ਜਾ ਸਕਦੀ। ਕੁਐਸਚਨ ਆਫ ਟਾਈਟਲ 454 ਕੁਐਸਚਨ ਆਫ ਟਾਈਟਲ। ਜਿੱਥੇ ਕਿਤੇ ਪਾਰਟੀਆਂ ਦਾ ਮਾਲਕੀ ਸੰਬੰਧੀ ਡਿਸਪਿਊਟ ਹੋਵੇ, ਦੈਟ ਇਜ਼ ਕੰਪਲਸਰੀ ਟੂ ਡਿਸਾਈਡ। ਉਹਨੂੰ ਜਿਹੜਾ ਉਹਦਾ ਫੈਸਲਾ ਹੋਣਾ ਬਹੁਤ ਜ਼ਰੂਰੀ ਹੈ। ਜਿੱਥੇ ਕਿਤੇ ਮਾਲਕੀ ਸੰਬੰਧੀ ਕਿਸੇ ਵਿਅਕਤੀ ਨੇ ਜ਼ਮੀਨ ਤਾਂ 4 ਕਿੱਲੇ ਖਰੀਦੀ ਹੋਵੇ, ਉਹਦੇ ਜਮਾਬੰਦੀ 'ਚ ਐਂਟਰੀ ਗਲਤੀ ਨਾਲ 2 ਕਿੱਲਿਆਂ ਦੀ ਹੋ ਗਈ ਹੋਵੇ, ਜਿਸ ਇਜ਼ ਕੁਐਸਚਨ ਆਫ ਟਾਈਟਲ। ਤੁਹਾਨੂੰ ਪਤਾ ਲੱਗਦਾ ਦਿਖਦਾ ਤੁਹਾਨੂੰ ਰਜਿਸਟਰੀ, ਤੁਸੀਂ ਵਾਲੀ ਪਾਰਟੀ ਤੁਹਾਨੂੰ ਅੱਗੇ ਰਜਿਸਟਰੀ ਦਿਖਾ ਰਹੀ ਹੈ ਵੀ ਜਿਹੜਾ ਇੰਤਕਾਲ ਹੈ ਕਿਸੇ ਕਾਰਨ 2 ਕਿੱਲਿਆਂ ਦਾ ਹੋ ਗਿਆ, ਠੀਕ ਹੈ। ਇਹ ਕੁਐਸਚਨ ਆਫ ਟਾਈਟਲ ਹੈਗੇ ਆ। ਮਾਲਕੀ ਦਾ ਡਿਸਪਿਊਟ ਹੈ, ਕੋਈ ਕਿਸੇ ਦੀ ਵਿਰਾਸਤ ਦਾ ਝਗੜਾ ਹੈਗਾ, ਵਿਰਾਸਤ ਦੇ ਵਿੱਚ ਜਿਹੜੀ ਵਸੀਅਤ ਹੈ ਉਹ ਚੈਲੰਜ 'ਚ ਹੋ ਗਈ, ਵਸੀਅਤ ਕਿਸੇ ਇੱਕ ਦੇ ਨਾਂ ਤੇ ਹੋਈ ਹੈ, ਪਾਰਟੀਆਂ ਨੇ ਕਲੇਮ ਕੀਤਾ, ਹੋਰਾਂ ਨੇ ਕੀਤਾ ਵਿੱਚ ਵੀ ਅਸੀਂ ਵੀ ਮਾਲਕ ਸੀਗੇ, ਜਿਹੜੀ ਵਸੀਅਤ ਹੈ ਝੂਠੀ ਹੈਗੀ, ਖਾਨਗੀ ਵਸੀਅਤ ਬਣਾਈ ਗਈ ਹੈ, ਉਹਦੇ ਤੇ ਦੋਸ਼ ਲੱਗਾ ਵੀ ਗਲਤ ਬਣਾਈ ਗਈ ਹੈ। ਇਸ ਕਰਕੇ ਜਿਹੜਾ ਇਹ ਵਾਲਾ ਡਿਸਪਿਊਟ ਹੈਗਾ, ਓਨਰਸ਼ਿਪ ਦਾ ਜਿਹੜਾ ਡਿਸਪਿਊਟ ਹੈ, ਇਹਨੂੰ ਸੈਟਲ ਹੋਣ ਤੋਂ ਪਹਿਲਾਂ ਜੇ ਕੋਈ ਪਾਰਟੀਸ਼ਨ ਕੀਤੀ ਜਾਂਦੀ ਹੈ ਉਹਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਇਸ ਕਰਕੇ ਉਨੀ ਦੇਰ ਤੱਕ ਜੇ ਕੋਈ ਸਿਵਲ ਸੂਟ ਚੱਲ ਰਿਹਾ ਹੈਗਾ ਉਨੀ ਦੇਰ ਤੱਕ ਜਦੋਂ ਤੱਕ ਉਹ ਫੈਸਲਾ ਨਹੀਂ ਹੋ ਜਾਂਦਾ, ਜਾਂ ਤਾਂ ਜਿਹੜਾ ਕੇਸ ਹੈਗਾ ਉਸ ਨੂੰ ਸਾਈਨ ਡਾਈ ਕਰ ਦਿੱਤਾ ਜਾਣਾ ਬੰਦ ਕਰ ਦਿੱਤਾ ਜਾਂਦਾ ਹੈ। ਅਪੀਲ ਦੀ ਗੱਲ ਆ ਗਈ 455 ਚ ਜਿਹੜੀ ਅਪੀਲ ਹੈਗੀ ਹੈ, ਠੀਕ ਹੈ। ਇਹਦੀ ਜਿਹੜੀ ਅਪੀਲ ਹੈ ਆਪਾਂ ਪੜ੍ਹ ਕੇ ਗਏ ਪਹਿਲਾਂ। ਅਪੀਲ ਜਿਹੜਾ ਸੈਕਸ਼ਨ ਹੈ ਸਾਡਾ ਹੈਗਾ ਸੀਗਾ ਲੈਂਡ ਐਕਟ ਦੇ ਵਿੱਚ 13 ਸੈਕਸ਼ਨ ਸੀਗਾ। ਐਨੀ ਗ੍ਰੇਡ ਲਾਈ ਟੂ ਦਾ ਕਲੈਕਟਰ। ਜਦੋਂ ਵੀ ਕੋਈ ਅਪੀਲ ਲਾਈ ਕਰਦੀ ਹੈ ਅਸਿਸਟੈਂਟ ਕਲੈਕਟਰ ਦੇ ਫੈਸਲੇ ਦੀ, ਤਾਂ ਕਲੈਕਟਰ ਕੋਲੇ ਲਾਈ ਕਰਦੀ ਹੈਗੀ ਹੈ। ਕੁਐਸਚਨ ਐਜ਼ ਟੂ ਟਾਈਟਲ ਇਨ ਦਾ ਪ੍ਰੋਪਰਟੀ, ਕੁਐਸਚਨ ਐਜ਼ ਟੂ ਦਾ ਪ੍ਰੋਪਰਾਈਟਰੀ
ਟੂ ਬੀ ਡਿਵਾਈਡਡ, ਮੋਡ ਆਫ ਮੇਕਿੰਗ ਦਾ ਪਾਰਟੀਸ਼ਨ, ਜਿਹੜੇ ਹੈਗੇ ਨੇ ਕੁਐਸਚਨ ਆਫ ਟਾਈਟਲ ਦਾ ਡਿਸਾਈਡ ਕਰਨਾ ਹੋਵੇ ਜਾਂ ਮੋਡ ਆਫ ਪਾਰਟੀਸ਼ਨ ਤਿਆਰ ਕਰਨਾ ਹੋਵੇ, ਜਿੱਥੇ ਇਹਨਾਂ ਦੀ ਵੀ ਜਿਹੜੀ ਅਪੀਲ ਹੈਗੀ ਹੈ ਕਲੈਕਟਰ ਕੋਲੇ ਲਾਈ ਕਰਦੀ ਹੈ। ਪਹਿਲਾਂ ਇਹ ਕੁਝ ਦੇਰ ਪਹਿਲਾਂ ਜਿਹੜੀਆਂ ਅਪੀਲਾਂ ਸੀ ਇਹ ਬੰਦ ਕਰ ਦਿੱਤੀਆਂ ਸੀ ਸਰਕਾਰ ਨੇ, ਪਰ ਜਦੋਂ ਪ੍ਰੋਬਲਮਸ ਆਈਆਂ ਦੁਬਾਰਾ ਸਰਕਾਰ ਵੱਲੋਂ ਦੁਬਾਰਾ ਜਿਹੜੇ ਇਹ ਦੋਏ ਆਰਡਰ ਨੇ ਕੁਐਸਚਨ ਆਫ ਟਾਈਟਲ ਐਂਡ ਮੋਡ ਆਫ ਪਾਰਟੀਸ਼ਨ, ਇਹਨਾਂ ਨੂੰ ਅਪੀਲੇਬਲ ਬਣਾ ਦਿੱਤਾ ਗਿਆ ਹੈ ਰੀਸੈਂਟਲੀ। then ਅਗਰ ਕਲੈਕਸ਼ਨ ਆਫ ਲੈਂਡ ਰੈਵਨਿਊ ਐਂਡ ਲੋਕਲ ਰੇਟਸ, ਮਾਮਲੇ ਦੀ ਵਸੂਲੀ, ਠੀਕ ਹੈ, ਕਿਵੇਂ ਕੀਤੀ ਜਾਂਦੀ ਹੈ। ਹੁਣ ਜਿਹੜੀ ਮਾਮਲੇ ਦੀ ਵਸੂਲੀ ਹੈ ਇਸ ਵੇਲੇ ਬੰਦ ਕੀਤੀ ਗਈ ਹੈ। ਆਮ ਤੌਰ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜਿਹਨਾਂ ਨੇ ਪਹਿਲਾਂ ਕੰਮ ਕੀਤਾ ਗਿਆ, ਜਿਹੜੀ ਮਾਮਲੇ ਦੀ ਵਸੂਲੀ ਹੈ ਇਹ ਹੈਗੀ ਆ ਇੰਸਟਾਲਮੈਂਟ ਕੀਤੀ ਜਾਂਦੀ ਸੀ। ਇੰਸਟਾਲਮੈਂਟ ਸੌਣੀ ਵੇਲੇ ਤੇ ਹਾੜੀ ਵੇਲੇ ਜਦੋਂ ਫਸਲ ਕੱਟੀ ਜਾਂਦੀ ਹੈ ਉਸ ਤੋਂ ਬਾਅਦ ਜਿਹੜੀ ਵਸੂਲੀ ਕੀਤੀ ਜਾਂਦੀ ਹੈ। ਅਕਸਰ ਦੇਖਿਆ ਜਾਂਦਾ ਸੀਗਾ ਵੀ ਜਿਹੜੀ ਸੌਣੀ ਦੀ ਫਸਲ ਜਦੋਂ ਕੱਟਦੀ ਹੈ ਅਕਤੂਬਰ ਨਵੰਬਰ 'ਚ ਕੱਟਦੀ ਹੈਗੀ ਹੈ, ਇਹਦੀ ਜਿਹੜੀ ਵਸੂਲੀ ਸੀ ਜਨਵਰੀ 'ਚ ਹੁੰਦੀ ਹੈ, ਠੀਕ ਹੈ। ਸੌਣੀ ਦੀ ਫਸਲ ਦੀ ਵੇਲੇ ਜਿਹੜੀ ਜਦੋਂ ਹੈਗੀ ਆਪਣੇ ਪਟਵਾਰੀ ਹਲਕਾ ਵੱਲੋਂ ਗਰਦੌਰੀ ਕੀਤੀ ਜਾਂਦੀ ਹੈ, ਉਸ ਵੇਲੇ ਜਿਹੜੀ ਢਾਲਵਾਸ਼ ਬਣਾ ਕੇ ਹੈਗੀ ਆ ਉਸ ਨੂੰ ਦਿੱਤੀ ਜਾਂਦੀ ਹੈ ਨੰਬਰਦਾਰ ਨੂੰ। ਤੇ ਇਸੇ ਤਰੀਕੇ ਜਦੋਂ ਹਾੜੀ ਦੀ ਗਰਦੌਰੀ ਕੀਤੀ ਜਾਂਦੀ ਹੈ ਉਦੋਂ ਢਾਲ ਬਣਾ ਕੇ ਢਾਲਵਾਸ਼ ਹਾੜੀ ਵੇਲੇ ਜਿਹੜੀ ਦਿੱਤੀ ਜਾਂਦੀ ਹੈ ਨੰਬਰਦਾਰ ਨੂੰ। ਤਾਂ ਉਸ ਢਾਲਵਾਸ਼ ਦੇ ਮੁਤਾਬਕ ਕਿਹੜੇ ਹੈਡ ਦੇ ਅਧੀਨ ਕਿਹੜੇ ਵਿਅਕਤੀ ਤੋਂ ਕਿੰਨੀ ਜਿਹੜੀ ਅਮਾਊਂਟ ਹੈ ਵਸੂਲ ਕੀਤੀ ਜਾਣੀ ਹੈ, ਉਹ ਫਿਰ ਜਾ ਕੇ ਜੂਨ ਦੇ ਵਿੱਚ ਵਸੂਲੀ ਕਰਦਾ ਹੈ ਨੰਬਰਦਾਰ। ਜਦੋਂ ਨੰਬਰਦਾਰ ਵਸੂਲੀ ਕਰਦਾ ਹੈ ਉਸ ਵੇਲੇ ਪਟਵਾਰੀ ਹਲਕਾ ਵੀ ਨਾਲ ਬੈਠਦਾ ਹੈ ਤੇ ਪਟਵਾਰੀ ਹਲਕਾ ਵੱਲੋਂ ਸਮੇਂ-ਸਮੇਂ ਤੇ ਜਿਹੜੀਆਂ ਰਸੀਦਾਂ ਨੇ ਮਾਲਕਾਂ ਨੂੰ ਬਣਾ ਕੇ ਦਿੱਤੀਆਂ ਨੇ ਵਹੀ ਦੇ ਵਿੱਚ, ਤੇ ਜਿਹੜਾ ਨੰਬਰਦਾਰ ਹੈਗਾ ਉਹ ਤੇ ਦਸਤਖਤ ਕਰਕੇ ਅੰਗੂਠਾ ਲਗਾ ਕੇ ਦਿੰਦਾ ਹੈ। ਪਰ ਜਿਹੜੀ ਅਮਾਊਂਟ ਹੈਗੀ ਹੈ ਅਮਾਊਂਟ ਪਟਵਾਰੀ ਹਲਕਾ ਵੱਲੋਂ ਨਹੀਂ ਲਈ ਜਾਂਦੀ। ਡਿਪਟੀ ਕਮਿਸ਼ਨਰ ਰਿਸਪੌਂਸੀਬਲ ਫਾਰ ਦਾ ਕਲੈਕਸ਼ਨ ਆਫ ਦਾ ਲੈਂਡ ਰੈਵਨਿਊ, ਜ਼ਿੰਮੇਵਾਰੀ ਬਣ ਜਾਂਦੀ ਹੈ ਡਿਪਟੀ ਕਮਿਸ਼ਨਰ ਦੀ ਆਪਣੇ ਜ਼ਿਲ੍ਹੇ ਦੇ ਵਿੱਚ ਕਲੈਕਸ਼ਨ ਕਰਨੀ, ਕਿਉਂਕਿ ਦਿਸ ਵਾਜ਼ ਦਾ ਮੇਨ ਸੋਰਸ ਆਫ ਇਨਕਮ ਆਫ ਦਾ ਗਵਰਨਮੈਂਟ ਐਟ ਦਾ ਟਾਈਮ ਆਫ ਦਾ ਬ੍ਰਿਟਿਸ਼ ਇੰਡੀਆ, ਠੀਕ ਹੈ। ਉਸ ਵੇਲੇ ਜਿਹੜਾ ਮਾਮਲਾ ਸੀਗਾ ਉਹ ਇਕੱਠਾ ਕੀਤਾ ਜਾਂਦਾ ਸੀ। ਡਿਪਟੀ ਕਮਿਸ਼ਨਰ ਦੀਆਂ ਮੇਨ ਪਾਵਰਾਂ ਹੁੰਦੀਆਂ ਸੀਗੀਆਂ ਮਾਮਲੇ ਦੀ ਵਸੂਲੀ ਨੂੰ ਇੰਸ਼ੋਰ ਕੀਤਾ ਜਾਵੇ, ਮਾਮਲਾ ਹੋਵੇ ਚਾਹੇ ਲੋਕਲ ਰੇਟ ਹੋਵੇ, ਠੀਕ ਹੈ। ਨੈਕਸਟ ਹੈਗਾ 501 ਰੈਵਨਿਊ ਫਸਟ ਚਾਰਜ ਔਨ ਦਾ ਪ੍ਰੋਡਿਊਸ ਦਾ ਲੈਂਡ। ਜਦੋਂ ਵੀ ਕੋਈ ਲੈਂਡ ਦੀ ਪ੍ਰੋਡਿਊਸ ਹੈਗੀ ਹੈ ਸਭ ਤੋਂ ਪਹਿਲਾਂ ਜਿਹੜਾ ਚਾਰਜ ਉਹਦੇ ਪਰ ਬਣ ਜਾਂਦਾ ਉਹ ਕਾਹਦਾ ਬਣ ਜਾਂਦਾ, ਲੈਂਡ ਰੈਵਨਿਊ ਦਾ ਬਣ ਜਾਂਦਾ ਹੈ। ਸਭ ਤੋਂ ਪਹਿਲਾਂ ਮਾਮਲੇ ਦੀ ਜਿਹੜੀ ਵਸੂਲੀ ਕੀਤੀ ਜਾਂਦੀ ਹੈ। ਇੰਸਟਾਲਮੈਂਟ ਦੇ ਵਿੱਚ ਆਪਾਂ ਗੱਲ ਕਰਕੇ ਹਟੇ ਹਾਂ, ਇੰਸਟਾਲਮੈਂਟ ਦੋ ਫਸਲਾਂ ਦੇ ਵਿੱਚ ਸੌਣੀ ਹਾੜੀ, ਲੈਂਡ ਓਨਰ ਜੁਆਇੰਟਲੀ ਐਂਡ ਸਿਵਿਲੀ ਰਿਸਪੌਂਸੀਬਲ, ਜਿਹੜੇ ਮਾਲਕ ਨੇ ਉਹ ਜ਼ਿੰਮੇਵਾਰ ਹੈਗੇ ਆ ਮਾਮਲਾ ਦੇਣ ਦੇ, ਚਾਹੇ ਉਹ ਇਕੱਠੇ ਕਰਕੇ ਦੇ ਦੇਣ ਚਾਹੇ ਉਹ ਅਲੱਗ-ਅਲੱਗ ਦੇ ਦੇਣ ਆਪਣਾ, ਠੀਕ ਹੈ। ਸੈਕਸ਼ਨ 61 ਤੋਂ ਲੈ ਕੇ ਸੈਕਸ਼ਨ 90 ਤੱਕ ਦਿੱਤਾ ਗਿਆ ਹੈਗਾ ਸਾਡੇ ਉਹਦੇ ਵਿੱਚ ਲੈਂਡ ਰੈਵਨਿਊ ਐਕਟ ਦੇ ਵਿੱਚ। ਇਹ ਬੁੱਕ ਦੇ ਵਿੱਚ ਵੀ ਪੰਜਾਬ ਵਿੱਚ ਬਹੁਤ ਤਰੀਕੇ ਡਿਟੇਲ ਨਾਲ ਸਮਝਾਇਆ ਗਿਆ ਹੈਗਾ ਕਲੈਕਸ਼ਨ ਆਫ ਏਰੀਆ ਦਾ ਲੈਂਡ ਰੈਵਨਿਊ। ਇਹ ਮੇਰਾ ਚੈਪਟਰ ਇਹਦੇ ਵਿੱਚ ਹੈਗਾ 44 ਚੈਪਟਰ ਹੈਗਾ, ਬਹੁਤ ਡਿਟੇਲ ਦਿੱਤੀ ਗਈ ਇਹਦੇ ਵਿੱਚ, ਤੁਸੀਂ ਪੜ੍ਹ ਕੇ ਦੇਖ ਸਕਦੇ ਹੋ। ਨਾਲ ਇਹਦੇ ਵਿੱਚ ਜਿਹੜੇ ਸੈਕਸ਼ਨ ਹੈਗੇ ਉਹ ਵੀ ਦਿੱਤੇ ਗਏ ਨੇ, ਸੈਕਸ਼ਨ 68 69 70 71 72 73 ਕਿਵੇਂ ਜਿਹੜੀ ਮਾਮਲੇ ਦੀ ਜਿਹੜੀ ਵਸੂਲੀ ਹੈ ਲੈਂਡ ਰੈਵਨਿਊ ਦੀ, ਜਦੋਂ ਉਹ ਈਰੀਅਰ ਬਣ ਜਾਂਦਾ, ਜਦੋਂ ਕੋਈ ਮਾਮਲਾ ਬੰਦਾ ਨਾ ਦੇਵੇ ਤਾਂ ਕਿਵੇਂ ਵਸੂਲੀ ਹੁੰਦੀ ਆ, ਉਹ ਈਰੀਅਰ ਬਣ ਜਾਂਦਾ। ਇਹ ਹੈਗੀ ਹੈ ਲੈਂਡ ਰੈਵਨਿਊ ਦੀ ਵਸੂਲੀ ਜੀ। ਜਦੋਂ ਅਸੀਂ ਤੁਹਾਡੇ ਵਾਲੀ ਕਿਤਾਬ ਤੋਂ ਲਿਖਾਂਗੇ ਫਿਰ ਉਹਦਾ ਸੈਕਸ਼ਨ ਕਿਹੜਾ ਲਿਖਾਂਗੇ, ਉਹ ਚ ਸੈਕਸ਼ਨ ਲਿਖੇ ਵੀ ਨੇ ਨਾਲ ਵਿੱਚ ਬੁੱਕ ਦੇ। ਨਹੀਂ ਉਹ ਲਿਖ ਕੇ ਚੱਲ ਜਾਏਗਾ। ਉਹ ਸੈਕਸ਼ਨ ਜਿਹੜਾ ਬੁੱਕ ਵਾਲਾ ਹੀ ਹੈ, ਜਿਹੜਾ ਮੇਰੀ ਬੁੱਕ ਦੇ ਵਿੱਚ ਲਿਖਿਆ ਹੋਇਆ ਨਾ, ਉਹ ਤੁਹਾਡੇ ਜਿਹੜੀ ਐਕਟ ਦਾ ਸੈਕਸ਼ਨ ਲਿਖਿਆ ਹੋਇਆ ਵਿੱਚ ਅੰਦਰ। ਠੀਕ ਹੈ, ਥੈਂਕ ਯੂ। ਹਾਂ, ਐਕਟ ਦੇ ਸੈਕਸ਼ਨ ਨਾਲ ਲਿਖੇ ਹੋਏ ਆ। ਦੇਖੋ ਜਿਵੇਂ ਦੇਖੋ ਨਾ, ਆ ਹੈਗਾ ਤੁਹਾਨੂੰ ਦਿਖ ਰਿਹਾ ਮੇਰਾ ਇਹ ਬੁੱਕ ਦਿਖ ਰਹੀ ਹੈ? ਹਾਂਜੀ ਇਹ ਕਰ ਲਈ ਨਹੀਂ ਦਿਖ ਰਹੀ ਹੈ। ਇੱਕ ਸੈਕੰਡ ਚੈਪਟਰ ਕਿਹੜਾ ਹੈ ਬਣਾ, ਇਹ ਚੈਪਟਰ ਤੁਸੀਂ ਨਿਕਾਲੋ 44 ਚੈਪਟਰ ਨਿਕਾਲੋ। ਇੱਕ ਸੈਕੰਡ ਬਸ। पेज नंबर 272 ਮਿਲ ਗਿਆ ਜੀ? ਹਾਂਜੀ ਸਰ। ਹਾਂ, ਹੁਣ ਤੁਸੀਂ ਦੇਖੋਗੇ ਇਹਦੇ ਵਿੱਚ ਅੱਗੇ ਦੇਖੋ, ਜਿਵੇਂ ਏ ਹੈਗਾ, ਏ ਪਾਰਟ ਵਸੂਲੀ ਜਾਰੀ ਕਰ ਸਕਦਾ ਹੈ, ਧਾਰਾ 68 68, ਠੀਕ ਹੈ। ਇਹਦਾ ਸੈਕਸ਼ਨ ਲਿਖੇ ਹੋਏ ਹੈਗੇ ਸਾਰੇ ਲੈਂਡ ਰੈਵਨਿਊ ਐਕਟ ਦੇ, ਠੀਕ ਹੈ ਨਾ। ਸੈਕਸ਼ਨ ਦਾ ਹਵਾਲਾ ਨਾ ਦਿੱਤਾ ਹੋਇਆ ਹੈਗਾ। ਅੱਗੇ ਚੱਲਦੇ ਆਪਾਂ, ਹੈਡਮੈਨ ਨਾਟ ਟੂ ਬੀ ਮੇਟ ਸਕੈਪ ਗॉट ਜੀ। ਸਾਰੇ ਪੇਪਰ ਦੇ ਵਿੱਚ ਲੈ ਕੇ ਜਾ ਸਕਦੇ ਜੀ, ਕੋਈ ਬੈਨ ਤਾਂ ਨਹੀਂ ਹੈਗੇ ਯਾਰ? ਜਦੋਂ ਵਿਦ ਬੁੱਕਸ ਪੇਪਰ ਹੈਗੇ ਤਾਂ ਕਿਹੜਾ ਪੁੱਛਦਾ ਲੈ ਆ, ਉਹ ਉੱਤੇ ਕਿਹੜਾ ਪੁੱਛਦਾ ਹੈਗਾ? ਕੋਈ ਨਹੀਂ ਦੇਖਦਾ ਕਿਤਾਬਾਂ। ਜਦੋਂ ਵਿਦ ਬੁੱਕਸ ਹੀ ਜਦੋਂ ਪੇਪਰ ਹੈਗੇ ਨੇ ਉੱਥੇ ਕੋਈ ਨਹੀਂ ਪੁੱਛਦਾ ਹੈਗਾ ਕਿਸੇ ਨੂੰ।
ਗੱਲ ਤਾਂ ਲਿਖਣ ਦੀ ਗੱਲ ਹੈ ਵੀ ਤੁਸੀਂ ਲਿਖ ਸਕਦੇ ਹੋ ਜਾਂ ਨਹੀਂ ਲਿਖ ਸਕਦੇ। ਤੁਹਾਨੂੰ ਸਮੇਂ ਦੀ ਸ਼ਾਰਟ ਹੁੰਦੀ ਹੈ ਵੀ ਉਸ ਸਮੇਂ 'ਚ ਤੁਸੀਂ ਕਿੰਨਾ ਕੁ ਲਿਖ ਸਕਦੇ ਹੋ, ਮੇਨ ਡਿਪੈਂਡ ਤਾਂ ਇਸ ਤੇ ਕਰਦਾ ਹੈ। ਬੁੱਕਸ ਨੂੰ ਕੋਈ ਨਹੀਂ ਦੇਖਦਾ ਹੈਗਾ ਕਿਹੜੀਆਂ ਬੁੱਕਸ ਤੁਸੀਂ ਲੈ ਕੇ ਗਏ ਹੋ, ਕਿਹੜੀਆਂ ਨਹੀਂ ਲੈ ਕੇ ਗਏ। ਹਾਲਾਂਕਿ ਦੇਖੋ ਲਾਅ ਦੇ ਵਿੱਚ ਕੀ ਹੈਗਾ, ਬੇਅਰ ਐਕਟ ਓਨਲੀ ਐਪਲੀਕੇਬਲ ਹੁੰਦੇ ਆ, ਅਪਲਾਈਡ ਹੁੰਦੇ ਆ, ਬੇਅਰ ਐਕਟ ਹੀ ਲੈ ਕੇ ਜਾ ਸਕਦੇ ਹੁੰਦੇ ਆ। ਪਰ ਆਪਾਂ ਜਿਹੜੀ ਆਪਣੀਆਂ ਬੁੱਕ ਵਿਦ ਕਮੈਂਟਰੀ ਹੁੰਦੀਆਂ ਨੇ ਉਹ ਸਾਰੇ ਲੈ ਕੇ ਜਾਂਦੇ ਆ, ਕੋਈ ਨਹੀਂ ਪੁੱਛਦਾ। ਠੀਕ ਹੈ, ਹੈਡਮੈਨ ਨਾਟ ਟੂ ਬੀ ਮੇਡ ਸਕੈਪ ਗੋਡ ਆਫ ਦਾ ਕਮਿਊਨਿਟੀ। ਇੱਥੇ ਕਿਹਾ ਗਿਆ ਵੀ ਜਿਹੜਾ ਹੈਡਮੈਨ ਹੈਗਾ ਉਸ ਨੂੰ ਕਮਿਊਨਿਟੀ ਦੇ ਲਈ ਬਲੀ ਦਾ ਬੱਕਰਾ ਨਾ ਬਣਾਇਆ ਜਾਵੇ। ਉਹਨੂੰ ਜਿਹੜੀ ਮਾਮਲਾ ਹੈਗਾ ਲੋਕਾਂ ਦੀ ਆਪਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਵੀ ਉਸ ਨੂੰ ਜਿਹੜਾ ਮਾਮਲਾ ਸਮੇਂ ਸਿਰ ਇਕੱਠਾ ਕਰਕੇ ਦਿੱਤਾ ਜਾਵੇ। ਉਹ ਘਰ ਘਰ ਜਾ ਕੇ ਨੰਬਰ ਜਿਹੜਾ ਮਾਮਲਾ ਹੈਗਾ ਇਕੱਠਾ ਕਰਨ ਦਾ ਜ਼ਿੰਮੇਵਾਰ ਨਹੀਂ ਬਣ ਜਾਂਦਾ। 506 ਹੈ, ਸ਼ੇਅਰ ਹੋਲਡਰਸ ਮਸਟ ਨਾਟ ਬੀ ਅਲਾਉਡ ਟੂ ਪੇ ਡਾਇਰੈਕਟਲੀ ਤੌਰ ਤੇ ਜਿਹੜੇ ਸ਼ੇਅਰ ਹੋਲਡਰ ਹੈਗੇ ਆ ਉਹ ਇਹ ਨਹੀਂ ਕਹਿ ਸਕਦੇ ਵੀ ਮੈਂ ਤਾਂ ਜਾ ਕੇ ਤਹਿਸੀਲ ਜਾ ਕੇ ਮਾਮਲਾ ਜਮ੍ਹਾਂ ਕਰਾਵਾਂਗਾ, ਡਾਇਰੈਕਟਲੀ ਨੰਬਰਦਾਰ ਨੂੰ ਪੇ ਨਹੀਂ ਕਰਨਾ। ਪਰ ਜਿੱਥੇ ਕਿਤੇ ਕੋਈ ਇਦਾਂ ਦੀ ਕੋਈ ਗੱਲ ਆ ਜਾਂਦੀ ਹੈ ਵੀ ਨੰਬਰਦਾਰ ਦੇ ਤੇ ਮਾਲਕਾਂ ਦੇ ਕਿਤੇ ਸੰਬੰਧ ਖਰਾਬ ਹੋ ਗਏ ਕਿਸੇ ਕਾਰਨ, ਤਾਂ ਉਹ ਅਰਜੀ ਦੇ ਸਕਦੇ ਆ ਵੀ ਜਿਹੜਾ ਸਾਡਾ ਮਾਮਲਾ ਹੈਗਾ ਸਾਡੀ ਇਦਾਂ ਕਰਕੇ ਜਿਹੜੀ ਹੈਗੀ ਹੈ ਨੰਬਰ ਦੇ ਨਾਲ ਇਸ ਕਾਰਨ ਕਰਕੇ ਸਾਡਾ ਜਿਹੜਾ ਨਹੀਂ ਬਣਦਾ, ਕਿਸੇ ਹੋਰ ਨੰਬਰਦਾਰ ਨੂੰ ਸਾਡਾ ਜਿਹੜਾ ਮਾਮਲਾ ਹੈਗਾ ਕਿਸੇ ਹੋਰ ਪਤੀ ਦੇ ਨੰਬਰਦਾਰ ਨੂੰ ਮਾਮਲਾ ਸਾਡਾ ਲਗਾਇਆ ਜਾਵੇ। ਇਦਾਂ ਦੀ ਗੱਲ ਕਰਕੇ ਅਰਜੀ ਦਿੱਤੀ ਜਾ ਸਕਦੀ ਹੈ। ਵਿਲੇਜ ਖਤੌਨੀਜ਼ 507 ਵਿਲੇਜ ਖਤੌਨੀ ਕੀ ਹੁੰਦੀਆਂ, ਜਿਹਨਾਂ ਤੁਸੀਂ ਸਾਰਿਆਂ ਨੇ ਹੀ ਤਹਿਸੀਲ ਪੱਧਰ ਤੇ ਮਾਮਲੇ ਇਕੱਠੇ ਵੀ ਕੀਤੇ ਹੋਣੇ। ਪਿੰਡ ਦੇ ਹਰ ਬਾਸਲ ਬਾਕੀ ਨਿਵੀਸ ਕੋਲੇ ਇੱਕ ਖਤੌਨੀ ਲੱਗੀ ਹੋਈ ਹੁੰਦੀ ਹੈ ਪਿੰਡ ਵਾਈਜ਼। ਹਰ ਬਾਸਲ ਬਾਕੀ ਨਿਵੀਸ ਕੋਲੇ ਤਹਿਸੀਲ ਰੈਵਨਿਊ ਅਕਾਊਂਟੈਂਟ ਹੁੰਦਾ ਹੈ ਪਿੰਡ ਵਾਈਜ਼ ਪਿੰਡ ਇੱਕ ਖਤੌਨੀ ਲੱਗੀ ਹੁੰਦੀ ਹੈ, ਵੱਡੀ ਸਾਰੀ ਬੁੱਕ ਲੱਗੀ ਹੋਈ ਹੁੰਦੀ ਹੈ, ਐਡੀ ਵੱਡੀ ਬੁੱਕ ਹੁੰਦੀ ਹੈ। ਠੀਕ ਹੈ, ਉਸ ਬੁੱਕ ਦੇ ਵਿੱਚ ਹਰ ਪਿੰਡ ਦਾ ਜਿਹੜਾ ਵੇਰਵਾ ਹੁੰਦਾ ਪਹਿਲਾਂ ਪਿੰਡ ਵਾਈਜ਼, ਪਹਿਲਾਂ ਇੱਕ ਕਾਨੋਗੋਈ, ਫਿਰ ਉਹਦੇ ਸਾਰੇ ਪਿੰਡ, ਫਿਰ ਦੂਜੀ ਕਾਨੋਗੋਈ, ਫਿਰ ਸਾਰੇ ਪਿੰਡ, ਫਿਰ ਤੀਜੀ ਕਾਨੋਗੋਈ ਸਾਰੇ ਪਿੰਡ। ਠੀਕ ਹੈ, ਏਦਾਂ ਕਰਕੇ ਸਾਰੇ ਪਿੰਡਾਂ ਦੇ ਨਾਮ ਦਰਜ ਕੀਤੇ ਹੋਏ ਹੁੰਦੇ ਆ। ਫਿਰ ਇਸ ਇੱਕ ਪਿੰਡ ਦੇ ਥੱਲੇ ਜਿਹੜੇ ਹੈੱਡ ਬਣੇ ਹੁੰਦੇ ਆ, ਅਲੱਗ-ਅਲੱਗ ਮਾਮਲਾ ਕਿੰਨਾ ਹੈ, ਲੋਕਲੇਟ ਕਿੰਨਾ ਹੈ, ਨੰਬਰਦਾਰੀ ਕਿੰਨੀ ਹੈ, ਚੌਕੀਦਾਰਾ ਕਿੰਨਾ ਹੈ, ਨਹਿਰੀ ਪਾਣੀ ਕਿੰਨਾ ਹੈ, ਇਹ ਜਿਹੜਾ ਵੇਰਵਾ ਹੈਗਾ ਸਾਰਾ ਪਟਵਾਰੀ ਹਲਕਾ ਵੱਲੋਂ ਹਰ ਛਮਾਹੀ ਜਿਹੜੀ ਡਿਮਾਂਡ ਬਣਾ ਕੇ ਭੇਜੀ ਜਾਂਦੀ ਹੈ। ਠੀਕ ਹੈ, ਵੀ ਅਸੀਂ ਇਸ ਛਮਾਹੀ ਨੂੰ ਕਿਹੜੇ ਹੈੱਡ ਦੇ ਦਿਨ ਕਿਹੜੀ ਵਸੂਲੀ ਕੀਤੀ ਜਾਣੀ ਹੈ, ਉਹ ਜਿਹੜੀ ਡਿਮਾਂਡ ਹੈਗੀ ਆ ਪਟਵਾਰੀ ਹਲਕਾ ਜਿਹੜਾ ਹੈਗਾ ਵੱਲੋਂ ਭੇਜੀ ਜਾਂਦੀ ਹੈ ਤੇ ਬਾਸਲ ਬਾਕੀ ਨਿਵੀਸ ਵੱਲੋਂ ਉਸ ਖਤੌਨੀ ਦਰਜ ਕਰ ਲਈ ਜਾਂਦੀ ਹੈ। ਉਸ ਤੋਂ ਬਾਅਦ ਫਿਰ ਉਹਦੀ ਵਸੂਲੀ ਸ਼ੁਰੂ ਹੋ ਜਾਂਦੀ ਹੈ। ਇਹ ਜਿਹੜੀ ਡਿਮਾਂਡ ਪਟਵਾਰੀ ਹਲਕਾ ਵੱਲੋਂ ਭੇਜੀ ਜਾਂਦੀ ਹੈ, ਇਹ ਜਿਹੜੀ ਡਿਮਾਂਡ ਹੈ ਤਹਿਸੀਲਦਾਰ ਵੱਲੋਂ ਕਲੈਕਟਰ ਕੋਲੇ ਭੇਜੀ ਜਾਂਦੀ ਹੈ। ਫਿਰ ਕਲੈਕਟਰ ਕੋਲੋਂ ਇਹਦੀ ਜਿਹੜੀ ਡਿਮਾਂਡ ਦੀ ਮਨਜ਼ੂਰੀ ਹੋ ਜਾਂਦੀ ਹੈ। ਠੀਕ ਹੈ, ਮਨਜ਼ੂਰੀ ਹੋਣ ਉਪਰੰਤ ਜਿਹੜੀ ਡਿਮਾਂਡ ਹੈ ਇਹ ਸਾਰੀ ਅੱਗੇ ਖਤੌਨੀਆਂ 'ਚ ਦਰਜ ਹੋ ਜਾਂਦੀ ਹੈ। ਜਦੋਂ ਖਤੌਨੀਆਂ 'ਚ ਅੱਗੇ ਦਰਜ ਹੋ ਗਈ, ਕਲੈਕਟਰ ਵੱਲੋਂ ਮਨਜ਼ੂਰੀ ਹੋ ਗਈ, ਤਾਂ ਇਹ ਜਿਹੜੀ ਅਮਾਊਂਟ ਹੈ ਰਿਕਵਰੇਬਲ ਅਮਾਊਂਟ ਬਣ ਜਾਂਦੀ ਹੈ। ਡਿਊਟੀ ਆਫ ਦਾ ਅੱਗੇ ਆ ਗਿਆ 508 ਡਿਊਟੀ ਆਫ ਦਾ ਪਟਵਾਰੀ ਇਨ ਕਨੈਕਸ਼ਨ ਵਿਦ ਲੈਂਡ ਰੈਵਨਿਊ ਕਲੈਕਸ਼ਨ। ਪਟਵਾਰੀ ਦੀ ਕੀ ਡਿਊਟੀ ਹੁੰਦੀ ਹੈ ਲੈਂਡ ਰੈਵਨਿਊ ਕਲੈਕਟ ਕਰਨ ਦੇ ਵਿੱਚ? ਫਰਦ ਢਾਲਵਾਸ਼ ਬਣਾ ਕੇ ਦਿੱਤੀ ਜਾਂਦੀ ਹੈ ਪਟਵਾਰੀ ਵੱਲੋਂ, ਜਿਵੇਂ ਆਪਾਂ ਪਹਿਲਾਂ ਗੱਲ ਕਰਕੇ ਗਏ ਹਾਂ ਸੋਣੀ ਵੇਲੇ ਸੋਣੀ ਦੀ, ਹਾੜੀ ਵੇਲੇ ਹਾੜੀ ਦੀ। ਠੀਕ ਹੈ, ਫਰਦ ਢਾਲਵਾਸ਼ ਨੰਬਰਦਾਰ ਨੂੰ ਬਣਾ ਕੇ ਦਿੱਤੀ ਜਾਂਦੀ ਹੈ। ਇੱਕ ਕਾਪੀ ਆਪਦੇ ਕੋਲ ਵੀ ਰੱਖੀ ਜਾਂਦੀ ਹੈ। ਉਸ ਢਾਲਵਾਸ਼ ਦੇ ਮੁਤਾਬਕ ਜਿਹੜਾ ਨੰਬਰਦਾਰ ਹੈਗਾ ਉਹ ਕਿਸ਼ਤਾਂ ਦੇ ਵਿੱਚ ਜੂਨ ਦੇ ਵਿੱਚ ਤੇ ਜਨਵਰੀ ਦੇ ਵਿੱਚ ਪਿੰਡ ਦੇ ਮਾਲਕਾਂ ਤੋਂ, ਠੀਕ ਹੈ, ਜਿਹੜਾ ਮਾਮਲਾ ਹੈਗਾ ਇਕੱਠਾ ਕਰਦਾ ਹੈ। ਉਸ ਵੇਲੇ ਪਟਵਾਰੀ ਹਲਕਾ ਵੀ ਨਾਲ ਬੈਠਦਾ ਹੈ ਤੇ ਨਾਲ ਜਿਹੜਾ ਉਸ ਵਿਅਕਤੀ ਨੂੰ ਜਿਹੜੀਆਂ ਰਸੀਦਾਂ ਦਿੱਤੀਆਂ ਜਾਂਦੀਆਂ ਨੰਬਰਦਾਰ ਵੱਲੋਂ। ਦੈਨ ਹੈਗਾ 509 ਪੇਮੈਂਟ ਐਟ ਆਊਟਲੈਟ ਤਹਿਸੀਲਸ, ਆਊਟਲਾਈਨ ਤਹਿਸੀਲ ਦੇ ਵਿੱਚ ਅਰਾਈਵ ਜਿਹੜਾ ਤਹਿਸੀਲ ਹੈ ਤਾਂ ਹੈਡਮੈਨ, ਜਦੋਂ ਇਹ ਵਸੂਲੀ ਹੋ ਜਾਂਦੀ ਹੈ ਤਾਂ ਪਟਵਾਰੀ ਹਲਕਾ ਵੱਲੋਂ ਇੱਕ ਰਜਿਸਟਰ ਬਣਾ ਕੇ ਦਿੱਤੀ ਜਾਂਦੀ ਹੈ ਉਸ ਨੰਬਰਦਾਰ ਨੂੰ। ਨੰਬਰਦਾਰ ਰਜਿਸਟਰ ਲੈ ਕੇ ਆਪਦੇ ਬਾਸਲ ਬਾਕੀ ਨਿਵੀਸ ਕੋਲੇ ਜਾਂਦਾ ਹੈ। ਬਾਸਲ ਬਾਕੀ ਨਿਵੀਸ ਕੋਲੇ ਕੀ ਹੁੰਦਾ, ਫਿਰ ਉਹ ਜਿਹੜਾ ਹੈਗਾ ਉਹਦਾ ਜਿਹੜਾ ਹੈਗਾ ਚਲਾਨ ਫਾਰਮ ਭਰ ਕੇ ਦਿੱਤਾ ਜਾਂਦਾ ਹੈ ਤੇ ਖਜ਼ਾਨੇ 'ਚ ਜਾ ਕੇ ਮਾਮਲਾ ਉਹਦੇ ਵੱਲੋਂ ਜਮ੍ਹਾਂ ਕਰ ਦਿੱਤਾ ਜਾਂਦਾ ਹੈ। ਪੇਮੈਂਟ ਐਟ ਦਾ ਹੈੱਡਕੁਆਟਰਸ ਤਹਿਸੀਲ, ਇਹ ਉਹੀ ਹੈ ਸ਼ਾਹ ਨਵੀਸ ਜਿਹਨੂੰ ਅਸੀਂ ਕਹਿੰਦੇ ਹਾਂ। ਬਾਸਲ ਬਾਕੀ ਨੂੰ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਹੈਗੀ ਹੈ ਹੈੱਡਕੁਆਟਰ, ਜਿੱਥੇ ਜਿਵੇਂ ਡਿਸਟ੍ਰਿਕਟ ਪਟਿਆਲਾ ਹੈਗਾ, ਡਿਸਟ੍ਰਿਕਟ ਪਟਿਆਲੇ 'ਚ ਵੱਖਰੀ ਜਿਹੜਾ ਖਜ਼ਾਨਾ ਨਹੀਂ ਹੁੰਦਾ, ਇੱਕੋ ਹੀ ਖਜ਼ਾਨਾ ਹੁੰਦਾ, ਉਹ ਜ਼ਿਲ੍ਹੇ ਦਾ ਖਜ਼ਾਨਾ ਹੁੰਦਾ, ਉਹੀ ਤਹਿਸੀਲ ਦਾ ਖਜ਼ਾਨਾ ਹੁੰਦਾ। ਇੱਥੇ ਉਹਦੀ ਗੱਲ ਕੀਤੀ ਗਈ ਹੈ। ਠੀਕ ਹੈ, ਉੱਥੇ ਵੀ ਜਦੋਂ ਕੋਈ ਵਿਅਕਤੀ ਆਪਦਾ ਰਜਿਸਟਰ ਲੈ ਕੇ ਆਉਂਦਾ ਹੈ ਉਹ ਚਲਾਨ ਕਟਵਾਉਂਦਾ, ਚਲਾਨ ਕਟਵਾ ਕੇ ਖਜ਼ਾਨੇ 'ਚ ਪੇਮੈਂਟ ਜਮ੍ਹਾਂ ਕਰਾਉਂਦਾ ਹੈ। ਪੇਮੈਂਟ ਐਟ ਰੈਵਨਿਊ ਬਾਈ ਮਨੀ ਆਰਡਰ, ਇਹ ਪੁਰਾਣੀ ਗੱਲ ਕੋਈ ਹੋਣੀ ਹੈ ਵੀ ਮਨੀ ਆਰਡਰ ਰਾਹੀਂ ਵੀ ਕੋਈ ਨੰਬਰਦਾਰ ਹੈ ਪੇਮੈਂਟ ਜਮ੍ਹਾਂ ਕਰ ਸਕਦਾ ਸੀਗਾ। ਪੇਮੈਂਟ ਟੂ ਬੀ ਕ੍ਰੈਡਿਟਡ ਟੂ ਡਿਮਾਂਡ ਆਫ ਦਾ ਹਾਰਵੈਸਟ ਨਾਟ ਏ ਲਿਕੁਇਡ, ਕੀ ਕਿਹਾ ਸੀ, ਡਾਇਰੈਕਟ ਪੇਮੈਂਟ ਟੂ ਅਸਾਈਨੀ। ਅਸਾਈਨੀ ਕੌਣ ਹੁੰਦਾ? ਜਦੋਂ ਸਰਕਾਰ ਵੱਲੋਂ ਕਿਸੇ ਵਿਅਕਤੀ ਨੂੰ ਲੈਂਡ ਨੂੰ ਅਸਾਈਨ ਕੀਤਾ ਜਾਂਦਾ ਹੈ। ਉਹ ਕਦੋਂ ਕੀਤਾ ਜਾਂਦਾ ਹੈ? ਜਦੋਂ ਕਿਸੇ ਵਿਅਕਤੀ ਨੇ ਕੋਈ ਬਹਾਦਰੀ ਦਾ ਕੰਮ ਕੀਤਾ ਹੋਵੇ, ਕਿਸੇ ਫੌਜ 'ਚ ਕੰਮ ਕੀਤਾ ਹੋਵੇ, ਜਾਂ ਕਿਸੇ ਨੇ ਕੋਈ ਇਨਾਮ ਜਿੱਤਿਆ ਹੋਵੇ। ਉਸ ਵੇਲੇ ਉਹਨਾਂ ਕੇਸਾਂ 'ਚ ਸਰਕਾਰ ਵੱਲੋਂ ਕੁਛ ਪਿੰਡਾਂ ਦਾ ਜਿਹੜਾ ਮਾਮਲਾ ਹੈਗਾ ਉਸ ਵਿਅਕਤੀ ਨੂੰ ਦੇ ਨਾਮ ਤੇ ਅਸਾਈਨ ਕਰ ਦਿੱਤਾ ਜਾਂਦਾ ਵੀ ਜਦੋਂ ਕਲੈਕਸ਼ਨ ਆਉਂਦੀ ਹੈ ਤਾਂ ਕਲੈਕਸ਼ਨ ਕਰਕੇ ਜਿਹੜਾ ਮਾਮਲਾ ਹੈਗਾ ਉਹ ਅਸਾਈਨੀ ਨੂੰ ਅਦਾ ਕਰ ਦਿੱਤਾ ਜਾਂਦਾ ਹੈ। ਪਰ ਇੱਥੇ ਕਿਹਾ ਗਿਆ ਗੱਲ ਵੀ ਸਿੱਧੇ ਤੌਰ ਤੇ ਨਹੀਂ ਅਦਾ ਕੀਤਾ ਜਾਏਗਾ ਨੰਬਰਦਾਰ ਵੱਲੋਂ। ਇਹ ਜਿਹੜਾ ਮਾਮਲਾ ਅਦਾ ਕੀਤਾ ਜਾਏਗਾ ਅੱਗੇ ਬਾਸਲ ਬਾਕੀ ਨਿਵੀਸ ਕੋਲ ਜਮ੍ਹਾਂ ਕਰਾਇਆ ਜਾਵੇਗਾ। ਬਾਸਲ ਮਾਸੀ ਨਿਵੀਸ ਕੋਲੋਂ
ਜਿਹੜਾ ਹੈਗਾ ਜਿਵੇਂ ਅਸਾਈਨੀ ਹੈ, ਜ਼ਗੀਰਦਾਰ ਹੈ, ਉਹਨਾਂ ਨੂੰ ਮਾਮਲਾ ਜਿਹੜਾ ਹੈਗਾ ਦੇ ਕੇ ਇੱਕ ਰਜਿਸਟਰ ਵੱਖਰਾ ਤੌਰ ਤੇ ਲੱਗਿਆ ਹੋਇਆ ਹੁੰਦਾ, ਉਹਨੂੰ ਮਾਮਲਾ ਦੇ ਕੇ ਉਹਨਾਂ ਤੋਂ ਰਸੀਦ ਲੈ ਲਈ ਜਾਂਦੀ ਹੈ ਫਸਲ ਬਾਕੀ ਫੀਸ ਕੋਲੋਂ। Failure to pay either justifiable or the unjustifiable actions appropriation to each case. Failure to pay the land revenue by due date may be either justifiable. ਉਹ ਕੋਈ ਵਿਅਕਤੀ ਜਦੋਂ ਕੋਈ ਮਾਮਲਾ ਸਮੇਂ ਸਿਰ ਨਹੀਂ ਦਿੰਦਾ ਹੈਗਾ, ਕੀ ਕਾਰਨ ਹੈ, ਰੀਜ਼ਨ ਕੀ ਹੈ, ਜਸਟੀਫਾਈ ਹੈ ਨਹੀਂ ਜਸਟੀਫਾਈ, ਇਹ ਦੇਖਿਆ ਜਾਏਗਾ ਆਫਿਸਰਸ ਵੱਲੋਂ। Then delay in enforcing the payment harmful to the landowners. ਜੇ ਕੋਈ ਮਾਮਲਾ ਅਦਾ ਕਰਨ ਦਾ ਡਿਲੇ ਕਰਦਾ ਹੈ ਤਾਂ ਉਹ ਵੀ ਉਹਦਾ ਨੁਕਸਾਨ ਹੀ ਹੁੰਦਾ ਉਹਦੇ ਵਿੱਚ। ਮੀਨਿੰਗ ਆਫ ਡਿਫਾਲਟਰ ਦਾ ਮੀਨਿੰਗ ਕੀ ਹੁੰਦਾ ਹੈਗਾ? ਡਿਫਾਲਟਰ ਦਾ ਮੀਨਿੰਗ ਹੁੰਦਾ ਜਦੋਂ ਕਿਸੇ ਸਮੇਂ ਤੇ ਕਿਸੇ ਵਿਅਕਤੀ ਨੇ ਕੋਈ ਪੇਮੈਂਟ ਸਰਕਾਰ ਦੀ ਅਦਾ ਕਰਨੀ ਹੋਵੇ ਪਰ ਉਸ ਸਮੇਂ ਤੱਕ ਨਹੀਂ ਦੇ ਪਾਉਂਦਾ ਹੈਗਾ, ਤਾਂ ਉਸ ਨੂੰ ਅਸੀਂ ਕੀ ਕਹਿੰਦੇ ਹਾਂ, ਡਿਫਾਲਟਰ ਕਹਿ ਦਿੰਦੇ ਹਾਂ। ਸੈਕਸ਼ਨ 61 ਤੋਂ ਲੈ ਕੇ ਇਸ ਬੁੱਕ ਦੇ ਜਿਹੜੀ ਮੈਂ ਹੁਣ ਤੁਹਾਨੂੰ ਦਿਖਾਈ ਹੈਗੀ ਹੈ, ਸੈਕਸ਼ਨ 61 ਤੋਂ ਲੈ ਕੇ ਸੈਕਸ਼ਨ 90 ਤੱਕ ਜਿਹੜਾ ਵੇਰਵਾ ਹੈਗਾ ਡਿਫਾਲਟਰ ਤੋਂ ਵਸੂਲੀ ਕਰਨ ਦਾ ਹੈਗਾ, ਸਾਰਾ ਜੀ ਦਰਜ ਹੈਗਾ। ਤੁਸੀਂ ਇਹਨੂੰ ਇੱਕ ਵਾਰੀ ਪੜ੍ਹ ਲਿਓ, ਜਿਹਦੇ ਕੋਲ ਬੁੱਕ ਹੈਗੀ ਹੈ, ਠੀਕ ਹੈ, ਡਿਟੇਲ 'ਚ ਦਿਖਾਇਆ ਗਿਆ ਇਹਦੇ ਵਿੱਚ ਡਿਫਾਲਟਰ ਤੋਂ ਕਿਵੇਂ ਵਸੂਲੀ ਕੀਤੀ ਜਾਂਦੀ ਹੈ, ਉਹਦੇ ਵਾਰੰਟ ਵੀ ਜਾਰੀ ਕੀਤੇ ਜਾ ਸਕਦੇ ਨੇ, ਠੀਕ ਹੈ। ਸੈਕਸ਼ਨ 68 ਦੇ ਵਿੱਚ ਉਹਨੂੰ ਨੋਟਿਸ ਵੀ ਜਾਰੀ ਕੀਤਾ ਜਾਂਦਾ, 69 'ਚ ਵਾਰੰਟ ਜਾਰੀ ਕੀਤੇ ਜਾਂਦੇ, 70 'ਚ ਉਹਦੀ ਜਿਹੜੀ ਮੂਲ ਪ੍ਰਾਪਰਟੀ ਹੈ ਉਹਨੂੰ ਅਟੈਚ ਕਰ ਸਕਦੇ ਹਾਂ, 71 'ਚ ਉਹਦੀ ਜਿਹੜੀ ਪ੍ਰਾਪਰਟੀ ਹੈਗੀ ਉਹਨੂੰ ਕਿਸੇ ਨਾਲ ਦੇ ਗੁਆਂਢੀ ਨੂੰ ਟ੍ਰਾਂਸਫਰ ਕਰ ਸਕਦੇ ਹਾਂ, 72 'ਚ ਉਹਦੀ ਪ੍ਰਾਪਰਟੀ ਨੂੰ ਅਟੈਚਮੈਂਟ ਕਰ ਸਕਦੇ ਹਾਂ, ਠੀਕ ਹੈ। ਫਿਰ 73 74 ਦੇ ਵਿੱਚ ਹੈਗਾ ਉਹਦੀ ਜਿਹੜੀ ਅਟੈਚਮੈਂਟ ਹੈਗੀ ਹੈ, 75 ਦੇ ਵਿੱਚ ਮੇਰੇ ਖਿਆਲ ਸੇਲ ਕਰ ਸਕਦੇ ਹਾਂ। ਇਹ ਸਾਰਾ ਜਿਹੜਾ ਵੀ ਪਰਸਨਲ ਐਕਸ਼ਨ ਬਾਏ ਦਾ ਤਹਿਸੀਲਦਾਰ ਵੱਲੋਂ ਜਿਹੜੀ ਕਾਰਵਾਈ ਕੀਤੀ ਜਾਂਦੀ ਹੈ, ਰਿਕਵਰੀ ਕਰਨ ਸੰਬੰਧੀ ਐਕਸ਼ਨ ਲਿਆ ਜਾਂਦਾ ਹੈ, ਨੋਟਿਸ ਜਾਰੀ ਕੀਤਾ ਜਾਂਦਾ ਹੈ। ਮਿਸ ਐਪਰੋਪ੍ਰੀਏਸ਼ਨ ਬਾਏ ਦਾ ਹੈਡਮੈਨ, ਕੋਈ ਜਿਹੜਾ ਹੈਡਮੈਨ ਹੈਗਾ ਉਹ ਕੋਈ ਮਾਮਲਾ ਇਕੱਠਾ ਕਰਕੇ ਉਹ ਜੋ ਮਿਸ ਯੂਟੀਲਾਈਜ਼ ਕਰ ਜਾਵੇ ਤਾਂ ਉਹਨੂੰ ਵੀ ਅਸੀਂ ਡਿਫਾਲਟਰ ਕਹਿ ਸਕਦੇ ਹਾਂ। ਆ ਲੀਗਲ ਪ੍ਰੋਸੈਸ ਕਿਹਾ ਗਿਆ 520 ਦੇ ਵਿੱਚ ਵੀ ਜਦੋਂ ਕੋਈ ਵਿਅਕਤੀ ਜਿਹੜਾ ਹੈਗਾ ਮਾਮਲਾ ਨਾ ਦੇਵੇ ਜਾਂ ਡਿਫਾਲਟਰ ਹੋ ਜਾਵੇ ਤਾਂ ਇਹ ਦੱਸਿਆ ਗਿਆ ਇਹਦੇ ਵਿੱਚ ਪੂਰਾ A ਤੋਂ ਲੈ ਕੇ H ਤੱਕ 68 ਸੈਕਸ਼ਨ 'ਚ ਵਾਰੰਟ ਜਾਰੀ ਹੋ ਸਕਦਾ, ਉਹਨੂੰ ਰਿਟ ਜਾਰੀ ਕੀਤੀ ਜਾ ਸਕਦੀ ਹੈ। ਇਹ ਸਾਰਾ ਵੇਰਵਾ ਤੁਸੀਂ ਦੇਖ ਸਕਦੇ ਹੋ, ਇਹ ਬੁੱਕ 'ਚ ਪੜ੍ਹ ਲਿਓ ਇੱਕ ਵਾਰੀ ਸਾਰਾ। ਰਿਟ ਆਫ ਡਿਮਾਂਡ ਸੈਕਸ਼ਨ 68 ਦੇ ਜਿਹੜੇ ਉਹਨੂੰ ਨੋਟਿਸ ਜਾਰੀ ਕਰਦੇ ਆ ਵੀ ਤੇਰੇ ਵੱਲ ਇੰਨਾ ਬਕਾਇਆ ਹੈ, ਪਤਾ ਅਦਾ ਕਰਵਾ ਕੇ, ਠੀਕ ਹੈ। ਤਾਂ 522 ਦੇ ਵਿੱਚ ਉਸ ਵਿਅਕਤੀ ਨੂੰ ਅਰੈਸਟ ਵੀ ਕੀਤਾ ਜਾ ਸਕਦਾ ਹੈ। ਤਹਿਸੀਲਦਾਰ ਵੱਲੋਂ ਜਿਹੜੀ ਅਰੈਸਟ ਹੈ ਕਿ 10 ਦਿਨ ਤੱਕ ਦੀ ਹੋ ਸਕਦੀ ਹੈ, ਫਿਰ 10 ਦਿਨ ਤੋਂ ਬਾਅਦ ਜਿਹੜੀ ਅਰੈਸਟ ਹੈ ਕਲੈਕਟਰ ਵੱਲੋਂ, ਡਿਸਟ੍ਰਿਕਟ ਕਲੈਕਟਰ ਵੱਲੋਂ 30 ਦਿਨ ਤੱਕ ਵੀ ਉਸ ਨੂੰ ਜੇਲ੍ਹ 'ਚ ਭੇਜਿਆ ਜਾ ਸਕਦਾ ਹੈ। ਫਿਰ 523 ਪੈਰਾ ਹੈਗਾ, ਇਹਦੇ ਵਿੱਚ ਸੈਕਸ਼ਨ 70 'ਚ ਅਸੀਂ ਪੜ੍ਹਿਆ ਸੀਗਾ ਡਿਸਟ੍ਰੈਸ ਐਂਡ ਸੇਲ ਆਫ ਦਾ ਮੂਲ ਪ੍ਰਾਪਰਟੀ, ਉਹਦੀ ਕੋਈ ਵੀ ਖੜੀ ਫਸਲ ਹੋ ਜਾਂ ਉਹਦੀ ਕੋਈ ਚੱਲ ਜਾਇਦਾਦ ਨੂੰ ਅਸੀਂ ਵੇਚ ਕੇ ਜਿਹੜੀ ਪੇਮੈਂਟ ਦੀ ਪੂਰੀ ਕਰ ਸਕਦੇ ਹਾਂ। ਸੈਕਸ਼ਨ 70 'ਚ ਕੋਰਸਪ ਪ੍ਰੋਸੈਸ, ਐਡਵਾਂਟੇਜ ਆਫ ਦਿਸ ਫਾਰਮ ਆਫ ਕੋਰਸਪ ਪ੍ਰੋਸੈਸ, ਉਹ ਕਹਿੰਦੇ ਜਿਹੜਾ ਸਖਤ ਐਕਸ਼ਨ ਹੈਗਾ ਉਹ ਲੈਣ ਤੋਂ ਗੁਰੇਜ਼ ਕਰਨਾ ਚਾਹੀਦਾ। ਸਖਤ ਐਕਸ਼ਨ ਕਿਵੇਂ? ਕਿਸੇ ਪ੍ਰਾਪਰਟੀ ਨੂੰ ਸੇਲ ਕਰਨਾ ਜਾਂ ਉਸ ਵਿਅਕਤੀ ਨੂੰ ਅਰੈਸਟ ਕਰਕੇ ਲੈ ਕੇ ਆਉਣਾ, ਮਤਲਬ ਬਾਰ-ਬਾਰ ਕਿਹਾ ਗਿਆ ਲਾਅ ਦੇ ਵਿੱਚ ਵੀ ਸਖਤ ਐਕਸ਼ਨ ਲੈਣ ਤੋਂ ਪਹਿਲਾਂ ਜਿਹੜੇ ਸਿੰਪਲ ਐਕਸ਼ਨ ਹੈਗੇ ਨੇ ਉਹੀ ਲੈਣੇ ਚਾਹੀਦੇ ਹੈਗੇ, ਤਾਂ ਉਸਦੇ ਨਾਲ ਹੀ ਜਿਹੜੀ ਵਸੂਲੀ ਹੈ ਕਰ ਲੈਣੀ ਚਾਹੀਦੀ ਹੈ। ਪਰ ਜੇ ਕਿਤੇ ਸਾਰੇ ਤੁਹਾਡੇ ਜਿਹੜੇ ਸਾਧਨ ਨੇ, ਤੁਹਾਡੇ ਲੀਗਲ ਪ੍ਰੋਸੈਸ ਨੇ, ਸਾਰੇ ਫੇਲ ਹੋ ਜਾਣ, ਫਿਰ ਹੀ ਜਿਹੜੇ ਸਖਤ ਐਕਸ਼ਨ ਨੇ ਉਹ ਲੈ ਜਾਣੇ ਚਾਹੀਦੇ ਹੁੰਦੇ ਆ। ਸਰ ਲੈਂਡ ਡਰਾਈਵਿੰਗ ਦਾ ਮੈਂ ਕਿਹਾ ਅੰਗਰੇਜ਼ ਦੇ ਟਾਈਮ ਦਾ ਬੜਾ ਸਖਤ ਐਕਟ ਹੈ ਜੀ। ਹਾਂ, ਦੇਖੋ ਹੋਰਾਂ ਡਿਪਾਰਟਮੈਂਟਾਂ ਦੀ ਜਦੋਂ ਵਸੂਲੀ ਨਹੀਂ ਹੁੰਦੀ, ਚਾਹੇ ਉਹ ਡਿਪਾਰਟਮੈਂਟ, ਚਾਹੇ ਉਹ ਕੋਈ ਕਾਰਪੋਰੇਟ ਡਿਪਾਰਟਮੈਂਟ ਹੈ, ਚਾਹੇ ਕੋਈ ਤੁਹਾਡਾ ਐਕਸਾਈਜ਼ ਡਿਪਾਰਟਮੈਂਟ ਹੈ, ਕੋਈ ਬੈਂਕ ਨੇ, ਠੀਕ ਹੈ, ਸਰਕਾਰ ਦੇ ਹੋਰ ਕਿੰਨੇ ਵੀ ਅਦਾਰੇ ਨੇ, ਐਸਸੀ ਕਾਰਪੋਰੇਸ਼ਨ ਹੈ, BC ਕਾਰਪੋਰੇਸ਼ਨ ਹੈ, ਕੋਰਟਾਂ ਨੇ, ਸਿਵਲ ਕੋਰਟਾਂ ਨੇ, ਈਵਨ ਦੈਨ ਸਿਵਲ ਕੋਰਟਾਂ, ਕ੍ਰਿਮੀਨਲ ਕੋਰਟਾਂ ਨੇ, ਠੀਕ ਹੈ, ਉਹ ਵੀ ਰਿਕਵਰੀ ਨਹੀਂ ਕਰ ਸਕਦੀਆਂ। ਉਹ ਵੀ ਤੁਹਾਡੇ ਕੋਲੇ ਵਾਰੰਟ ਭੇਜਦੀਆਂ ਰਿਕਵਰੀ ਵਾਸਤੇ, ਲੈਂਡ ਰੈਵਨਿਊ ਐਕਟ ਦੇ ਵਿੱਚ ਵਸੂਲੀ ਕਰਨ ਦੀ ਖਾਤਰ। ਕੋਈ ਮੇਨਟੇਨੈਂਸ ਦਾ ਝਗੜਾ ਹੈ, ਹਸਬੈਂਡ ਵਾਈਫ ਦਾ ਝਗੜਾ ਹੈ, ਮੇਨਟੇਨੈਂਸ ਅਦਾ ਨਹੀਂ ਕਰ ਰਿਹਾ, ਹਸਬੈਂਡ ਨਹੀਂ ਦੇ ਰਿਹਾ ਹੈਗਾ, ਸਾਰੇ ਰਿਕਵਰੀ ਦੇ ਜਿਹੜੇ ਵਾਰੰਟ ਹੈਗੇ ਆ, ਰਿਕਵਰੀ ਵਾਰੰਟ ਤੁਹਾਡੇ ਕੋਲੇ ਹੀ ਇਸੇ ਐਕਟ ਦੀ ਵਸੂਲੀ ਕਰ ਲਈ ਜਾਂਦੇ ਆ। ਇਟ ਇਜ਼ ਵੈਰੀ ਇੰਪੋਰਟੈਂਟ ਜਿਹੜਾ ਹੈਗਾ, ਤੁਹਾਨੂੰ ਇਹਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈਗੀ, ਜ਼ਰੂਰੀ ਹੈਗੀ ਆ। ਤੁਹਾਡੇ ਕੋਲ ਵਾਸਟ ਪਾਵਰ ਹੁੰਦੀ ਹੈ, ਤੁਸੀਂ ਅਰੈਸਟ ਕਰ ਸਕਦੇ ਹੋ ਵਿਅਕਤੀ ਨੂੰ, ਠੀਕ ਹੈ, ਪਰ ਇਹ ਜਿਹੜੀ ਮੈਂ ਵਾਰ-ਵਾਰ ਕਹਿ ਕੇ ਆਵਾਂ, ਜਿਹੜੇ ਸਖਤ ਐਕਸ਼ਨ ਨੇ ਇਹ ਲੈਣ ਤੋਂ ਗਰੇਜ਼ ਕਰਨਾ ਚਾਹੀਦਾ ਹੁੰਦਾ। ਅਟੈਚਮੈਂਟ ਆਫ ਦਾ ਸਟੇਟ ਔਰ ਹੋਲਡਿੰਗ, ਸੈਕਸ਼ਨ 72 ਦੇ ਵਿੱਚ ਅਸੀਂ ਉਹਦੀ ਪ੍ਰਾਪਰਟੀ ਨੂੰ ਅਟੈਚ ਕਰ ਸਕਦੇ ਹਾਂ, ਠੀਕ ਹੈ। ਜਿਵੇਂ ਸਿਵਲ ਕੋਡ ਕਰਦੀ ਹੈ, ਅਸੀਂ ਅਟੈਚ ਕਰ ਸਕਦੇ ਹਾਂ। ਜਦੋਂ ਪ੍ਰਾਪਰਟੀ ਅਟੈਚ ਹੋ ਗਈ, ਕੋਈ ਬੰਦਾ ਆਪਦੀ ਪ੍ਰਾਪਰਟੀ ਨੂੰ ਸੇਲ ਨਹੀਂ ਕਰ ਸਕਦਾ, ਠੀਕ ਹੈ, ਤੁਹਾਡੇ ਕੋਲ ਪਾਵਰ ਹੁੰਦੀ ਹੈ ਅਟੈਚ ਕਰਨ ਦੀ, ਅਟੈਚ ਵੀ ਕਰ ਸਕਦੇ ਹੋ। ਈਵਨ ਦੈਨ ਉਹਦੀ ਜਿਹੜੀ ਅਸੈਸਮੈਂਟ ਹੈਗੀ ਉਹਨੂੰ ਅਨਲ ਕੀਤਾ ਜਾ ਸਕਦਾ ਹੈ। ਸੈਕਸ਼ਨ 73 ਦੇ ਵਿੱਚ ਪੈਰਾ ਨੰਬਰ 529 ਦੇ ਵਿੱਚ
ਅਸੈਸਮੈਂਟ ਨੂੰ ਨਲ ਕਰਨਾ ਮਤਲਬ ਬਹੁਤ ਵੱਡਾ ਐਕਸ਼ਨ ਹੈਗਾ, ਮਤਲਬ ਸਰਕਾਰ ਦੀ ਪ੍ਰਾਪਰਟੀ ਬਣ ਜਾਂਦੀ ਹੈ, ਮਾਲਕੀ ਦੇ ਅਧਿਕਾਰ ਨੇ ਖਤਮ ਹੋ ਜਾਂਦੇ ਨੇ ਵਿਅਕਤੀ ਦੇ। ਫਿਰ ਸਰਕਾਰ ਕੀ ਕਰਦੀ ਹੈ, ਡਾਇਰੈਕਟਲੀ ਤੌਰ ਤੇ ਉਸ ਪ੍ਰਾਪਰਟੀ ਨੂੰ ਕਿਸੇ ਵਿਅਕਤੀ ਨੂੰ ਦੇ ਕੇ ਟ੍ਰਾਂਸਫਰ ਕਰਕੇ ਉਸ ਨੂੰ ਡਾਇਰੈਕਟਲੀ ਤੌਰ ਤੇ ਉਹਦੇ ਪ੍ਰਕਾਰ ਉਹ ਜਿਹੜੀ ਹੈਗੀ ਹੈ ਇਰੀਗੇਸ਼ਨ ਕੀਤੀ, ਸੌਰੀ ਉਹ ਕੀਤੀ ਜਾਂਦੀ ਹੈ, ਕਲਟੀਵੇਸ਼ਨ ਕੀਤੀ ਜਾਂਦੀ ਹੈ। ਦੈਨ ਅਗਰ ਟਰਮਸ ਆਫ ਦਾ ਡਾਇਰੈਕਟ ਮੈਨੇਜਮੈਂਟ, ਹਾਂ ਉਹੀ ਗੱਲ ਕਰਦੇ ਸੀ, ਟਰਮਸ ਆਫ ਦਾ ਡਾਇਰੈਕਟ ਮੈਨੇਜਮੈਂਟ। ਡਾਇਰੈਕਟ ਮੈਨੇਜਮੈਂਟ ਕਦੋਂ ਹੁੰਦੀ ਹੈ, ਜਦੋਂ ਕਿਸੇ ਵਿਅਕਤੀ ਦੀ ਪ੍ਰਾਪਰਟੀ ਉਹਦੀ ਜਿਹੜੀ ਅਸੈਸਮੈਂਟ ਹੈ ਨਲ ਹੋ ਜਾਂਦੀ ਹੈ, ਕੈਂਸਲ ਹੋ ਜਾਂਦੀ, ਜਿਹੜੀ ਜ਼ਮੀਨ ਹੈਗੀ ਆ ਉਹ ਮਾਲਕ ਸਰਕਾਰ ਦੀ ਬਣ ਜਾਂਦੀ ਹੈ। ਜਦੋਂ ਜ਼ਮੀਨ ਸਰਕਾਰ ਦੀ ਬਣ ਗਈ ਤਾਂ ਫਿਰ ਸਰਕਾਰ ਆਪਦੇ ਪੱਧਰ ਤੇ ਖੇਤੀ ਕਰਵਾਉਂਦੀ ਹੈ। ਪਰ ਇਹਦੇ 'ਚ ਕਿਹਾ ਗਿਆ ਵੀ ਨਾਟ ਐਕਸੀਡਿੰਗ 15 ਡੇਜ਼ 15 ਈਅਰਸ ਜਿਹੜੀ ਇਹ ਡਾਇਰੈਕਟ ਮੈਨੇਜਮੈਂਟ ਹੈਗੀ ਹੈ ਸਰਕਾਰ ਵੱਲੋਂ, ਜਿਹੜੀ ਡਾਇਰੈਕਟ ਫਾਰਮਿੰਗ ਇਹਨੂੰ ਕਹਿ ਰਹੀ ਆਪਾਂ, ਇਹ 15 ਸਾਲਾਂ ਤੋਂ ਤੱਕ ਵੱਧ ਸਮੇਂ ਲਈ ਨਹੀਂ ਕੀਤੀ ਜਾ ਸਕਦੀ। ਫਿਰ ਜਿਹੜੀ ਪ੍ਰਾਪਰਟੀ ਉਸਨੂੰ ਵਾਪਸ ਕਰ ਦਿੱਤੀ ਜਾਂਦੀ ਹੈ, ਤੁਹਾਡਾ ਲੈਂਡ ਨੂੰ ਪੂਰਾ ਹੋ ਗਿਆ, ਠੀਕ ਹੈ, ਦੁਬਾਰਾ ਉਹਦੀ ਅਸੈਸਮੈਂਟ ਕਰ ਲਈ ਜਾਂਦੀ ਹੈ। ਜਿਹੜੀ ਜੇ ਦੁਬਾਰਾ ਅਸੈਸਮੈਂਟ ਕਰਨੀ ਹੈ ਤਾਂ ਕਮਿਸ਼ਨਰ ਤੋਂ ਘੱਟ ਪਰਮਿਸ਼ਨ ਨਹੀਂ ਮਿਲਦੀ ਹੈਗੀ। ਸੇਲ ਆਫ ਦਾ ਸਟੇਟ ਆਫ ਦਾ ਹੋਲਡਿੰਗ ਸੈਕਸ਼ਨ 75 ਪੜ੍ਹਿਆ ਸੀ ਤੁਸੀਂ ਲੈਂਡ ਰੈਵਨਿਊ ਐਕਟ ਦੇ ਵਿੱਚ। ਸੈਕਸ਼ਨ 75 ਦੇ ਵਿੱਚ ਜੇ ਕੋਈ ਮਾਮਲਾ ਨਹੀਂ ਅਦਾ ਕਰਦਾ ਤਾਂ ਉਹਦੀ ਜਿਹੜੀ ਜ਼ਮੀਨ ਹੈਗਾ ਵਿਦ ਪਰਮਿਸ਼ਨ ਫਰੋਮ ਦਾ ਕਮਿਸ਼ਨਰ, ਠੀਕ ਹੈ, ਕੁਝ ਪਾਵਰਾਂ ਡੀਸੀ ਕੋਲੇ ਵੀ ਹੈਗੀਆਂ ਨੇ, ਕੁਝ ਅਮਾਊਂਟ ਤੋਂ ਵੱਧ, ਜਦੋਂ ਅਮਾਊਂਟ ਵੱਧ ਜਾਂਦੀ ਹੈ ਤਾਂ ਜਿਹੜੀ ਪਰਮਿਸ਼ਨ ਹੈ ਕਮਿਸ਼ਨਰ ਕੋਲ ਲੈਣੀ ਪੈਂਦੀ ਹੈ, ਤੇ ਸੇਲ ਵੀ ਕੀਤੀ ਜਾ ਸਕਦੀ ਹੈ। ਫੈਕਟ ਆਫ ਦਾ ਸੇਲ ਕੀ ਹੁੰਦਾ ਹੈ, ਸੇਲ ਕਰਨ ਤੋਂ ਪਹਿਲਾਂ ਜਿਹੜੀ ਪ੍ਰੋਕਲੇਮੇਸ਼ਨ ਮਨਾਦੀ ਕਰਾਈ ਜਾਂਦੀ ਹੈ, ਮਨਾਦੀ ਕਰਾ ਕੇ ਫਿਰ ਸਮਾਂ, ਡੇਟ, ਟਾਈਮ, ਡੇਟ ਤੇ ਫਿਕਸ ਕੀਤੀ ਜਾਂਦੀ ਹੈ, ਸਥਾਨ ਫਿਕਸ ਕੀਤਾ ਜਾਂਦਾ ਹੈ, ਠੀਕ ਹੈ। ਕਾਫੀ ਲੰਮਾ ਚੌੜਾ ਤੁਸੀਂ ਉਹਦੇ 'ਚ ਆਪਾਂ ਪੜ੍ਹਿਆ ਸੀਗਾ, ਸੈਕਸ਼ਨ 75 ਦੇ ਵਿੱਚ ਪੜ੍ਹਿਆ ਸੀਗਾ, ਉਹ ਦੁਬਾਰਾ ਪੜ੍ਹ ਸਕਦੇ। ਇਹ ਬੁੱਕ ਦੇ 'ਚ ਵੀ ਬਹੁਤ ਡਿਟੇਲ ਪੰਜਾਬੀ 'ਚ ਲਿਖਿਆ ਹੋਵੇਗਾ, ਸਿੰਪਲ ਭਾਸ਼ਾ ਦੇ ਵਿੱਚ, ਇਹ 'ਚ ਵੀ ਦੇਖ ਸਕਦੇ ਹੋ ਇਸੇ ਚੈਪਟਰ ਦੇ ਵਿੱਚ, ਚੈਪਟਰ ਨੰਬਰ 41 ਦੇ ਵਿੱਚ, ਠੀਕ ਹੈ ਜੀ। ਪ੍ਰੋਸੀਡਿੰਗ ਅਗੇਂਸਟ ਦਾ ਅਦਰ ਮੋਰ ਪ੍ਰਾਪਰਟੀ, ਜਦੋਂ ਕਿਤੇ ਤੁਹਾਡੀ ਉਸ ਮਾਲਕ ਦੀ ਉਹਦੀ ਆਪਦੀ ਪ੍ਰਾਪਰਟੀ ਤੋਂ ਕੋਈ ਖਰਚਾ ਉਹ ਜਿਹੜਾ ਹੈਗਾ ਰਿਕਵਰੀ ਪੂਰੀ ਨਾ ਹੋਵੇ ਤਾਂ ਉਹਦੀ ਹੋਰ ਜਾਇਦਾਦ ਹੈ ਸੈਕਸ਼ਨ 77 ਦੇ ਵਿੱਚ, ਉਹਨੂੰ ਵੀ ਤੁਸੀਂ ਜਿਹੜਾ ਹੈਗਾ ਉਹਦੇ ਤੇ ਵੀ ਕਾਰਵਾਈ ਕਰ ਸਕਦੇ ਹੋ, ਅਟੈਚ ਵੀ ਕਰ ਸਕਦੇ ਹੋ, ਵੇਚ ਵੀ ਸਕਦੇ ਹੋ, ਠੀਕ ਹੈ ਜੀ। ਲੋਕਲ ਰੇਟ, ਵਿਲੇਜ ਆਫੀਸਰ ਸੈਸ, ਇਹ ਸਾਰੀ ਨਹਿਰੀ ਮਾਮਲਾ, ਇਹ ਸਾਰੇ ਜਿਹੜੇ ਵਸੂਲੀਆਂ ਨੇ, ਇਹ ਜਿਵੇਂ ਲੈਂਡ ਨੂੰ ਵਸੂਲੀ ਹੁੰਦੀ ਹੈ ਉਸੇ ਤਰੀਕੇ ਵੀ ਇਹਨਾਂ ਦੀ ਵਸੂਲੀ ਵੀ ਉਸੇ ਤਰੀਕੇ ਹੁੰਦੀ ਹੈਗੀ ਹੈ। ਨੈਕਸਟ ਹੈਗਾ ਚੈਪਟਰ ਨੰਬਰ 16, ਸਸਪੈਂਸ਼ਨ, ਰਿਮਿਸ਼ਨ ਐਂਡ ਸਪੈਸ਼ਲ ਰਿਡਕਸ਼ਨ ਆਫ ਦਾ ਅਸੈਸਮੈਂਟ। ਦੇਖੋ ਇਹਦੇ 'ਚ ਕੋਈ ਖਾਸ ਗੱਲ ਨਹੀਂ ਹੈਗੀ, ਬਹੁਤ ਸਿੰਪਲ ਜਿਹਾ ਹੈਗਾ, ਪਰ ਤੁਹਾਨੂੰ ਇਹ 'ਚ ਸਮਝ ਹੋਣੀ ਚਾਹੀਦੀ ਹੈ, ਸਮਝਣ ਦੀ ਜ਼ਰੂਰਤ ਹੈਗੀ ਹੈ ਵੀ ਇਹ ਚੈਪਟਰ ਕਹਿੰਦਾ ਕੀ ਹੈਗਾ। ਇੱਕ ਤਾਂ ਜਿਹੜੀ ਅਸੈਸਮੈਂਟ ਹੁੰਦੀ ਹੈ ਫਿਕਸ ਅਸੈਸਮੈਂਟ ਹੁੰਦੀ ਹੈ, ਜਿਹੜਾ ਲੈਂਡ ਰੈਵਨਿਊ ਹੈ ਫਿਕਸ ਲੈਂਡ ਰੈਵਨਿਊ ਹੁੰਦਾ ਹੈ। ਇੱਕ ਲੈਂਡ ਰੈਵਨਿਊ ਜਿਹੜਾ ਹੁੰਦਾ ਫਲਕਚੁਏਟ ਹੁੰਦਾ ਹੈ, ਫਲਕਚੁਏਟ, ਠੀਕ ਹੈ। ਦੋ ਤਰੀਕੇ ਦੇ ਨਾਲ ਲੈਂਡ ਰੈਵਨਿਊ ਦੀ ਰਿਕਵਰੀ ਹੁੰਦੀ ਹੈ। ਲੈਂਡ ਰੈਵਨਿਊ ਦੀ ਅਸੈਸਮੈਂਟ ਦੋ ਤਰੀਕੇ ਦੇ ਨਾਲ ਹੁੰਦੀ ਹੈ, ਰਿਕਵਰੀ ਤਾਂ ਬਾਅਦ ਦੀ ਗੱਲ ਹੈ। ਲੈਂਡ ਰੈਵਨਿਊ ਦੀ ਜਿਹੜੀ ਅਸੈਸਮੈਂਟ ਹੈ, ਜਿੱਥੇ ਕਿਤੇ ਮਾਮਲਾ ਜਿਹੜੀ ਖੇਤੀ ਹੈਗੀ ਹੈ, ਫਸਲ ਜ਼ਮੀਨ ਹੈਗੀ ਹੈ, ਜ਼ਮੀਨ ਦੇ ਵਿੱਚ ਕਿਤੇ ਰੱਦੋ ਬਦਲ ਨਹੀਂ ਹੁੰਦੀ ਹੈਗੀ, ਠੀਕ ਹੈ, ਨਾ ਕਿਤੇ ਵੱਡੀ ਬਰਾਮਦਗੀ ਹੁੰਦੀ ਹੈ ਲੰਮੇ ਬਹੁਤ ਜ਼ਿਆਦਾ ਵੱਡੀ ਅਮਾਊਂਟ ਦੇ ਵਿੱਚ, ਤੇ ਨਾ ਕਿਤੇ ਉੱਥੇ ਕੋਈ ਜ਼ਿਆਦਾ ਕੋਈ ਸਲਾਬ ਚੜ ਰਹੀ ਹੈਗੀ ਹੈ ਵੀ ਇੱਥੇ ਜਿਹੜੀ ਜ਼ਮੀਨ ਹੈ 5 ਸਾਲ ਠੀਕ ਰਹੀ, ਫਿਰ 2 ਸਾਲ ਖਰਾਬ ਹੋ ਗਈ, 10 ਸਾਲ ਠੀਕ ਰਹੀ, ਫਿਰ 4 ਸਾਲ ਖਰਾਬ ਹੋ ਗਈ, ਉੱਥੇ ਖੇਤੀ ਨਾ ਹੋਈ, ਠੀਕ ਹੈ, ਸੇਮ ਚੜ ਗਈ ਜਾਂ ਕਲਰ ਆ ਗਿਆ ਜਾਂ ਟਿੱਬੇ ਬਣ ਗਏ ਤੂਫਾਨ ਚੱਲਣ ਦੇ ਨਾਲ, ਠੀਕ ਹੈ। ਉੱਥੇ ਜਿੱਥੇ ਕਿਤੇ ਇੱਦਾਂ ਦੀ ਪੋਜੀਸ਼ਨ ਨਹੀਂ ਹੁੰਦੀ, ਜਿਵੇਂ ਆਪਾਂ ਪੰਜਾਬ ਦਾ ਇਲਾਕਾ ਗੱਲ ਕਰ ਲਈ, ਆਪਾਂ ਪੰਜਾਬ ਦੇ ਵਿੱਚ ਆਪਣੇ ਜਿਹੜੀ ਅਸੈਸਮੈਂਟ ਹੈ ਫਿਕਸਡ ਅਸੈਸਮੈਂਟ ਹੈਗੀ ਹੈ। ਮੈਂ ਤਾਂ ਦੇਖਿਆ ਨਹੀਂ, ਬਾਕੀ ਤੁਸੀਂ ਅਲੱਗ-ਅਲੱਗ ਜ਼ਿਲ੍ਹਿਆਂ 'ਚ ਰਹਿ ਰਹੇ ਹੋ, ਕਿਤੇ ਕੋਈ ਜਿਹੜੀ ਫਲਕਚੁਏਟ ਅਸੈਸਮੈਂਟ ਹੋਵੇ, ਮੈਨੂੰ ਨਹੀਂ ਪਤਾ ਕਿਤੇ ਲੈਂਡ ਰੈਵਨਿਊ ਘਟਦਾ ਵੱਧਦਾ ਹੋਵੇ। ਫਿਕਸ ਲੈਂਡ ਰੈਵਨਿਊ ਹੈਗਾ, ਜਿੱਥੇ ਤੱਕ ਮੈਂ ਜਿੱਥੇ ਮੈਂ ਜੋਬ ਕੀਤੀ ਹੈਗੀ ਹੈ ਪੂਰੇ ਪੰਜਾਬ 'ਚ, ਮੇਰਾ ਇਰਾਦਾ ਹੈਗਾ ਵੀ ਇਹ ਮੇਰਾ ਜੋ ਮੈਨੂੰ ਸਮਝ ਲੱਗਦੀ ਹੈ ਵੀ ਪੂਰੇ ਪੰਜਾਬ ਦੇ ਵਿੱਚ ਜਿਹੜਾ ਲੈਂਡ ਰੈਵਨਿਊ ਹੈ ਫਿਕਸ ਹੈਗਾ, ਠੀਕ ਹੈ। ਇੱਕ ਹੁੰਦਾ ਲੈਂਡ ਰੈਵਨਿਊ ਫਲਕਚੁਏਟ ਲੈਂਡ ਰੈਵਨਿਊ, ਘਟਦਾ ਵੱਧਦਾ ਸਮੇਂ ਦੇ ਮੁਤਾਬਕ। ਕਦੋਂ ਘਟਦਾ ਵੱਧਦਾ ਹੈ? ਜਦੋਂ ਜਿਹੜਾ ਜ਼ਮੀਨ ਦਾ ਜਿਹੜਾ ਹੈਗਾ, ਜ਼ਮੀਨ ਦੀ ਜਿਹੜੀ ਕੁਆਲਿਟੀ ਹੈਗੀ ਹੈ ਬਦਲ ਜਾਂਦੀ ਹੈ। ਮੰਨ ਲਓ 150 200 ਕਿੱਲੇ 300 ਕਿੱਲੇ ਦੇ ਵਿੱਚ 200 ਕਿੱਲੇ 'ਚ ਫਲੱਡ ਆ ਗਿਆ, ਜਿਹੜੀ ਉੱਥੇ 2 ਸਾਲ 3 ਸਾਲ ਜਿਹੜਾ ਪਾਣੀ ਹੈ ਇੰਨਾ ਆ ਗਿਆ ਵੀ ਉੱਥੇ ਖੇਤੀ ਨਹੀਂ ਹੋ ਸਕਦੀ। ਉੱਥੇ ਕੀ ਹੁੰਦਾ ਹੈ, ਇੱਦਾਂ ਦੇ ਕੋਈ ਕਾਰਨ ਬਣਦੇ ਜਿੱਥੇ ਜਿਹੜੀ ਖੇਤੀ ਹੈ, ਉੱਥੇ ਜਿਹੜੀ ਕਾਰਨ ਉੱਥੇ ਕੀ ਹੁੰਦਾ, ਜਿਹੜੀ ਅਸੈਸਮੈਂਟ ਹੁੰਦੀ ਹੈ, ਜਿਹੜਾ ਲੈਂਡ ਨੂੰ ਜਿਹੜਾ ਫਿਕਸ ਹੁੰਦਾ ਉਹ ਫਿਕਸ ਨਹੀਂ ਹੁੰਦਾ, ਉੱਥੇ ਲੈਂਡ ਨੂੰ ਫਲਕਚੁਏਟ ਹੁੰਦਾ ਹੈ। ਸਮਾਂ ਪੈਂਦੀ ਜਿਹੜੀ ਸਰਕਾਰ ਹੁੰਦੀ ਹੈ ਦੁਬਾਰਾ ਅਸੈਸਮੈਂਟ ਕਰਵਾ ਲੈਂਦੀ ਹੈ। ਉੱਥੇ ਕੀ ਅਸੈਸਮੈਂਟ ਦੁਬਾਰਾ ਕਰਕੇ ਕੀ ਕਰਦੇ ਆ, ਉਹਦਾ ਜਿਹੜਾ ਮਾਮਲਾ ਹੈਗਾ ਘਟਾ ਦਿੱਤਾ ਜਾਂਦਾ ਹੈ। ਲੋਕਾਂ ਤੋਂ ਜਿਹੜੀ ਵਸੂਲੀ, ਹੁਣ ਜਦੋਂ ਵਸੂਲੀ ਖੇਤਾਂ 'ਚ ਖੇਤ ਦੇ ਵਿੱਚ ਜਦੋਂ ਫਸਲ ਹੀ ਨਹੀਂ ਹੋ ਰਹੀ ਤਾਂ ਵਸੂਲੀ ਕਾਹਦੇ ਤੋਂ ਕੀਤੀ ਜਾਣੀ ਹੈ? ਪ੍ਰੋਡਿਊਸ ਤੋਂ ਹੀ ਵਸੂਲੀ ਹੋਣੀ ਹੈ। ਜਦੋਂ ਪ੍ਰੋਡਿਊਸ ਹੀ ਨਹੀਂ ਹੋ ਰਹੀ ਫਿਰ ਮਾਮਲਾ ਕਾਹਦਾ ਦੇਣਾ ਹੈ, ਠੀਕ ਹੈ। ਸਸਪੈਂਸ਼ਨ ਕਦੋਂ ਹੁੰਦੀ ਹੈ? ਮੰਨ ਲਓ ਗੜੇ ਪੈ ਗਏ, ਫਲੱਡ ਆ ਗਿਆ, ਠੀਕ ਹੈ, ਅਰਥਕੁਏਕ ਆ ਗਿਆ,
ਫਸਲਾਂ ਖਰਾਬ ਹੋ ਗਈਆਂ ਤੇ ਉਦੋਂ ਕੀ ਹੋਏਗਾ? ਜਿੱਥੇ ਤਾਂ ਫਲਕਚੁਏਟ ਹੁੰਦਾ ਉੱਥੇ ਤਾਂ ਲੋੜ ਨਹੀਂ ਪੈਂਦੀ ਕਰਨ ਦੀ, ਉੱਥੇ ਤਾਂ ਅਸੈਸਮੈਂਟ ਨਾਲ ਹੀ ਘਾਟਾ ਵਾਧਾ ਆਪਣੇ ਆਪ ਹੀ ਹੁੰਦਾ ਰਹਿੰਦਾ ਹੈ, ਜਾਂ ਕੁਝ ਟਾਈਮ ਹੁੰਦਾ ਉਹਦੇ ਫਿਕਸ ਕੀਤਾ ਹੈ ਹੁੰਦਾ ਵੀ ਜਦੋਂ ਆਹ ਕਾਰਨ ਹੋ ਗਿਆ ਤਾਂ ਜਿਹੜਾ ਮਾਮਲਾ ਹੈਗਾ ਅਸੈਸਮੈਂਟ ਨਵੇਂ ਸਿਰੇ ਤੋਂ ਹੋਏਗੀ, ਜਿਹੜਾ ਮਾਮਲਾ ਘਟੇਗਾ ਜਾਂ ਫਸਲਾਂ ਠੀਕ ਹੋ ਗਈਆਂ, ਖੇਤ ਠੀਕ ਹੋ ਗਏ ਤਾਂ ਜਿਹੜੀ ਅਸੈਸਮੈਂਟ ਹੈ ਫਿਰ ਹੋ ਜਾਏਗੀ, ਫਿਰ ਮਾਮਲਾ ਫਿਰ ਵੱਧ ਜਾਏਗਾ। ਉੱਥੇ ਤਾਂ ਜਿਹੜੀ ਸਸਪੈਂਸ਼ਨ ਦੀ ਲੋੜ ਨਹੀਂ ਪੈਂਦੀ, ਨਾ ਰਿਮਿਸ਼ਨ ਦੀ ਲੋੜ ਪੈਂਦੀ ਹੈਗੀ ਹੈ, ਠੀਕ ਹੈ। ਉੱਥੇ ਆਪਣੇ ਆਪ ਹੀ ਸਸਪੈਂਸ਼ਨ ਰਿਮਿਸ਼ਨ ਹੁੰਦੀ ਰਹਿੰਦੀ ਹੈ। ਜਿੱਥੇ ਲੈਂਡ ਨੂੰ ਜਿਹੜਾ ਫਿਕਸ ਹੁੰਦਾ ਹੈ ਉੱਥੇ ਗੜੇ ਪੈਣ ਦੇ ਨਾਲ, ਠੀਕ ਹੈ, ਜਾਂ ਰੇਤਾ ਚੜ ਗਿਆ ਖੇਤਾਂ ਦੇ ਵਿੱਚ, ਜਾਂ ਸੇਮ ਆ ਗਈ, ਫਾਰ ਟਾਈਮਿੰਗ ਜਿਹੜੇ ਲੋਕ ਹੁੰਦੇ ਨੇ ਫਿਰ ਉਹ ਸਰਕਾਰ ਕੋਲ ਇਕੱਠੇ ਹੋ ਕੇ ਆਉਂਦੇ ਆ ਵੀ ਸਾਡੇ ਕੋਲ ਤਾਂ ਜੀ ਸਾਡੇ ਖੇਤਾਂ ਦੇ ਵਿੱਚ ਖੇਤੀ ਤਾਂ ਹੋ ਨਹੀਂ ਰਹੀ, ਅਸੀਂ ਮਾਮਲਾ ਕਿੱਥੋਂ ਅਦਾ ਕਰੀਏ। ਤਾਂ ਸਰਕਾਰ ਕੀ ਹੁੰਦੀ ਹੈ, ਆਪਣੇ ਜਿਹੜੇ ਆਫੀਸਰ ਹੁੰਦੇ ਨੇ, ਤਹਿਸੀਲਦਾਰ ਪਟਵਾਰੀ ਹਲਕਾ ਵੱਲੋਂ ਜਿਹੜੀਆਂ ਰਿਪੋਰਟਾਂ ਆਉਂਦੀਆਂ ਨੇ, ਤਹਿਸੀਲਦਾਰਾਂ ਵੱਲੋਂ ਮੌਕੇ ਦੇਖੇ ਜਾਂਦੇ ਨੇ, ਮੌਕੇ ਦੇਖ ਕੇ ਜਿਹੜੇ ਹੈਗੇ ਆ ਫਿਰ ਉਹ ਕੇਸ ਬਣਾ ਕੇ ਸਰਕਾਰ ਨੂੰ ਭੇਜੇ ਜਾਂਦੇ ਨੇ। ਸਰਕਾਰ ਫਿਰ ਫਾਰ ਟਾਈਮਿੰਗ ਲੈਂਡ ਦੀ ਕਲੈਕਸ਼ਨ, ਜੇ ਕਿਤੇ ਸ਼ਾਰਟ ਟਰਮ ਦੇ ਲਈ ਇਦਾਂ ਦੀ ਪ੍ਰੋਬਲਮ ਆਉਂਦੀ ਹੈ ਫਿਰ ਉਸ ਨੂੰ ਜਿਹੜੀ ਕਲੈਕਸ਼ਨ ਨੂੰ ਸਸਪੈਂਡ ਕਰ ਦਿੰਦੀ ਹੈ ਵੀ ਚਲੋ ਇਸ ਫਸਲ ਤੇ ਜਿਹੜਾ ਮਾਮਲਾ ਹੈ ਤੁਸੀਂ ਨਾ ਦਿਓ, ਠੀਕ ਹੈ, ਅਗਲੀ ਫਸਲ ਤੇ ਇਕੱਠਾ ਦੇ ਦਿਓ। ਇਹ ਤਾਂ ਹੋ ਜਾਂਦੀ ਸਸਪੈਂਸ਼ਨ। ਜਾਂ ਫਿਰ ਸਰਕਾਰ ਨੂੰ ਲੱਗਦਾ ਇਦਾਂ, ਲੋਕ ਇਦਾਂ ਦਾ ਰੌਲਾ ਪਾਉਂਦੇ ਆ ਵੀ ਨਹੀਂ ਇਸ ਤਾਂ ਜੀ ਮਾਰੇ ਗਏ, ਸਾਡੇ ਕੋਲ ਤਾਂ ਹੁਣ ਇਹ 2 ਸਾਲ ਅਸੀਂ ਫਸਲ ਨਹੀਂ ਬੀਜ ਸਕਦੇ, ਮਾਮਲਾ ਦੇਵਾਂਗੇ ਕਿੱਥੋਂ। ਤਾਂ ਉਹੋ ਜਿਹੇ ਕਿਸਾਨਾਂ ਦੇ ਵਿੱਚ ਕੀ ਹੁੰਦਾ, ਜਿਹੜਾ ਮਾਮਲਾ ਹੁੰਦਾ ਹੈ ਉਹ ਸਰਕਾਰ ਵੱਲੋਂ ਰਿਮਿਟ ਕਰ ਦਿੱਤਾ ਜਾਂਦਾ ਹੈ, ਮਾਫ ਕਰ ਦਿੱਤਾ ਜਾਂਦਾ ਹੈ, ਠੀਕ ਹੈ। ਜਾਂ ਫਿਰ ਰੀਜ਼ਨ ਕੁਛ ਐਸਾ ਵੀ ਹੁੰਦਾ ਵੀ ਫਸਲ ਜੀ ਬਿਮਾਰੀਆਂ ਪੈ ਗਈਆਂ ਫਸਲਾਂ ਨੂੰ, ਜਾਂ ਪਾਣੀ ਦੇ ਜਿਹੜੇ ਸਾਧਨ ਸੀ, ਨਹਿਰਾਂ ਸੁੱਕ ਗਈਆਂ, ਨਹਿਰਾਂ 'ਚ ਪਾਣੀ ਨਹੀਂ ਆਇਆ, ਖੇਤਾਂ ਨੂੰ ਪਾਣੀ ਨਹੀਂ ਦਿੱਤਾ ਜਾ ਸਕਿਆ। ਜਿਹੜਾ ਮਾਮਲਾ ਸੀਗਾ ਇਹ ਉਦੋਂ ਫਿਕਸ ਹੋਇਆ ਸੀ ਜਦੋਂ ਇੱਥੇ ਨਹਿਰ ਵੀ ਚੱਲਦੀ ਸੀਗੀ ਤੇ ਵਧੀਆ ਤਰੀਕੇ ਨਾਲ ਖੇਤੀ ਵੀ ਹੁੰਦੀ ਸੀਗੀ, ਉਦੋਂ ਮਾਮਲਾ ਲਾਇਆ ਗਿਆ ਸੀ, ਵਧੀਆ ਤਰੀਕੇ ਦਾ ਮਾਮਲਾ ਸੀਗਾ ਤੇ ਅਸੀਂ ਪੇ ਵੀ ਕਰਦੇ ਸੀ। ਪਰ ਹੁਣ ਸਾਡੀ ਜਿਹੜੀ ਫਸਲ ਹੈਗੀ ਉਹ ਤਾਂ 50% ਰਹਿ ਗਈ, ਠੀਕ ਹੈ, ਸਾਡਾ ਮਾਮਲਾ ਘਟਾਇਆ ਜਾਵੇ। ਉਦੋਂ ਸਰਕਾਰ ਜਦੋਂ ਪਬਲਿਕ ਜਿਹੜੀ ਹੈਗੀ ਜਨਤਾ ਸਰਕਾਰ ਕੋਲੇ ਜਾਂਦੀ ਹੈਗੀ ਹੈ, ਆਪਦਾ ਦੁੱਖ ਜਦੋਂ ਸਰਕਾਰ ਕੋਲੇ ਰੋਂਦੀ ਹੈ ਤਾਂ ਸਰਕਾਰ ਵੱਲੋਂ ਜਿਹੜੇ ਕੇਸ ਬਣਾ ਕੇ ਭੇਜੇ ਜਾਂਦੇ ਸਰਕਾਰ ਉਸਨੂੰ ਗਵਰਨਮੈਂਟ ਨੂੰ, ਆਪਣੇ ਆਫੀਸਰਸ ਵੱਲੋਂ, ਰੈਵਨਿਊ ਆਫੀਸਰ ਵੱਲੋਂ ਥਰੂ ਕਲੈਕਟਰ ਕੇਸ ਬਣਾ ਕੇ ਭੇਜੇ ਜਾਂਦੇ ਵੀ ਇਹ ਪਾਰਟੀਕੂਲਰ ਜਿਹੜਾ ਏਰੀਆ ਹੈਗਾ, ਠੀਕ ਹੈ, ਤੇ ਜਿਹੜਾ ਮਾਮਲਾ ਹੈਗਾ ਇੰਨੇ %, 25%, 30%, 40%, 50% ਸਪੈਸ਼ਲ ਰਿਡਕਸ਼ਨ ਕੀਤੀ ਜਾਵੇ, ਘਟਾਇਆ ਜਾਵੇ ਮਾਮਲਾ, ਠੀਕ ਹੈ। ਇਹ ਚੈਪਟਰ ਦੇ ਵਿੱਚ ਇਹੀ ਕੁਛ ਹੈਗਾ ਵੀ ਕਿਹੜੇ ਕੇਸਾਂ 'ਚ ਸਸਪੈਂਡ ਕਰਦੇ ਆ, ਕਦੋਂ ਰਿਮਿਟ ਕਰਦੇ ਆ ਤੇ ਕਦੋਂ ਰਿਡਕਸ਼ਨ ਕੀਤੀ ਜਾਂਦੀ ਹੈ, ਤਾਂ ਉਦੋਂ ਮਾਮਲਾ ਜਿਹੜਾ ਹੈਗਾ ਸਰਕਾਰ ਵੱਲੋਂ ਘਟਾ ਦਿੱਤਾ ਜਾਂਦਾ ਲੋਕਾਂ ਦਾ 50%, 30%, 40% ਲੋੜ ਦੇ ਮੁਤਾਬਕ, ਜਿਵੇਂ ਰਿਪੋਰਟਾਂ ਜਾਂਦੀਆਂ ਨੇ। ਅਸਲ ਦਾ ਮੀਨਿੰਗ ਇਹ ਹੈ, ਅਸੀਂ ਟੈਨੈਂਸੀ ਐਕਟ ਵੀ ਪੜ੍ਹਿਆ ਸੀਗਾ, ਇੱਥੇ ਪਤਾ ਨਹੀਂ ਹੁਣ ਕਿਤੇ ਕੁਝ ਐਸਾ ਕਹੇ ਸਮਝ ਤੋਂ ਵੀ ਬਾਹਰ ਆ ਜਾਂਦਾ ਕਿ ਐਕਸੈਪਸ਼ਨ ਦੈਟ ਲੈਂਡ ਓਨਰਸ ਵੁੱਡ ਸੇਵ ਟੂ ਮੀਟ ਡੈਫੀਸ਼ੈਂਸੀਜ਼ ਆਫ ਬੈਡ ਸੀਜ਼ਨ ਡਿਸਪੁਆਇੰਟਡ। ਜਦੋਂ ਕੋਈ ਬੈਡ ਸੀਜ਼ਨ ਹੁੰਦਾ ਲੋਕ ਡਿਸਪੁਆਇੰਟ ਹੋ ਜਾਂਦੇ ਨੇ, ਠੀਕ ਹੈ। ਉਹਨਾਂ ਕੇਸਾਂ ਦੇ ਵਿੱਚ ਕੀ ਹੁੰਦਾ, ਜਿਹੜਾ ਮਾਮਲਾ ਹੈਗਾ ਉਹਨੂੰ ਘਟਾਉਣ ਦੀ ਖਾਤਰ ਜਿਹੜੇ ਲੋਕ ਹੈਗੇ ਆ ਉਹ ਸਰਕਾਰ ਕੋਲੇ ਬੇਨਤੀ ਕਰਦੇ ਨੇ। ਫਲਕਚੁਏਟਿੰਗ ਅਸੈਸਮੈਂਟ, ਜਿੱਥੇ ਫਲਕਚੁਏਟਿੰਗ ਅਸੈਸਮੈਂਟ ਹੁੰਦੀ ਹੈ ਉੱਥੇ ਜਿਹੜਾ ਅਸੈਸਮੈਂਟ ਦੇ ਨਾਲ ਆਪਣੇ ਆਪ ਹੀ ਜਿਹੜਾ ਮਾਮਲਾ ਹੈਗਾ, ਕਿਤੇ ਕਨਾਲ ਨਿਕਲਦੀ ਸੀ, ਚੱਲਦੀ ਸੀਗੀ, ਇਰੀਗੇਸ਼ਨ ਦੇ ਸੋਰਸਸ ਸੀਗੇ, ਕਿਹੜੇ ਸਮੇਂ ਦੇ ਵਿੱਚ ਜਿਹੜਾ ਨਹਿਰੀ ਪਾਣੀ ਲੱਗਦਾ ਹੈ, ਕਿਹੜੇ ਸਾਲ 'ਚ, ਜਿਵੇਂ ਕੁਛ ਨਹਿਰਾਂ ਹੁੰਦੀਆਂ ਨੇ ਉਹ ਫਾਰ ਟਾਈਮਿੰਗ ਚੱਲਦੀਆਂ, ਕੁਛ ਦੇ ਲਈ ਸੁੱਕੀਆਂ ਰਹਿੰਦੀਆਂ ਨੇ, ਠੀਕ ਹੈ। ਉਹ ਫਲਕਚੁਏਟਿੰਗ ਅਸੈਸਮੈਂਟ ਜਿਹੜੀ ਹੁੰਦੀ ਹੈ ਉਹ ਆਪਣੇ ਪੰਜਾਬ ਇਲਾਕੇ 'ਚ ਤਾਂ ਨਹੀਂ ਹੈਗੀ, ਉੱਥੇ ਜਿਹੜੀ ਅਸੈਸਮੈਂਟ ਕਰਨ ਦੇ ਨਾਲ ਜਿਹੜਾ ਮਾਮਲਾ ਘਟ ਜਾਂਦਾ ਹੈ, ਅਸੈਸਮੈਂਟ ਕਰਨ ਦੇ ਨਾਲ ਹੀ ਮਾਮਲਾ ਵੱਧ ਜਾਂਦਾ ਹੈਗਾ। ਰਿਜਿਡਿਟੀ ਆਫ ਫਿਕਸਡ ਡਿਮਾਂਡ should be tempered by the suspension and admission। ਜਿੱਥੇ ਫਿਕਸ ਡਿਮਾਂਡ ਦੀ ਗੱਲ ਕੀਤੀ ਗਈ ਹੈ, ਉਹੀ ਆਪਾਂ ਪਹਿਲਾਂ ਗੱਲ ਕਰਕੇ, ਜਿੱਥੇ ਮਾਮਲਾ ਫਿਕਸ ਹੁੰਦਾ ਹੈਗਾ ਉੱਥੇ ਸਸਪੈਂਸ਼ਨ ਦੀ ਲੋੜ ਪੈਂਦੀ ਹੈ, ਉੱਥੇ ਹੀ ਐਡਮਿਸ਼ਨ ਦੀ ਜ਼ਰੂਰਤ ਪੈਂਦੀ ਹੈ। Demand should be punctually collected or regularly suspended। ਐਕਚੁਅਲੀ ਤਾਂ ਜਿਹੜੀ ਡਿਮਾਂਡ ਹੁੰਦੀ ਹੈ ਪਟਵਾਰੀ ਹਲਕਾ ਵੱਲੋਂ ਬਣਾ ਕੇ ਭੇਜੀ ਜਾਂਦੀ ਹੈ ਤਹਿਸੀਲ ਦੇ ਵਿੱਚ, ਠੀਕ ਹੈ, ਉਹਦੇ ਆਧਾਰ 'ਤੇ ਕਲੈਕਸ਼ਨ ਹੁੰਦੀ ਹੈ। ਜੇ ਕਿਤੇ ਘੱਟ ਵੱਧ ਕੀਤੀ ਜਾਂਦੀ ਹੈ ਤਾਂ ਫਿਰ ਉਹ ਜਿਹੜੀ ਸਰਕਾਰ ਦਾ ਜਿਹੜਾ ਆਰਡਰ ਹੁੰਦਾ ਉਹਦੇ ਮੁਤਾਬਕ ਘੱਟ ਵੱਧ ਵੀ ਕਰ ਦਿੱਤੀ ਜਾਂਦੀ ਹੈ। ਕਲਾਸੀਫਿਕੇਸ਼ਨ ਦਾ ਗਰਾਊਂਡਸ ਉਹਦਾ ਰਿਲੀਫ, ਕਿਹੜੀਆਂ ਗਰਾਊਂਡਸ ਹੁੰਦੀਆਂ ਨੇ, ਮੈਂ ਪਹਿਲਾਂ ਦੱਸ ਚੁੱਕਿਆ ਵੀ ਜਿਵੇਂ ਜ਼ਮੀਨ ਹੈਗੀ ਹੈ ਉਹ ਖਰਾਬ ਹੋ ਗਈ, ਪੈਦਾਵਾਰ ਘਟ ਗਈ ਹੋਵੇ, ਇਹਦੇ ਵਿੱਚ ਤਾਂ ਕੁਛ ਹੋਰ ਹੀ ਦਿੱਕਤ ਦੱਸਿਆ। ਕਲੈਮਟੀ ਆ ਗਈ, ਆਰਡਰਲੀ ਕਲੈਮਟੀਜ਼ ਆਫ ਦਾ ਸੀਜ਼ਨ ਦੀ ਕਲੈਮਟੀ ਦੇ ਕਾਰਨ ਸੋਕਾ ਪੈ ਗਿਆ, ਹੜ੍ਹ ਆ ਗਏ, ਫਲੱਡ ਆ ਗਏ, ਇਹ ਸੀਜ਼ਨ ਦੀਆਂ ਕਲੈਮਟੀ ਹੁੰਦੀਆਂ, ਗੜੇ ਪੈ ਗਏ, ਠੀਕ ਹੈ, ਮੌਸਮ ਐਸਾ ਹੋ ਗਿਆ ਵੀ ਫਸਲਾਂ ਨੂੰ ਬਿਮਾਰੀ ਲੱਗ ਗਈ।
ਫਲਕਚੁਏਸ਼ਨ ਆਫ ਦਾ yield allowed ਫਾਰ ਦਾ ਅਸੈਸਮੈਂਟ, ਜਦੋਂ ਫਲਕਚੁਏਟ ਕਿਤੇ ਰੱਖਿਆ ਗਿਆ ਹੋਵੇ ਮਾਮਲਾ, ਤਾਂ ਜਿਹੜਾ ਹੈਗਾ ਅਲਾਉਡ ਹੁੰਦਾ ਵੀ ਉਹਦੀ ਜਿਹੜੀ ਅਸੈਸਮੈਂਟ ਹੈ ਉਹ ਸਮੇਂ-ਸਮੇਂ ਤੇ ਸਰਕਾਰ ਵੱਲੋਂ ਬਾਰ-ਬਾਰ ਕਰ ਦਿੱਤੀ ਜਾਂਦੀ ਹੈ। ਉਹਦੇ ਨਾਲ ਜਿਹੜਾ ਮਾਮਲਾ ਹੈਗਾ ਉਹ ਘੱਟ ਵੱਧ ਜਾਂਦਾ ਹੈ, ਤਾਂ ਕਿ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਵੇ ਰਿਕਵਰੀ ਕਰਨ ਦੇ ਉਹਦੇ ਪੇਮੈਂਟ ਦੇਣ ਦੀ। ਠੀਕ ਹੈ ਜੀ, ਬਾਕੀ ਤਾਂ ਹੋਰ ਕੁਝ ਨਹੀਂ ਖਾਸ ਹੈਗਾ, ਇਹ ਜਿਹੜਾ ਇੰਪੋਰਟੈਂਸ ਮੈਂ ਕਰਾ ਦਿੱਤਾ ਹੈਗਾ। ਆਪਣਾ ਜਿਹੜਾ ਇਹ ਅੱਜ ਦਾ ਲੈਕਚਰ ਹੈ ਖਤਮ ਹੋ ਗਿਆ, ਇਹ ਚੈਪਟਰ ਵੀ ਤੁਹਾਡਾ ਬੁੱਕ ਵੀ ਖਤਮ ਹੋ ਗਈ, ਲੈਂਡ ਅਸੈਸਮੈਂਟ ਮੈਨੂਅਲ। ਸਰ ਇੱਕ ਪਾ ਦਿਓ YouTube ਤੇ। ਹਾਂ ਪਾ ਦਾਂਗੇ ਜੀ, ਇਹ ਪਾ ਦਾਂਗੇ, ਜ਼ਰੂਰ ਪਾ ਦਾਂਗੇ। ਸਾਰੇ ਅਪਡੇਟ ਕਰ ਦਿਓ please। ਉਹ ਮੁੰਡਾ ਯਾਰ ਕੱਲ੍ਹ ਜਾਂ ਪਰਸੋਂ ਤੱਕ ਆਏਗਾ, ਫਿਰ ਉਦੋਂ ਪਏਗਾ ਇਹ। ਠੀਕ ਹੈ, ਕੱਲ ਆਏਗਾ ਸ਼ਾਇਦ ਲੜਕਾ। ਉਹ ਦੋਨੋਂ ਮੁੰਡੇ ਗਏ ਹੋਏ ਹੈ ਘੁੰਮਣ ਫਿਰਨ ਲਈ, ਚਲੇ ਗਏ ਕਿਤੇ ਉਹ ਜੈਪੁਰ ਸਾਈਡ। ਹਾਂ ਕੋਈ ਗੱਲ ਨਹੀਂ, ਪਾ ਦਾਂਗੇ। ਇਹ ਜਿਹੜਾ ਵੀ ਅਸੀਂ ਇਹ ਲੈਂਡ ਐਡਮਿਨ ਮੈਨੂਅਲ 'ਚ ਪੜ੍ਹਿਆ ਨਾ ਜੀ, ਇਹ ਸਾਰਾ ਹੋਰ ਕਿਤਾਬਾਂ ਵਿੱਚ ਵੀ ਸਾਰਾ ਹੈਗਾ ਸਿਸਟਮ। ਇਹ ਐਡਮਿਨ ਹੈਗੀ ਹੈ, ਕਿਸੇ ਅਧਿਕਾਰੀ ਨੇ ਕਿਵੇਂ ਐਡਮਿਨਿਸਟ੍ਰੇਸ਼ਨ ਚਲਾਉਣੀ ਹੈ, ਇੱਕ ਕਲੈਕਟਰ ਆ ਉਸਨੇ ਆਪਣੇ ਜ਼ਿਲ੍ਹੇ ਨੂੰ ਕਿਵੇਂ ਚਲਾਉਣਾ ਹੈਗਾ। ਠੀਕ ਹੈ, ਵੱਖ-ਵੱਖ ਐਕਟਾਂ ਦਾ ਜਿਹੜਾ ਨਿਚੋੜ ਇਹਦੇ 'ਚ ਆ ਕੇ ਪਾ ਦਿੱਤਾ। ਇਹਦੇ 'ਚ ਟੈਨੈਂਸੀ ਐਕਟ ਵੀ ਹੈ, ਇਹਦੇ 'ਚ ਲੈਂਡ ਰੈਵਨਿਊ ਐਕਟ ਵੀ ਹੈ, ਇਹਦੇ ਵਿੱਚ ਲੈਂਡ ਰਿਕਾਰਡ ਮੈਨੂਅਲ ਵੀ ਹੈ। ਠੀਕ ਹੈ, ਇਹਦੇ ਵਿੱਚ ਸੈਟਲਮੈਂਟ ਵੀ ਹੈਗੀ ਹੈ। ਸਾਰੇ ਐਕਟ ਦੇ ਵਿੱਚ ਐਡਮਿਨ ਦੇ ਵਿੱਚ ਪਾ ਦਿੱਤੇ ਹੈਗੇ। ਠੀਕ ਹੈ ਜੀ, ਤਾਂ ਕਿ ਐਡਮਿਸ਼ਨ ਅਧਿਕਾਰੀ ਨੂੰ ਜਿਹੜਾ ਪਤਾ ਹੋਵੇ ਵੀ ਕਿਵੇਂ ਕੰਮ ਕਰਨਾ ਹੈ, ਮੈਨੇ ਡਿਪਾਰਟਮੈਂਟ ਨੂੰ ਰੈਵਨਿਊ ਕਿਵੇਂ ਚਲਾਉਣਾ ਹੈਗਾ। ਠੀਕ ਹੈ ਜੀ, ਕਿਸੇ ਦਾ ਕੋਈ ਕੁਐਸਚਨ ਕਰ ਸਕਦਾ ਜੀ। ਆਪਣਾ ਜਿਹੜਾ ਇਹ ਚੈਪਟਰ 3 ਨੰਬਰ ਪੇਪਰ ਵੀ ਖਤਮ ਹੈਗਾ। ਸੈਟਲਮੈਂਟ ਮੈਨੂਅਲ ਵੀ ਬਣਾਉਣਾ ਸਰ ਇਹਦਾ ਜੀ? ਹੈ ਜੀ, ਸੈਟਲਮੈਂਟ ਮੈਨੂਅਲ ਜੀ? ਹਾਂਜੀ ਕਦੋਂ ਬਣਾਉਣਾ ਸਰ? ਉਹ ਤਾਂ ਪੜ੍ਹਾ ਚੁੱਕੇ ਆਪਾਂ ਸੈਟਲਮੈਂਟ ਮੈਨੂਅਲ। ਮੈਂ ਮਿਸ ਕਰ ਗਿਆ ਉਸ ਟਾਈਮ। ਤੁਸੀਂ ਕਲਾਸ ਕਿਤੇ ਤੁਹਾਡੀ ਕੋਈ ਗੱਲ ਨਹੀਂ, ਤੁਸੀਂ YouTube ਦੇਖ ਲਿਓ। ਸਰ ਇਸ ਤਰ੍ਹਾਂ ਹੈ, ਜਦੋਂ ਅਸੀਂ ਕੁਐਸਚਨ ਜਿਹੜਾ ਹੈਗਾ ਅਡਾਪਟ ਕਰਨਾ ਉੱਥੇ ਜੀ, ਤਾਂ ਉਹਦੇ ਵਿੱਚ ਆਪਾਂ ਕੁਝ ਇੰਗਲਿਸ਼ ਵਿੱਚ ਲਿਖਤਾ, ਕੋਈ ਪੰਜਾਬੀ ਲਿਖਤਾ, ਕੋਈ ਇਹਦੀ ਦਿੱਕਤ ਤਾਂ ਨਹੀਂ? ਇਹ ਕੁਐਸਚਨ ਮੈਨੂੰ ਬਹੁਤ ਸਾਰੇ ਲੋਕਾਂ ਨੇ ਕੀਤਾ ਹੈਗਾ, ਪਰ ਮੈਂ ਇਹਦੇ ਤੇ ਕਨਫਰਮ ਨਹੀਂ ਹੈਗਾ। ਠੀਕ ਹੈ, ਮੈਂ ਤੁਹਾਨੂੰ ਕੋਈ ਗਲਤ ਇਹਦਾ ਆਨਸਰ ਦੇ ਦੇਵਾਂ, ਤੁਸੀਂ ਜ਼ਿਆਦਾ ਬੈਟਰ ਹੈਗਾ ਵੀ ਇਹ ਤੁਸੀਂ ਲੈਂਡ ਜਿਹੜਾ ਆਪਣਾ ਡਾਇਰੈਕਟ ਲੈਂਡ ਰਿਕਾਰਡ ਦੇ ਆਫਿਸ ਤੋਂ ਕਨਫਰਮ ਕਰੋ ਵੀ ਕੀ ਅਸੀਂ ਪੰਜਾਬੀ ਤੇ ਇੰਗਲਿਸ਼ ਦੋਨਾਂ 'ਚ ਲਿਖ ਸਕਦੇ ਹਾਂ। ਵੈਸੇ ਜਿਵੇਂ ਲੜਕੇ ਜਿਹੜੇ ਪਹਿਲਾਂ ਆਪਣੇ ਕਾਨੂੰਗੋ ਸਾਹਿਬਾਨ ਪੇਪਰ ਦੇ ਕੇ ਆਏ ਹੈ, ਉਹ ਕਹਿੰਦੇ ਵੀ ਅਸੀਂ ਵਿੱਚ ਪੰਜਾਬੀ ਵਿੱਚ ਇੰਗਲਿਸ਼, ਅਸੀਂ ਜਦੋਂ ਸਾਡੇ ਤੋਂ ਭਾਸ਼ਾ ਭਰਵਾਈ ਜਾਂਦੀ ਹੈ ਵੀ ਕਿਹੜੀ ਲੈਂਗੁਏਜ ਤੁਸੀਂ ਸਿਲੈਕਟ ਕਰਦੇ ਹੋ, ਤੁਸੀਂ ਉੱਥੇ ਕਹਿੰਦੇ ਵੀ ਅਸੀਂ ਦੋਨੇ ਲੈਂਗੁਏਜ ਲਿਖ ਦਿੰਦੇ ਹਾਂ, ਪੰਜਾਬੀ ਵੀ ਤੇ ਨਾਲ ਇੰਗਲਿਸ਼ ਵੀ। ਜਦੋਂ ਦੋਹੇ ਲੈਂਗੁਏਜ ਲਿਖੋਗੇ ਫਿਰ ਦੋਹੇ ਲੈਂਗੁਏਜ ਯੂਜ਼ ਕਰ ਸਕਦੇ ਹਾਂ ਅਸੀਂ, ਪਰ ਫਿਰ ਵੀ ਤੁਸੀਂ ਇੱਕ ਵਾਰੀ ਕਨਫਰਮ ਕਰ ਲਓ। ਪਲੇਸ ਦੇ ਵਿੱਚ ਜਿਨ੍ਹਾਂ ਨੇ ਪਾਇਆ ਸੈਟਲਮੈਂਟ ਮੈਨੂਅਲ ਦਾ ਅੰਤਿਕਾ 789 ਤੋਂ ਇਹ ਚੈਪਟਰ ਨੂੰ ਕਿਹਾ ਗਿਆ ਸਰ? ਹਾਂਜੀ, ਸੈਟਲਮੈਂਟ ਮੈਨੂਅਲ ਦਾ ਸਿਲੇਬਸ ਪਾਇਆ ਹੋਇਆ ਹੈ। ਹਾਂ ਅੰਤਿਕਾ 8, 9 ਤੇ 21। ਜੀ ਹਾਂ, ਇਹੀ ਨੇ ਅੰਤਿਕਾ ਸਾਰੇ ਚੈਪਟਰ ਨੂੰ ਇਹ ਹੈਗੇ ਜੀ? ਇਹ ਚੈਪਟਰ ਨਹੀਂ ਹੈਗੇ, ਇਹ ਜਿਹੜੀਆਂ ਆਪਣੇ ਪਿੱਛੇ ਇੰਡੋਸਮੈਂਟ ਲੱਗੀਆਂ ਹੁੰਦੀਆਂ ਨੇ ਨਾ ਚੈਪਟਰ ਦੇ ਬੈਕ ਤੇ ਲੱਗੀਆਂ ਹੁੰਦੀਆਂ ਨੇ, ਉਹਨੂੰ ਅੰਤਿਕਾ ਕਿਹਾ ਜਾਂਦਾ ਹੈ, ਜਿਹਨੂੰ ਆਪਾਂ ਅਪੈਂਡਿਕਸ ਕਹਿ ਦਿੰਦੇ ਹਾਂ, ਅਪੈਂਡਿਕਸ। ਠੀਕ ਹੈ ਸਰ। ਠੀਕ ਹੈ ਜੀ। ਸਰ ਜੀ ਸਰ, ਇੱਕ ਪਾਰਟੀਸ਼ਨ ਦੇ ਸੰਬੰਧ ਹੈਗੀ ਥੋੜੀ ਜਿਹੀ ਗੱਲ ਪੁੱਛਣੀ। ਜਿੱਦਾਂ ਸਾਡੇ ਅੰਮ੍ਰਿਤਸਰ ਡਿਸਟ੍ਰਿਕਟ 'ਚ ਆਮ ਇਹ ਪ੍ਰੋਬਲਮ ਹੈ ਕਿ ਬਹੁਤੇ ਲੋਕੀ ਕਣਕ ਘਰ ਦੇ ਵਿੱਚ ਮਾਰ ਗਿਆ ਬਾਇਆ ਮਿਸਤਰੀ ਕਰਕੇ ਅੰਦਾਜ਼ ਆਮ ਤੌਰ ਤੇ। ਹਾਂ, ਮੰਨ ਲਓ 4 ਮਿਸਤਰੀ ਆ ਜੀ ਆਪਸ ਵਿੱਚ, ਹੈ ਜੀ, ਖਾਤਾ ਉਹਨਾਂ ਦਾ ਹੈਗਾ 100 ਕਨਾਲ ਦਾ, ਕੀ ਉਹ ਅਦਾਲਤ ਦੇ ਨਹੀਂ ਆਪਣੀ ਤਸਦੀਕ ਕਰਵਾ ਸਕਦੇ ਆ ਜਾਂ? ਖਾਤਾ 100 ਕਨਾਲ ਦਾ, ਖੇਵੜ ਤਾਂ ਵੱਡੀ ਹੈ। ਇਹ ਖਾਣਾ ਕਾਜ ਮੰਨ ਲਓ 100 ਕਨਾਲ ਦੇ ਬੰਦੇ, 4 ਬੰਦੇ ਮਿਸਤਰੀ ਵੇਖੇ, 25 ਕਨਾਲ ਦਾ ਇੱਕ ਵਾਰ 4 ਸ਼ੇਅਰ ਹੈ। ਨਹੀਂ, ਖੇਵੜ ਤਾਂ ਹੋਰ ਵੀ ਹੈ ਨਾ, ਉਹ ਖਾਤੇ ਨੂੰ ਨਹੀਂ ਜੀ। ਹੋਰ ਵੀ ਹੈ। ਹਾਂ, ਮੈਂ ਅੱਜ ਹੀ ਸ਼ਾਇਦ ਤੁਸੀਂ ਧਿਆਨ ਨਹੀਂ ਦਿੱਤਾ ਹੋਏਗਾ, ਮੈਂ ਅੱਜ ਹੀ ਗੱਲ ਕੀਤੀ ਸੀਗੀ, ਮੈਂ ਅੱਜ ਹੀ ਦੱਸਿਆ ਸੀਗਾ ਵੀ ਇਟ ਇਜ਼ ਏ ਪਾਰਸ਼ੀਅਲ ਪਾਰਟੀਸ਼ਨ। ਇਟ ਇਜ਼ ਏ ਪਾਰਸ਼ੀਅਲ ਪਾਰਟੀਸ਼ਨ, ਇਟ ਕੈਨ ਨਾਟ ਬੀ ਇਨਫੋਰਸਡ। ਪਾਰਸ਼ੀਅਲ ਪਾਰਟੀਸ਼ਨ ਨਹੀਂ ਅਸੀਂ ਕਰ ਸਕਦੇ, ਅਸੀਂ ਪੂਰੀ ਖੇਵੜ ਦੀ ਪਾਰਟੀਸ਼ਨ ਕਰਾਂਗੇ। ਤੁਸੀਂ ਦੇਖੋ ਇਸ ਬੁੱਕ ਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਉਹ ਲੱਗੀ ਹੈਗੀ ਹੈ, ਜਜਮੈਂਟ ਹੈਗੀ ਹੈ ਹਾਈ ਕੋਰਟ ਦੀ ਇਸ ਬੁੱਕ ਦੇ ਵਿੱਚ। ਐਂਡ ਦੇ ਵਿੱਚ ਕਿੰਨੇ ਨੰਬਰ ਪੇਜ ਤੇ ਹੈ ਉਹ ਜਜਮੈਂਟ ਕੀ ਕਹਿੰਦੀ ਹੈ? ਉਹ ਜਜਮੈਂਟ ਇਹ ਕਹਿੰਦੀ ਹੈ ਵੀ ਉਸ ਜਜਮੈਂਟ ਦੇ ਆਧਾਰ ਤੇ ਫਿਰ ਬਹੁਤ ਸਾਰੀਆਂ ਜਜਮੈਂਟ ਹੋਰ ਕੋਰਟਾਂ ਨੇ ਦਿੱਤੀਆਂ, ਵੱਖ-ਵੱਖ ਕੋਰਟਾਂ ਨੇ ਦਿੱਤੀਆਂ ਨੇ, ਇਹ ਪਾਰਟੀਸ਼ਨ ਦੇ ਸੰਬੰਧ ਵਿੱਚ ਹੀ ਹੈਗੀ ਹੈ। ਠੀਕ ਹੈ। ਇਹ ਜਜਮੈਂਟ ਜਾਰੀ ਕੀਤੀ ਸੀ 1900 ਭਰਥੂਰਾਮ 1981 ਦੇ ਵਿੱਚ। ਇਹ ਪਹਿਲੀ ਜਜਮੈਂਟ ਆਈ ਸੀ 1981 ਦੇ ਵਿੱਚ, ਪਹਿਲੀ ਜਜਮੈਂਟ ਇਹ ਆਈ ਸੀ 1981 ਦੇ ਵਿੱਚ। ਕਿਸੇ ਵਿਅਕਤੀ ਨੇ ਕੋਈ ਪਾਰਟਿਕੂਲਰ ਨੰਬਰ, ਖਾਸ ਨੰਬਰ ਖਰੀਦ ਕੀਤਾ ਸੀਗਾ ਕਿਸੇ ਖੇਵੜ ਦੇ ਵਿੱਚੋਂ, ਉਹ ਕਹਿੰਦਾ ਸੀ ਮੈਂ ਇਸ ਨੰਬਰ ਦਾ ਮਾਲਕ ਹਾਂ।
ਹਾਈ ਕੋਰਟ ਨੇ ਜਜਮੈਂਟ ਦਿੱਤੀ ਵੀ ਨਹੀਂ, ਹੀ ਇਜ਼ ਦ ਸ਼ੇਅਰ ਹੋਲਡਰ ਇਨ ਦਾ ਟੋਟਲ ਖੇਵਟ, ਹੀ ਇਜ਼ ਨਾਟ ਦਾ ਸਪੈਸੀਫਿਕ ਓਨਰ ਆਫ ਦਾ ਲੈਂਡ। ਨਾ ਖਾਸ ਹਾਈ ਕੋਰਟ ਦੀ ਇਹ ਜਜਮੈਂਟ ਜਿਹੜੀ ਮੇਨ ਜਜਮੈਂਟ ਇਹ ਹੈਗੀ ਹੈ, ਇਸ ਤੋਂ ਬਾਅਦ ਬਹੁਤ ਸਾਰੀਆਂ ਜਜਮੈਂਟਾਂ ਹੋਰ ਆ ਗਈਆਂ, ਪਰ ਇਹ ਭਰਥੂਰਾਮ ਦੀ ਜਿਹੜੀ ਜਜਮੈਂਟ ਹੈਗੀ ਹੈ ਇਹ ਮੇਨ ਜਜਮੈਂਟ ਹੈ, ਜਿਹਦੇ ਵਿੱਚ ਕੋਈ ਵੀ ਵਿਅਕਤੀ ਇੱਕ ਗੇਵਟ ਦੇ ਵਿੱਚੋਂ, ਹੁਣ ਤੁਸੀਂ ਕਹਿੰਦੇ 100 ਕਨਾਲ ਉਹਨੇ ਖਰੀਦ ਲਈ, ਠੀਕ ਹੈ, ਹਾਂਜੀ 100 ਕਨਾਲ ਦੇ ਸਪੈਸੀਫਿਕ ਨੰਬਰ ਖਰੀਦ ਲਏ, ਪਰ ਨਹੀਂ ਉਹ ਮਾਲਕ 100 ਕਨਾਲ ਦੇ ਨਹੀਂ ਮੰਨਣਗੇ, ਉਹ ਤਾਂ ਸਾਰੇ ਖੇਵਟ ਦੇ ਹਿੱਸੇਦਾਰ ਹੈ। ਜੇ ਖੇਵਟ 300 ਕਨਾਲ ਦੀ ਹੈ ਤਾਂ 300 ਕਨਾਲ ਦੇ ਵਿੱਚ ਹੀ ਉਹ ਸ਼ੇਅਰ ਹੋਲਡਰ ਮੰਨੇ ਜਾਣਗੇ, ਬੇਸ਼ੱਕ ਉਹਨਾਂ ਨੇ 100 ਕਨਾਲ ਖਰੀਦੀ ਹੋਵੇ। ਓਕੇ ਸਰ ਜੀ ਹਾਂ। 100 ਕਰੋੜ ਦੇ ਤਾਂ ਤਿੰਨ ਹਿੱਸੇ ਮਾਰ ਬਿਲਕੁਲ ਬਿਲਕੁਲ ਠੀਕ ਹੈ ਜੀ, ਕਲਾਸ ਇਜ਼ ਓਵਰ, ਥੈਂਕ ਯੂ ਵੈਰੀ ਮਚ। ਕੱਲ ਅਸੀਂ ਪੜਾਂਗੇ ਪੇਪਰ ਨੰਬਰ 2 ਸਵੇਰੇ ਮਾਰਨਿੰਗ।